ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਲਓ ਵੀਰ ਜੀ, ਅੱਜ ਆਪਾਂ ਪਹੁੰਚੇ ਹਾਂ ਪਿੰਡ ਪੱਖੋਵਾਲ। ਸਭ ਤੋਂ ਪਹਿਲਾਂ ਜੀ ਸਾਰੇ ਆਪਣੇ ਦਰਸ਼ਕ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਤੇ ਤੁਹਾਨੂੰ ਦੱਸ ਦਈਏ, ਉਰੇ ਆਪਾਂ ਆਏ ਹਾਂ ਜੀ। ਆਪਾਂ ਨੂੰ ਫੋਨ ਕੀਤਾ ਸੀ ਬਾਈ ਸੁਖੇ ਜੀ ਨੇ ਜੀ ਬਾਹਰੋਂ। ਤੇ ਆਪਾਂ ਪਹੁੰਚੇ ਹਾਂ ਉਸਤਾਦ ਬਿੱਕਰ ਪੱਖੋਵਾਲ ਦੇ, ਜੋ ਨਵੇਂ ਖੁੱਡੇ ਬਣਾਏ ਨੇ ਪਿੰਡ ਦੇ ਵਿੱਚ। ਤੇ ਬਾਈ ਹੁਣਾਂ ਦੇ ਨਾਲ ਵੀ ਤੁਹਾਨੂੰ ਮਿਲਾਨੇ ਆ। ਤੇ ਅੱਜ ਗੱਲ ਕਰਾਂਗੇ ਕੁਝ ਖਿਡਾਰ ਦੀਆਂ ਤੇ ਕੁਝ ਡੀਪਲੀ ਗੱਲਾਂ, ਜਿਹੜੀਆਂ ਕਿ ਆਮ ਜਿਹੜੀਆਂ ਦੇਖਣ ਨੂੰ ਨਹੀਂ, ਸੁਣਨ ਨੂੰ ਨਹੀਂ ਮਿਲਦੀਆਂ। ਕਈਆਂ ਦੇ ਦਿਲਾਂ ਦੇ ਦਿਮਾਗ ਦੇ ਵਿੱਚ ਕਈ ਵਹਿਮ ਨੇ, ਉਹ ਵੀ ਅੱਜ ਕੱਢਾਂਗੇ ਜੀ। ਕਿਉਂਕਿ ਆਪਣੀ ਕੋਸ਼ਿਸ਼ ਰਹਿੰਦੀ ਆ ਕਿ ਆਪਣੇ ਨਵੇਂ ਜਿੰਨੇ ਖਿਡਾਰੀ ਵੀਰ ਆ ਉਹਨਾਂ ਨੂੰ ਆਪਾਂ ਕੁਝ ਨਾ ਕੁਝ ਦੱਸਦੇ ਰਹੀਏ ਜੀ। ਤੇ ਬਾਕੀ ਵੀਰ ਜੀ ਆਪਣੇ ਬਿੱਕਰ ਬਾਈ ਜੀ ਬੈਠੇ ਨੇ, ਆਪਣਾ ਸੁੱਖਾ ਵੀਰ ਬਹਿਰਾਮ ਤੋਂ, ਤੇ ਨਾਲ ਬਾਕੀ ਦੇ ਫਰੈਂਡ ਨੇ, ਮੈਨੂੰ ਸਾਰਿਆਂ ਦਾ ਨਾਮ ਨਹੀਂ ਪਤਾ ਹੈਗਾ। ਤੇ ਬਾਈ ਹੁਣਾਂ ਦਾ ਇੱਕ ਟਾਈਮ ਤੇ ਜੀ ਪੂਰਾ ਨਾਂ ਸੀ, ਹੁਣ ਵੀ ਹੈ। ਕਾਰਨ ਇਹ ਆ ਕਿ ਕੁਝ ਬਾਜ਼ੀਆਂ ਦੇ ਵਿੱਚ ਛੱਡੀਆਂ ਨਹੀਂ, ਜਾਂ ਇੱਕ ਸਲੋ ਹੋ ਗਿਆ ਕੰਮ। ਉਹ ਕਿਉਂ ਹੋਇਆ? ਤੇ ਇੱਕ ਹੋਰ ਚੀਜ਼, ਹਰ ਬੰਦੇ ਦਾ ਇੱਕ ਟਾਈਮ ਚੱਲਦਾ ਜੀ, ਚਾਹੇ ਉਹ ਕੋਈ ਵੀ ਹੋਵੇ। ਆਪਾਂ ਦੇਖੇ ਪੰਜਾਬ ਦੇ ਹਰ ਤਰ੍ਹਾਂ ਦੇ ਖਿਡਾਰੀਆਂ ਨਾਲ ਮਿਲਦੇ ਆ, ਹਰ ਕਿਸੇ ਦਾ ਇੱਕ ਟਾਈਮ ਤੇ ਟਾਈਮ ਚੱਲਦਾ। ਇੱਕ ਦਿਨ 'ਚ ਜਿਨ੍ਹਾਂ ਨੇ 3-3 4-4 ਬਾਜ਼ੀਆਂ ਵੀ ਜਿੱਤੀਆਂ ਨੇ। ਤੇ ਇੱਕ ਟਾਈਮ ਦੇ ਵਿੱਚ ਬਾਈ ਹੁਣਾਂ ਨੇ ਵੀ ਇਹੋ ਜਿਹੇ ਕਾਰਨਾਂ ਨੇ ਕੀਤੇ ਨੇ ਕਿ ਕਈ ਬਾਜ਼ੀਆਂ ਇੱਕ ਦਿਨ ਦੇ ਵਿੱਚ ਜਿਹੜੀਆਂ ਜਿੱਤੀਆਂ ਨੇ, ਤੇ ਕਈ ਪਿੰਜਰੇ ਸਵੇਰ ਨੂੰ ਘਰੋਂ ਤੁਰਦੇ ਸੀ। ਤੇ ਉਹ ਜਿਹੜਾ ਟਾਈਮ ਹੁੰਦਾ ਆ, ਟਾਈਮ ਜਿਹੜਾ ਵਕਤ ਜਿਹੜਾ ਸਮਾਂ ਹੈਗਾ, ਹਮੇਸ਼ਾ ਹਰ ਕਿਸੇ ਦਾ ਜਿਹੜਾ ਉਹ ਬਦਲਦਾ ਜੀ। ਤੇ ਕਿਸੇ ਦਾ ਘਰ ਦੀਆਂ ਮਜਬੂਰੀਆਂ ਹੋ ਜਾਂਦੀਆਂ, ਜਾਂ ਕੀ ਕਾਰਨ ਹੋ ਜਾਂਦੇ ਨੇ। ਇਸ ਟਾਈਮ ਜਿਹੜੇ ਹੈ ਬਾਈ ਹੁਣੀ ਵੀ ਆਪਾਂ ਦੇਖਿਆ ਥੋੜੇ ਜਿਹੇ ਸਲੋ ਚੱਲ ਰਹੇ ਨੇ, ਕਿ ਬਾਜ਼ੀਆਂ ਦੇ ਵਿੱਚ ਬਾਹਲਾ ਜ਼ਿਆਦਾ ਦੇਖਣ ਨੂੰ ਮਿਲਿਆ ਨਹੀਂ ਬਾਈ ਹੁਣਾਂ ਦਾ ਰੁਝਾਨ। ਮੈਂ ਸੱਚੀ ਗੱਲ ਕਰਦਾ ਹਾਂ, ਕਈ ਬੰਦੇ ਸੋਚਦੇ ਆ ਵੀ ਬਾਈ ਹੁਣ ਵੀ ਕਹਿੰਦੇ ਹੋਣਗੇ ਕਿ ਕੈਮਰੇ ਦੇ ਸਾਹਮਣੇ ਜਿਹੜਾ ਹੈਗਾ ਵੀ ਪੁੱਛਣੀ ਹੈ ਗੱਲ, ਬੜੀ ਵੱਡੀ ਗੱਲ ਹੁੰਦੀ ਆ। ਜੋ ਨੈਚੁਰਲੀ ਗੱਲ ਹੁੰਦੀ ਆ ਨਾ, ਜੋ ਸੱਚਾਈ ਹੁੰਦੀ ਆ, ਉਹ ਦੱਸਣੀ ਚਾਹੀਦੀ ਆ। ਇਹ ਨਹੀਂ ਗੱਲ ਹੈਗੀ ਕਿ ਜੇ ਆਪਾਂ ਬਾਜ਼ੀਆਂ ਹਾਰੇ ਆ ਤੇ ਆਪਾਂ ਦੱਸਣਾ ਨਹੀਂ ਕਿ ਜੀ ਆਪਾਂ ਬਾਜ਼ੀਆਂ ਹਾਰੇ ਆ, ਜਾਂ ਆਪਾਂ ਬਾਜ਼ੀਆਂ ਜਿੱਤੀ ਆ ਤੇ ਬੜੀ ਹਵਾ 'ਚ ਉਡਾਈ ਜਾਣਾ ਜੀ, ਆਪਾਂ ਇੱਕ ਬਾਜ਼ੀ ਜਿੱਤ ਕੇ ਹਵਾ ਕਰੀ ਜਾਣੀ। ਉਹ ਵੀ ਠੀਕ ਨਹੀਂ ਹੁੰਦਾ। ਤੇ ਬਾਈ ਹੁਣਾਂ ਨੇ ਤੇ ਜੀ ਇੱਕ ਟਾਈਮ ਜਿਹੜਾ ਮਨਾਇਆ, ਸਾਰਿਆਂ ਨੂੰ ਵਧੀਆ ਬਾਜ਼ੀਆਂ ਛੱਡੀਆਂ, ਵਧੀਆ ਆਪਣਾ ਨਾਮ ਬਣਾਇਆ। ਕਬੂਤਰਬਾਜੀ ਦੇ ਨਾਂ ਦੇ ਵਿੱਚ ਇੱਕ ਵੱਡਾ ਨਾਮ ਬਿੱਕਰ ਪੱਖੋਵਾਲ। ਤੇ ਬਾਈ ਹੁਣਾਂ ਦੇ ਨਾਲ ਗੱਲ ਕਰਦੇ ਆ। ਕਬੂਤਰਬਾਜੀ ਦਾ ਸ਼ੌਂਕ ਤੇ ਤੁਹਾਨੂੰ ਪਹਿਲਾਂ ਵੀ ਦੱਸਿਆ, ਬਾਈ ਹੁਣਾਂ ਨੇ ਦੱਸਿਆ ਕਿਵੇਂ ਬਚਪਨ ਤੋਂ ਹੀ ਰੱਖੇ ਹੋਏ ਨੇ। ਲਗਭਗ ਪੀੜ੍ਹੀ ਦਰ ਪੀੜ੍ਹੀ ਜਿਹੜਾ ਸ਼ੌਂਕ ਚੱਲਿਆ ਆ ਰਿਹਾ। ਬਾਈ ਜੀ ਕੀ ਹਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਆਪਾਂ ਕੁਝ ਸਮੇਂ ਤੋਂ ਜਿਵੇਂ ਦੇਖਦੇ ਪਏ ਆ ਵੀ ਆਪਣਾ ਜਿਹੜਾ ਦੌਰ ਪਹਿਲਾਂ ਜਿੰਨੀ ਤੇਜ਼ੀ ਦੇ ਵਿੱਚ ਸੀ, ਜੋ ਬਾਜ਼ੀਆਂ ਆਪਾਂ ਜਿੱਤਦੇ ਸੀ, ਉਹ ਥੋੜਾ ਜਿਹਾ ਸਲੋ ਹੋ ਗਿਆ। ਇਹਦੇ ਵਿੱਚ ਕੀ ਕਾਰਨ ਹੈ ਜੀ? ਸਭ ਪਹਿਲਾਂ ਵੱਲੋਂ ਜੀ ਆਇਆਂ ਨੂੰ, ਇੱਥੇ ਆਇਆਂ ਨੂੰ ਸਾਰੇ ਪਿੰਡ ਦੇ ਜਿੰਨੇ ਆਏ ਨੇ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਪਿਆਰ। ਸਮਾਂ ਸਮਾਰਥ ਹੁੰਦਾ ਜੀ। ਬਿਲਕੁਲ ਜੀ। ਕੋਈ ਸਮਾਂ ਸੀਗਾ ਐਸੇ ਘਰ ਤੋਂ, ਐਸੇ ਜਗ੍ਹਾ ਤੋਂ ਸ਼ੁਰੂਆਤ ਕਰਕੇ ਕਬੂਤਰਬਾਜੀ ਦੀ ਇੱਕ ਦਿਨ 'ਚ 4-4 5-5 ਬਾਜ਼ੀਆਂ ਵੀ ਇਕੱਲਿਆਂ ਨੇ ਜਿੱਤੀਆਂ। ਠੀਕ ਹੈ ਜੀ। ਤੇ ਉਸ ਤੋਂ ਬਾਅਦ 2013 'ਚ ਆਪਣੇ ਘਰ ਦੇ ਨਾਲ ਤੇ ਟਾਵਰ ਲੱਗ ਗਿਆ। ਟਾਵਰ ਲੱਗ ਗਿਆ ਬਿਲਕੁਲ ਘਰ ਦੇ ਨਾਲ। ਠੀਕ ਹੈ ਜੀ। ਬਸ ਕੁਝ ਮਜਬੂਰੀਆਂ ਘਰ ਦੀਆਂ ਬਣ ਗਈਆਂ, ਸਾਨੂੰ ਇਹ ਜਗ੍ਹਾ ਵੇਚ ਕੇ ਜਾਣਾ ਪੈ ਗਿਆ ਇੱਥੋਂ। ਠੀਕ ਹੈ ਜੀ। 2013 ਤੋਂ ਫਿਰ ਜਿਉਂ ਉੱਥੋਂ ਪੈਰ ਚੱਕਿਆ, ਮੁੜ ਕੇ ਪੈਰ ਹੀ ਨਹੀਂ ਲੱਗੇ ਸਾਡੇ। ਠੀਕ ਹੈ ਜੀ। ਠੀਕ ਹੈ ਨਾ। ਪਰ ਮੈਂ ਸ਼ੌਕ ਬਰਕਰਾਰ ਰੱਖਿਆ ਨਾਲ ਦੀ ਨਾਲ, ਕਦੇ ਕਿਸੇ ਚੇਲੇ ਵੱਲ ਕਿਤੇ ਘਰੇ ਗਜਾ ਲਏ, ਕਿਸੇ ਮਿੱਤਰ ਵੇਲੇ ਦੇ ਘਰੇ ਗਜਾ ਲਏ। ਉਸ ਵਕਤ ਵਿੱਚ ਅਸੀਂ ਨਾਮ ਵੀ ਵੱਡੇ ਬਹੁਤ ਜਿੱਤੇ ਆ। 2016 ਦੇ ਵਿੱਚ ਅਸੀਂ ਨੁਕਰਾ ਘੋੜਾ ਜਿੱਤਿਆ ਕਮਾਲਪੁਰ ਤੋਂ ਦੋਸਤਾਂ 'ਚ। ਠੀਕ ਹੈ ਜੀ। ਉਸ ਤੋਂ ਬਾਅਦ ਅਸੀਂ 2017 'ਚ ਬੱਦੀ ਤੋਂ ਮੋਟਰਸਾਈਕਲ ਦਿੱਤਾ ਕਲਾ ਪ੍ਰੋਜੈਕਟ ਗਰੁੱਪ 'ਚ। ਠੀਕ ਹੈ ਜੀ। 2019 ਵਿੱਚ ਅਸੀਂ 4 ਟਰੈਕਟਰ ਵੀ ਜਿੱਤਿਆ। ਠੀਕ ਹੈ ਜੀ। ਅਸੀਂ ਜਾਣੀ ਪ੍ਰਦਰਸ਼ਨ ਅਸੀਂ ਸਦਾ ਬਹਾਰ ਆ, ਜਾਣੀ ਜਦੋਂ ਕਰਦੇ ਵਧੀਆ ਕਰਦੇ ਰਹੇ, ਪਰ ਨਾ ਜੋ ਅਸੀਂ ਗੱਲ ਚਾਹੁੰਦੇ ਸੀ ਉਹ ਬਣੀ ਨਹੀਂ ਸਾਡੇ ਤੋਂ। ਬਣੀ ਨਹੀਂ। ਸਾਡੇ ਕੋਲ ਕਬੂਤਰ ਵੀ ਸੀ, ਸਾਡੇ ਕੋਲ ਗੇਮ ਵੀ ਸੀ, ਸਾਡੇ ਕੋਲ ਹਾਰਡ ਵਰਕ ਵੀ ਸੀ। ਜਿਹੜਾ ਗੈਪ ਪੈ ਗਿਆ ਨਾ, ਹਾਰਨ ਦਾ ਕਾਰਨ ਬਣ ਗਿਆ ਕੁਝ ਘਰ ਦੀਆਂ ਮਜਬੂਰੀਆਂ ਤੇ ਕੁਝ ਜਿਹੜੀ ਜਗ੍ਹਾ ਵਾ। ਹੁਣ ਆਪਾਂ ਆਪਣੇ ਘਰੇ ਆ, ਪਰਮਾਤਮਾ ਨੇ ਫਿਰ ਦੁਬਾਰੇ ਉਹੀ ਘਰ ਉਹੀ ਜਗ੍ਹਾ ਫਿਰ ਲੈ ਕੇ ਜਾਣਾ। ਦੋਸਤਾਂ ਦੀ ਹੈਲਪ ਨਾਲ ਆਪਾਂ ਬੈਠੇ ਅੱਜ ਉਸੇ ਜਗ੍ਹਾ ਤੇ ਹੀ ਬੈਠੇ। ਠੀਕ ਹੈ। ਜਿੱਥੋਂ ਕਿ ਪੂਰਾ ਆਪਣਾ ਸਿੱਕਾ ਚੱਲਦਾ ਹੁੰਦਾ ਸੀ। ਹਾਂਜੀ। ਤੇ ਹੁਣ ਕੋਸ਼ਿਸ਼ ਇਹ ਆ ਵੀ ਜਿਹੜਾ ਆਉਣ ਵਾਲਾ ਸਮਾਂ ਵਾ, ਆਪਣਾ ਕੰਮ ਆ ਮਿਹਨਤ ਕਰਨਾ। ਬਿਲਕੁਲ ਜੀ। ਫਲ ਲਾਉਣਾ ਮਾਲਕ ਦਾ ਕੰਮ ਆ, ਆਪਾਂ ਮਿਹਨਤ ਵੱਲੋਂ ਕਦੇ ਨਹੀਂ ਛੱਡਦੇ। ਬਾਕੀ ਮਹਾਰਾਜ ਜਿੱਥੇ ਰੱਖੂ ਖਿੜੇ ਮੱਥੇ ਪਰਵਾਰ ਕਰਾਂਗੇ। ਬਿਲਕੁਲ ਬਿਲਕੁਲ। ਤੇ ਇੱਥੋਂ ਛੱਡਣ ਤੋਂ ਬਾਅਦ ਜਿਹੜੇ ਕਬੂਤਰ ਆਪਾਂ ਦੂਸਰੇ ਘਰ ਵਿੱਚ ਉਡਾਏ ਨੇ? ਨਹੀਂ, ਕਦੇ ਉੱਥੇ ਲੈ ਗਏ, ਕਦੇ ਡਾਕਟਰ ਗੁਰਾਜ ਕੋਪੜੀ ਲੈ ਗਏ, ਕਦੇ ਹਰਦਾਸਪੁਰੇ ਡਾਲੇ, ਕਦੇ ਮਾਝੇ ਦੇ ਲੈ ਗਏ ਕਲਸੀਆਂ। ਅੱਛਾ। ਕਦੇ ਬੁਰਜੇ ਕੀਮਾ ਡਾਲੇ। ਜੀਵਨ ਕੋਲੇ ਭਰਾ ਆਪਣਾ ਜੀਵਨ ਵੀ ਹੈ ਤਾਂ ਆਪਣਾ ਚਿਹਰਾ, ਪਰ ਅਸੀਂ ਭਰਾ ਵਾਂਗੂ ਵਰਤਦੇ ਹਾਂ। ਠੀਕ ਹੈ ਜੀ। ਜਿਹੜਾ ਮੁੰਡਾ ਸੁੱਕਾ ਕੈਨੇਡਾ ਵਾ, ਆਪਣਾ ਕੈਨੇਡਾ ਦੀ ਬਾਜ਼ੀਆਂ ਛੱਡਦਾ ਵਾ। ਠੀਕ ਹੈ ਜੀ। ਉਹ ਇਹਦਾ ਭਰਾ ਵਾ, ਹੈ ਤਾਂ ਆਪਣਾ ਚੇਲਾ, ਪਰ ਆਪਾਂ ਨੂੰ ਛੋਟੇ ਭਰਾ ਵਾਂਗੂ ਹੀ ਮੰਨਦੇ ਹਾਂ। ਬਿਲਕੁਲ ਜੀ। ਜਿਹਨਾਂ ਤੁਹਾਨੂੰ ਜਿੱਥੇ ਭੇਜਿਆ ਬਹੁਤ ਧੰਨਵਾਦ। ਸੁੱਕੇ ਦਾ ਵੀ ਸਾਡਾ ਬਹੁਤ ਖਿਆਲ ਰੱਖਦਾ, ਕਿਉਂਕਿ ਸਾਨੂੰ ਜਿਹੜਾ ਇਸ ਵਾਰੀ ਸਮਾਂ ਨਾ
ਮੈਂ ਇੱਕ ਵਾਰ ਤੁਹਾਨੂੰ ਦੱਸਦਾ ਗੱਲ, ਮੈਂ ਮਨ ਸੋਚਦਾ ਹੁੰਦਾ ਸੀ, ਮੈਂ ਕਦੇ ਵੀ ਨਾ ਆਪਾਂ ਨੂੰ ਨਵੀਂ ਗੱਲ ਦੱਸਦੇ ਆ, ਨਵੇਂ ਜਿਹੜੇ ਖਿਡਾਰੀ ਉਹਨਾਂ ਵਾਸਤੇ ਵੀ ਆਪ ਤੋਂ ਵੱਡੇ ਖਿਡਾਰੀ ਨੂੰ ਟਾਰਗੇਟ ਕਰਕੇ ਰੱਖੋ। ਸਹੀ ਹੈ, ਉਹਦੇ ਵੱਲ ਦੇਖੋ ਜੇ ਕੁਝ ਸਿੱਖਣਾ ਵਾ, ਕਿਉਂਕਿ ਜਦੋਂ ਆਪਾਂ ਲੋਕਾਂ ਚੋਂ ਨਿਕਲ ਕੇ ਉੱਪਰੋਂ ਜਾਂਦੇ ਆ ਨਾ, ਥੱਲੇ ਲੋਕ ਬੜੀਆਂ ਲੱਤਾਂ ਖਿੱਚਦੇ ਆ। ਬਿਲਕੁਲ ਜੀ, ਉਹ ਆਪਾਂ ਨੂੰ ਉੱਥੇ ਹੀ ਰੱਖਣਾ ਚਾਹੁੰਦੇ ਹੁੰਦੇ ਨੇ, ਪਰ ਆਪਾਂ ਉਹਨਾਂ ਨੂੰ ਨਿਕਲ ਕੇ ਜਿੱਥੇ ਵੱਡੀ ਜਗ੍ਹਾ ਜਾਣਾ, ਮਤਲਬ ਵੱਡੇ ਲੈਵਲ ਦੇ ਖਿਡਾਰੀਆਂ ਵੱਲ ਵੀ ਆਪਣਾ ਟਾਰਗੇਟ ਹੋਣਾ ਚਾਹੀਦਾ ਹੁੰਦਾ ਜੀ। ਮੈਂ ਟਾਰਗੇਟ ਕੀਤਾ ਹਮੇਸ਼ਾ ਗੁਲਜ਼ਾਰ ਨੂੰ ਤੇ ਬਾਈ ਵਿੱਕੀ ਕਾਮਯਾਬ ਨੂੰ। ਠੀਕ ਹੈ ਜੀ, ਹਮੇਸ਼ਾ ਯੂਐਸਏ ਚਾਹਿਆ ਵੀ ਇਹਨਾਂ ਦੇ ਬਰਾਬਰ ਕਬੂਤਰ ਉਡਾਉਣੇ ਆ, ਇਹਨਾਂ ਦੇ ਬਰਾਬਰ ਵਾਰੀਆਂ ਜਿੱਤਣੀਆਂ। ਪਰ ਉਹਨਾਂ ਦਾ ਤੇ ਮੇਰੇ 'ਚ ਇੱਕ ਜਿਹੜਾ ਕਮੀ ਸੀ ਨਾ, ਉਹ ਮੈਂ ਤੁਹਾਨੂੰ ਕਮੀ ਦੱਸਦਾ ਕੀ ਸੀ, ਮੇਰੇ ਕੋਲੇ ਟਾਈਮ ਦੀ ਬੜੀ ਪ੍ਰੋਬਲਮ ਸੀ। ਠੀਕ ਹੈ ਜੀ, ਕਿਉਂਕਿ ਮੈਂ ਖੇਤੀ ਵੀ ਕਰਦਾ ਸੀ, ਮੇਰੇ ਬੱਚੇ ਛੋਟੇ ਸੀਗੇ, ਅਲੱਗ ਹੋ ਗਿਆ ਸੀ ਘਰ ਤੋਂ, ਕੋਈ ਜਗ੍ਹਾ ਤਾਂ ਚਲਿਆ ਗਿਆ। ਗੁਲਜ਼ਾਰ ਵੱਲ ਮੈਂ ਦੇਖਦਾ ਸੀ, ਗੁਲਜ਼ਾਰ ਕੋਲੇ 24 ਘੰਟੇ ਟਾਈਮ ਕਬੂਤਰਾਂ ਸੀ, ਉਹਨੇ ਕਬੱਡੀ ਖੇਡ ਕੇ ਆਉਣਾ, ਉਹਦੇ ਘਰ ਵਾਲੀ, ਉਹਦੇ ਬੱਚੇ, ਗੁਲਜ਼ਾਰ 24 ਘੰਟੇ ਰਿਪਰੈਜ਼ੈਂਟ ਕਬੂਤਰਾਂ ਦੀ ਰਹਿੰਦੇ ਸੀ ਉਹ। ਬਿਲਕੁਲ ਜੀ, ਸਦਾਵਾ ਸਟਾਰ ਉਹਦਾ ਰਹਿਣ ਦਾ ਮਤਲਬ ਸਿਰਫ ਇਹੀ ਸੀ। ਹਾਂਜੀ, ਮੈਂ ਇਹ ਗੱਲ ਸੋਚਦਾ ਸੀ ਵੀ ਕਦੇ ਮੈਨੂੰ ਗੁਲਜ਼ਾਰ ਕੋਲ ਕੋਈ ਟਾਈਮ ਮਿਲਿਆ ਨਾ, ਤੇ ਮੈਂ ਵੀ ਹੱਥ ਜ਼ਰੂਰ ਦਿਖਾਉਂਗਾ। ਸਹੀ ਹੈ, ਸੋਚ ਹੈ ਬੰਦੇ ਦੀ, ਵਧੀਆ ਸੋਚ ਹੈ। ਟਾਰਗੇਟ ਉੱਥੇ, ਕਿਉਂਕਿ ਜੇ ਹੁਣ ਆਪਾਂ 1 ਮਿੰਟ ਤੋਂ ਦੇਖੋ ਜੀ, 22 ਪਲੇਅਰ ਖੇਡਦੇ ਆ ਗਰਾਊਂਡ 'ਚ, 11 ਉਧਰ ਫੁੱਟਬਾਲ ਲਾ ਲਓ, ਹਾਕੀ ਲਾ ਲਓ। ਜੇ ਆਪਾਂ ਉਹਦੇ ਗੋਲ ਪੋਸਟ ਚੱਕ ਦਾਂਗੇ, ਬਾਈਆਂ ਦੀ ਗੇਮ ਕਿੱਥੇ ਜਾਊਗੀ? ਬਿਲਕੁਲ, ਰੋਡ ਦਾ ਟਾਰਗੇਟ ਤਾਂ ਗੋਲ ਕਰਨ ਦਾ ਹੁੰਦਾ ਵਾ, ਨਿਸ਼ਾਨਾ ਸਹੀ ਹੋਣਾ ਚਾਹੀਦਾ। ਨਿਸ਼ਾਨਾ ਸਹੀ ਹੋਣਾ ਚਾਹੀਦਾ। ਫਿਰ ਮੈਂ ਮੇਰੇ ਬੱਚੇ ਚਲੋ ਵਧੀਆ ਪੜ੍ਹ ਕੇ ਲੈ ਕੇ ਬਰਾਬਰ ਦੇ ਹੋ ਗਏ, ਹਰਮਨ ਵੱਡਾ ਹੋ ਗਿਆ, ਸਾਰਾ ਘਰ-ਬਾਰ ਸਾਂਭ ਕੇ, ਹੁਣ ਉਹਨਾਂ ਨੇ ਮੈਨੂੰ ਦਿੱਤਾ ਸਮਾਂ। ਹਰਮਨ ਨੇ ਇਹ ਗੱਲ ਕਹੀ ਕਿ ਨਾ ਬਾਪੂ ਤੂੰ ਸਾਡੇ ਲਈ ਇੰਨਾ ਕੁਰਬਾਨ ਕੀਤਾ ਨਾ ਸਮਾਂ, ਹੁਣ 2 ਸਾਲ ਕਬੂਤਰ ਉਡਾ ਦੂੰ। ਠੀਕ ਹੈ ਜੀ, ਜੋ ਤੇਰਾ 1 ਮਿੰਟ ਦਾ ਟਾਈਮ ਮੈਂ ਘਰੇ ਨਹੀਂ ਆਉਂਦਾ। ਸਹੀ ਹੈ, ਰੋਟੀ ਵੀ ਮੇਰੀ ਇੱਥੇ ਹੀ ਹੁੰਦੀ ਆ, ਰਹਿਣਾ ਵੀ ਸਾਧਨ ਕਬੂਤਰਾਂ ਦੀਆਂ, ਜੋੜੇ ਵੀ ਆਪ ਮਿਲ ਲਿਆ, ਬੱਚੇ ਵੀ ਆਪ ਕਢਾਇਆ, ਉਡਾਊਂਗਾ ਵੀ ਆਪ। ਸਹੀ ਹੈ, ਆਪਦੇ ਵੱਲੋਂ ਕभी ਨਹੀਂ ਛੱਡਦਾ, ਬਾਕੀ ਜਿਹੜਾ ਫੜ ਲੈਣਾ ਮਾਰ ਵੀ ਲਵਾਂਗੇ। 1 ਸਾਲ ਤੋਂ ਪਹਿਲਾਂ ਤੁਸੀਂ ਪੋਸਟ ਪਾਈ ਸੀ ਜੀ, ਹਾਂ ਵੀ ਆਪਾਂ ਜੀ ਕਬੂਤਰ ਛੱਡ ਰਹੇ ਆ। ਨਹੀਂ ਛੱਡ ਨਹੀਂ ਰਹੇ। ਹਾਂਜੀ, ਵੀ ਉਦੋਂ ਪਤਾ ਉਦੋਂ ਪ੍ਰੋਬਲਮ ਆਈ ਸੀ ਨਾ ਫੈਮਿਲੀ ਦੀ, ਵੀ ਉਹਦੇ ਚ ਇਹ ਲਿਖਿਆ ਸੀ ਵੀ ਜਿਹੜੀ ਕਬੂਤਰਬਾਜ਼ੀ ਹੈ ਨਾ, ਨਹੀਂ ਉਹ ਪਤਾ ਸਮਝ ਗੱਲ, ਉਹ ਚ ਇਹ ਲਿਖਿਆ ਸੀ ਜਿਹੜੀ ਕਬੂਤਰਬਾਜ਼ੀ ਆ ਇਹ ਵਿਹਲੇ ਬੰਦੇ ਦਾ ਤੇ ਕਬੀਲਦਾਰੀ ਤੋਂ ਫ੍ਰੀ ਬੰਦੇ ਦਾ ਕੰਮ। ਸਹੀ ਹੈ, ਇਹ ਲਿਖਿਆ ਸੀ। ਸਹੀ ਹੈ ਜੀ। ਉਹਦੇ ਚ ਫਿਰ ਬਾਹਲੇ ਲੋਕਾਂ ਨੂੰ ਆਏ ਹੋ ਗਿਆ ਵੀ ਪਤਾ ਨਹੀਂ ਮੈਂ ਛੱਡ ਗਿਆ ਬੰਦਾ। ਮੈਂ ਤਾਂ ਹੀ ਮੈਂ ਕਿਹਾ ਅੱਜ ਆਪਾਂ ਜਿਹੜੇ ਮਨ ਦੇ ਵਿੱਚ ਆਈਆਂ ਗੱਲਾਂ ਕਲੀਅਰ ਕਰ ਦਈਏ ਵੀ ਵਿਕਰ ਮੈਦਾਨ ਦੇ ਵਿੱਚ ਖੜਾ ਆ, ਬਾਜ਼ੀਆਂ ਛੱਡੂ ਇਸ ਵਾਰ। ਬਿਲਕੁਲ ਜੀ, ਠੀਕ ਹੈ। ਉਹਦੇ ਚ ਨਾ ਮੈਂ ਦੱਸਦਾ, ਇੱਕ ਤਾਂ ਹੁਣ ਪ੍ਰੋਪਰ ਮੇਰੇ ਕੋਲ ਟਾਈਮ ਬਹੁਤ ਆ ਕਬੂਤਰਬਾਜ਼ੀ ਦਾ। ਠੀਕ ਹੈ ਜੀ। ਇੱਕ ਬਰੀਡਿੰਗ ਸਾਡੇ ਕੋਲ ਨਸਲ ਬਹੁਤ ਵਧੀਆ ਹੈ, ਮੈਂ ਬਹੁਤ ਧੰਨਵਾਦ ਕਰਦਾ ਬਾਈ ਰੂਪਾ ਸਮਾਲ ਸਰ, ਹਾਂ ਜਗਰੂਪ ਸਿੰਘ ਰੂਪਾ ਸਮਾਲ ਸਰ ਤੇ ਜਸਪ੍ਰੀਤ ਦਾ। ਠੀਕ ਹੈ ਜੀ। ਲੋਕਾਂ ਨੇ ਨਾ ਉਹਨਾਂ ਨੂੰ ਬੜਾ ਕਿਹਾ ਬਾਈ ਦਾ ਕਬੂਤਰ ਬਹੁਤ ਵੇਚਦੇ, ਗਾਹਾਂ ਵੇਚੀ ਜਾਂਦੇ, ਤੁਸੀਂ ਉਹਨੂੰ ਕਬੂਤਰ ਲਈ ਜਾਂਦੇ ਹੋ। ਸਹੀ ਹੈ। ਪਰ ਜਿਹੜਾ ਜਸਪ੍ਰੀਤ ਨੂੰ ਬਹੁਤ ਸੁਲਝਿਆ ਬੰਦਾ, ਉਹ ਕਹਿੰਦਾ ਵੀ ਉਹਦੀ ਮਜਬੂਰੀ ਸੀ, ਉਹਨੇ ਦੇ ਕੇ ਜਿਹੜਾ ਸਾਡਾ ਪਿਆਰ ਹੈ ਸਾਨੂੰ ਨਹੀਂ ਦੇ ਦੇਵਾਂਗੇ। ਮੈਂ ਧੰਨਵਾਦ ਕਰਦਾ ਉਹਨਾਂ ਦੇ, ਤੇ ਉਹਨਾਂ ਨੇ ਮੈਨੂੰ ਹੁਣ ਵੀ ਕਬੂਤਰ ਦਿੱਤੇ ਯਾਰ। ਇਹ ਵੀ ਗੱਲ ਨਾਲ ਕਹਿੰਦੇ ਆ, ਦੇਖੋ ਉਧਰੋਂ ਨਸਲ ਵੱਲੋਂ ਮੈਨੂੰ ਕੋਈ ਕਮੀ ਨਹੀਂ ਗਈ, ਸਹੀ ਹੈ, ਇਧਰੋਂ ਮੇਰੀ ਮਿਹਨਤ ਵੱਲੋਂ ਕੋਈ ਕਮੀ ਨਹੀਂ ਗਈ, ਉੱਪਰੋਂ ਕਹਿਰ ਵੱਲੋਂ ਬਾਈ ਜੀਤਾ ਜਾਂਦਾ ਰਹੇ, ਤੇ ਉਧਰ ਬਾਈ ਦਰਸੀ ਦੂਸਰ ਵੱਲੋਂ। ਸਹੀ ਹੈ ਜੀ। ਅਸੀਂ ਆਪਦੇ ਆਪ 'ਚ ਪੂਰੇ ਆ। ਠੀਕ ਹੈ ਜੀ। ਸਾਡਾ ਕੰਮ ਤਾਂ ਮਿਹਨਤ ਕਰਨਾ, ਮੈਂ ਫੜ ਲਾਉਣ ਦਾ ਮਾਲਕ ਦਾ ਕੰਮ। ਹੁਣ ਮੈਂ ਕਹੀ ਜਾਵਾਂ, ਹੁਣ ਮੇਰੇ ਕੋਲ ਸਾਰੀਆਂ ਗੱਲਾਂ ਪੂਰੀਆਂ, ਮੈਂ 2022 ਚ ਆਏ ਕਰ ਦੂੰ, ਉਹ ਕਰ ਦੂੰ, ਪਹਿਲਾਂ ਤਾਂ ਸਾਹਮਣੀਆਂ ਜਿਹੜੀਆਂ ਨੇ ਮਹੀਨੇ 2 ਰਹਿ ਕੇ ਵਾਰੀਆਂ ਨੇ। ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ, ਇਹ ਤਾਂ ਹੈ। ਇਹ ਵਧੀਆ ਗੱਲ ਹੈ ਜੀ, ਕਿਉਂਕਿ ਜਿਹੜੀ ਮਿਹਨਤ ਆ ਹਮੇਸ਼ਾ ਇਹੀ ਫਲ ਲਾਉਂਦੀ ਆ। ਹੁਣ ਤੁਸੀਂ ਜੀ ਆ ਗੱਲ ਕਰੀ ਆ ਕਹਿਰ ਦੀ ਤੇ ਦੁਸਰ ਦੀ, ਇਹਦੇ ਬਾਰੇ ਵੀ 1 ਮਿੰਟ ਆਪਾਂ ਗੱਲ ਕਰਦੇ ਹਾਂ। ਜਿਵੇਂ ਤੁਸੀਂ ਦੱਸਿਆ ਕਿ ਕਹਿਰ ਦੇ ਵਿੱਚ ਉਸਤਾਦ ਜੀਤਾ ਚੰਨਣਵਾਲ ਜੀ ਤੇ ਦੁਸਰ ਦੇ ਵਿੱਚ ਭਾਈ ਰੂਪਾ ਦਰਸੀ ਜੀ। ਤੇ ਜਿਵੇਂ ਆਪਣਾ ਕਹਿਰ ਦੀ ਗੇਮ ਜਿਹੜੀ ਆ ਕੱਲੀ ਉਸਤਾਦ ਜੀਤੇ ਚੰਨਣਵਾਲ ਵਾਲੀ ਆ, ਜਾਂ ਤੁਸੀਂ ਹੋਰ ਵੀ ਕਿਸੇ ਖਿਡਾਰੀ ਤੋਂ ਕੁਝ ਸਿੱਖਿਆ ਜੀ? ਸੰਤੋਸ਼ ਸੀਗੇ ਜੀ, ਉਤੋਂ ਗੇਮ ਹੀ ਬਹੁਤ ਤਗੜੀ ਵਾਲੀ ਹੋਊਗਾ। ਅੱਛਾ ਜੀ। ਉਸ ਲਾਈਨ ਵਾਲੀ। ਹੁਣ ਬਾਕੀ ਦਾ ਸਮੇਂ ਦੇ ਨਾਲ ਨਾ ਪਤਾ ਕੀ ਹੈ, ਦੇਖੋ ਜਦੋਂ ਅਸੀਂ ਉਦੋਂ ਕਬੂਤਰ ਡਾਉਂਦੇ ਸੀ ਉਦੋਂ ਬਾਜ਼ੀਆਂ ਬੜੇ ਟਾਈਮ ਨਾਲ ਮੁੱਕ ਜਾਂਦੀਆਂ ਸੀ। ਬਿਲਕੁਲ, ਠੀਕ ਹੈ ਨਾ। ਉਦੋਂ ਇਹ ਦੱਸੋ ਵੀ ਖਿਡਾਰ ਚ ਕਮੀ ਸੀ ਜਾਂ ਟੈਂਪਰੇਚਰ ਦਾ ਚੱਕਰ ਸੀ? ਨਹੀਂ, ਉਦੋਂ ਲੋਕਾਂ ਨੂੰ ਇੰਨਾ ਧਿਆਨ ਨਹੀਂ ਸੀ ਕਬੂਤਰਬਾਜ਼ੀ ਜਿੰਨਾ ਹੁਣ ਦਾ। ਹੁਣ ਤਾਂ ਲੋਕ ਸਮਰਪਿਤ ਹੋ ਗਏ ਕਬੂਤਰਬਾਜ਼ੀ ਨੂੰ। ਸਹੀ ਗੱਲ ਹੈ, ਠੀਕ ਹੈ ਨਾ। ਉਦੋਂ ਸ਼ੌਕ ਸੀ, ਹੁਣ ਬਿਜ਼ਨਸ ਬਣ ਗਿਆ। ਬਾਕੀ ਜਿਹੜੇ ਬਾਹਰਲੇ ਇਹਨਾਂ ਦੇ ਜਦੋਂ ਇਨਵੋਲਵ ਹੋ ਗਏ, ਉਹਨਾਂ ਨੇ ਬੜਾ ਨੂੰ ਗੇਮ ਨੂੰ ਉੱਪਰ ਲੈ ਗਏ। ਵਧੀਆ ਨਾਮ, ਬਾਹਰੋਂ ਮੈਡੀਸਨ, ਹਰ ਸਹੂਲਤ। ਅੱਜ ਵੀ ਆਪਾਂ ਬੈਠੇ ਆ ਤੇ ਜਨਰਲ ਕਰਕੇ ਸੁੱਖੇ ਨੇ ਭੇਜਿਆ ਤੁਹਾਨੂੰ, ਤਾਂ ਹੀ ਬੈਠੇ ਆ। ਸਹੀ ਹੈ ਜੀ। ਉਹ ਉਹਨਾਂ ਨੇ ਗੇਮ ਨੂੰ ਨਾ ਬੜਾ ਉੱਪਰ ਲੈ ਕੇ ਡੀਪਲੀ ਸੋਚਦੇ ਇਹਦੇ ਬਾਰੇ। ਉਹ ਬਿਲਕੁਲ, ਉਹ ਜਦੋਂ ਮੈਡੀਸਨ ਭੇਜਦੇ ਆ, ਖੁਰਾਕਾਂ ਹੋ ਗਈਆਂ, ਕੰਪੀਟੀਸ਼ਨ ਵਧ ਗਿਆ, ਨਾਮ ਵੱਡੇ ਹੋ ਗਏ, ਤੇ ਲੋਕਾਂ ਦੇ ਹੋਰ ਗੌਰ ਵਧਾਤੀ, ਵਪਾਰੀਆਂ ਲੰਮੀਆਂ ਉੱਡਣ ਲੱਗ ਗਏ। ਬਈ ਜਿਵੇਂ ਤੁਸੀਂ ਹੁਣ ਕਿਹਾ ਕਿ ਆਪਣਾ ਨਾ ਇੱਕ ਟਾਰਗੇਟ ਸੀ ਉਸਤਾਦ ਵਿੱਕੀ ਗਾਮੀਵਾਲ ਜੀ ਤੇ ਉਸਤਾਦ ਗੁਲਜ਼ਾਰ ਸਿਰਮਾ ਜੀ। ਤੁਹਾਡਾ ਕਦੀ ਇਹਨਾਂ ਦੇ ਨਾਲ ਵੀ ਇਦਾਂ ਹੋਇਆ ਵੀ ਕਿਤੇ ਕਬੂਤਰ ਫਸਿਆ ਹੋਵੇ, ਤੁਸੀਂ ਛੱਡਿਆ ਹੋਵੇ, ਕੋਈ ਫਸਿਆ ਹੋਵੇ ਕਿਸੇ ਮੈਚ ਦੇ ਵਿੱਚ?
ਸਾਡੇ ਤਾਂ ਵੱਡੇ ਨੇ ਸਤਿਕਾਰਯੋਗ ਨੇ ਤਾਂ ਉੱਤੋਂ ਤਾਂ ਸੂਰਜ ਪੜ੍ਹਨ ਨਹੀਂ, ਵਾਲੀ ਗੱਲ ਮਤਲਬ- ਅਸੀਂ ਉਹਨਾਂ ਬਾਰੇ ਕੋਈ ਕਮੈਂਟ ਨਹੀਂ ਕਰ comment ਨਹੀਂ ਹੁੰਦਾ। ਉੱਡੇ ਆ, ਬਹੁਤ ਉੱਡੇ ਆ, ਬਾਜ਼ੀਆਂ ਵੀ ਜਿੱਤੀਆਂ ਨੇ। ਸਹੀ ਆ, ਉੱਡੇ ਨੇ ਕਬੂਤਰ, ਬਾਜ਼ੀਆਂ ਵੀ ਜਿੱਤੀਆਂ ਨੇ। ਹੁਣ ਜਿਹਦੇ 25 ਵਾਲੀ ਬਾਜ਼ੀ ਸ਼ੁਰੂ ਸਟਾਰਟਿੰਗ 'ਚ ਹੋਈ ਆ ਚੇਤ ਸਿੰਘ ਵਾਲੇ, ਉਹ ਪੂਰੇ ਪੰਜਾਬ ਦੇ ਖਿਡਾਰੀ ਸੀ। ਸਹੀ ਆ, ਉਹ ਵਿੱਥ ਪਈ ਆ। ਸ਼ੇਰ ਸਿੰਘ ਵਾਲੇ ਕਹਿ ਕੇ ਜਿੱਤੀ ਬਾਜ਼ੀ, ਸਵੇਰੇ ਦਾ ਹਫਤਾ ਸੀ ਵੀ ਜਿਹਨੇ ਮਰਜ਼ੀ ਪੈਸੇ ਲਾਉਣੇ ਪੈਸੇ ਵੀ ਲਾ ਲਓ। ਸਹੀ ਆ, ਸਾਡਾ ਕੱਲਾ ਉੱਡੂਗਾ ਤੇ ਕੱਲਾ ਵੀ ਉੱਡਿਆ ਵਾ। ਸਹੀ ਆ। ਹੁਣ ਉਹ ਐਡੇ ਖਿਡਾਰੀ ਆ, ਉਹਨਾਂ ਦਾ ਆਪਾਂ ਨਹੀਂ ਕਮੈਂਟ ਨਹੀਂ ਕਰ ਸਕਦੇ ਉਹਨਾਂ ਬਾਰੇ। ਬਿਲਕੁਲ ਨਹੀਂ, ਉਹ ਆਪਾਂ ਸ਼ੁਰੂ 'ਚ ਕਹਿਣਾ ਵੀ ਆਪਣਾ ਟਾਰਗੇਟ ਸੀ ਵੀ ਆਪਾਂ ਉਹਨਾਂ ਦੇ ਬਰਾਬਰ ਆਪਾਂ ਕੁਝ ਕਰਕੇ ਦਿਖਾਣਾ ਹੈਗਾ ਨਾ। ਉਹ ਚੀਜ਼ਾਂ ਹੁੰਦੀਆਂ ਫਿਰ ਦਿਮਾਗ 'ਚ ਹੁੰਦਾ ਵੀ ਆਪਾਂ ਇਹਨਾਂ ਦੇ ਕਿਤੇ ਕਬੂਤਰ ਛੱਡਿਆ, ਸਾਡਾ ਵੀ ਉੱਥੇ ਛੱਡੋਵੇ। ਪਹਿਲੀ ਗੱਲ ਤੇ ਜਦੋਂ ਛੋਟਾ ਖਿਡਾਰੀ ਹੁੰਦਾ ਆ, ਇੱਕ ਨੈਚੁਰਲੀ ਗੱਲ ਜੀ, ਹੁਣ ਤੁਹਾਨੂੰ ਦੱਸ ਦਈਏ, ਕਿਤੇ ਚੰਗੀ ਬਾਜੀ ਹੁੰਦੀ ਆ ਨਾ, ਉੱਥੇ ਮਾੜੇ ਖਿਡਾਰੀ ਦੀ ਤੇ ਜਿਹੜਾ ਨਾਂ ਨਹੀਂ ਹੁੰਦਾ, ਕਬੂਤਰ ਭਾਵੇਂ ਉਹ ਕੋਲ ਲੱਖ ਦਰਜੇ ਚੰਗਿਆ ਖਿਡਾਰ, ਲੱਖ ਚੰਗੀ ਆ, ਉਹਨੂੰ ਐਂਟਰੀ ਨਹੀਂ ਮਿਲਦੀ। ਜੇ ਕੋਈ ਟਰੈਕਟਰ ਦੀ ਬਾਜੀ ਹੁੰਦੀ ਜਾਂ ਕੋਈ ਬਾਜੀ ਹੁੰਦੀ ਆ, ਉਹਦੇ ਵਿੱਚ ਪਹਿਲਾਂ ਤਾਂ ਉਹ ਆਪਣੇ ਦੇਸ਼ ਦੇ ਵਾਕਫ ਬੰਦੇ ਕਿੰਨੇ ਗਾ ਬਈ ਇਹਨਾਂ ਦੀਆਂ ਐਂਟਰੀਆਂ ਲਓ, ਬਾਕੀਆਂ ਬਾਅਦ 'ਚ ਦੇਖਾਂਗੇ। ਇੱਕ ਗੱਲ ਇਹ ਪੱਕੀ ਹੋਣੀ ਚਾਹੀਦੀ ਆ ਬਈ ਵੀ ਐਂਟਰੀ ਜਿਹੜੀ ਹੈਗੀ ਆ ਨਾ, ਜੇਕਰ ਤੁਸੀਂ ਦੂਜੀ ਪਾਰਟੀ ਦੀਆਂ ਕਿਸੇ ਦੀਆਂ ਵੀ ਲੈਂਦੇ ਹੋ ਨਾ, ਇੱਕ ਨਾ ਏਰੀਆ ਦੇ ਹਿਸਾਬ ਨਾਲ ਐਂਟਰੀਆਂ ਥੋੜੀਆਂ ਡਿਵਾਈਡ ਕਰ ਦਿਓ। ਇਹ ਜਿਹੜੀ ਇਹ ਗੱਲ ਆ ਨਾ, ਇਹ ਗੱਲ ਤੇ ਵੀ ਆਪਾਂ ਕਮੈਂਟ ਨਹੀਂ, ਇਹ ਤਾਂ ਬਾਜੀ ਕਰਾਉਣ ਵਾਲੇ ਤੇ ਡਿਪੈਂਡ ਕਰਦਾ। ਕਿਉਂ ਖਿਡਾਰੀ ਇੰਨੇ ਆ ਪੰਜਾਬ 'ਚ, ਆਪਾਂ ਉਹ ਇੱਕ ਵਾਈਸ ਐਂਟਰੀ ਨਹੀਂ ਕਰ ਸਕਦੇ ਨੇ। ਦੇਖੋ ਜੀ, ਹੁਣ ਸਾਰੀਆਂ ਬਾਜ਼ੀਆਂ ਜਿੰਨੀਆਂ ਮੋਟੀਆਂ, ਉਹਦੇ ਵਿੱਚ ਮੇਨ ਖਿਡਾਰੀ ਜਿਹੜੇ ਹਰ ਬਾਜੀ 'ਚ ਉਹੀ ਦਿਖਾਈ ਦੇਣਗੇ। ਨਵੇਂ ਖਿਡਾਰੀਆਂ ਨੂੰ ਵੀ ਮੌਕਾ ਬਹੁਤ ਬਾਜ਼ੀਆਂ ਇਹੋ ਜਿਹੀਆਂ ਹੈਗੀਆਂ। ਹੁਣ ਜਿਵੇਂ ਸਾਰੀਆਂ ਵੱਡੀਆਂ ਵਿੱਚ ਅਸੀਂ ਵੀ ਐਂਟਰ ਨਹੀਂ, ਸਾਰੀਆਂ ਵੱਡੀਆਂ ਵਿੱਚ ਗੁਲਜ਼ਾਰ ਵੀ ਐਂਟਰ ਨਹੀਂ ਹੋਣਾ। ਠੀਕ ਹੈ ਜੀ। ਬਾਹਲੀਆਂ ਵੱਡੀਆਂ ਵਿੱਚ ਮੋਰ ਵੀ ਐਂਟਰ ਨਹੀਂ ਹੋਣਾ। ਬਿਲਕੁਲ। ਉਦੋਂ ਵੱਡੀਆਂ ਬਾਈ ਵਿੱਕੀ ਵੀ ਨਹੀਂ ਹੋਣਾ। ਬਿਲਕੁਲ। ਇਹ ਜ਼ਰੂਰੀ ਨਹੀਂ ਕਿ ਸਾਰੇ ਖਿਡਾਰੀ ਪੈਕ ਵਾਈਜ਼ ਐਂਟਰ ਕਰ ਲਾਂਗੇ। ਖਿਡਾਰੀ ਇੰਨੇ ਹੋ ਗਏ ਹੁਣ ਤਾਂ ਹਰ ਬੰਦਾ ਖਿਡਾਰੀ ਆ। ਕਿਸੇ ਨੂੰ ਪੇ ਨਹੀਂ ਕਰਦੇ ਕੋਈ ਨਾੜੀ ਆ ਜਿਹੜਾ ਸਵੇਰੇ ਪੰਜਾਬ ਲੈ ਕੇ ਚੱਲਦਾ, ਇੰਨੀਆਂ ਐਂਟਰੀਆਂ ਦੀ ਇੰਨੀ ਗੌਰ ਉਹ ਖਿਡਾਰੀ ਹੈ ਨਹੀਂ। ਬਿਲਕੁਲ। ਸਾਰਿਆਂ ਨੂੰ ਕਰ ਸਕਦੇ। ਹਾਂ, ਇਸ ਤਰ੍ਹਾਂ ਹੋ ਸਕਦਾ ਵਾ ਵੀ ਜੇ ਆਪਾਂ 4 ਬਾਜ਼ੀਆਂ ਕਰਾਉਣੀਆਂ ਨਾ, ਜਿਹਨਾਂ ਨੂੰ ਪਹਿਲੇ ਨਹੀਂ ਮੌਕਾ ਮਿਲਿਆ ਉਹਨਾਂ ਨੂੰ ਡਿਊਟੀ ਦੇ ਦਿਓ। ਬਸ ਇਹੀ ਗੱਲ ਮੈਂ ਕਹਿਣਾ ਚਾਹ ਰਿਹਾ ਸੀ ਵੀ ਉਹ ਨਾ ਅਲੱਗ ਡਿਵਾਈਡ ਕਰ ਦਿਓ ਜੀ। ਇਹ ਸਿਸਟਮ ਤੁਰਿਆ ਬਾਈ ਕੰਮ ਤੇ ਖਿੜਕੀਆਂ ਵਾਲੇ। ਠੀਕ ਹੈ ਜੀ। ਮੈਂ ਵਰਾ ਦੇ ਖਿੜਕਾ ਕਿੰਦਰ ਜਿਹੜੇ ਉਹ ਘਰ ਚ ਉਹਨਾਂ ਨੇ ਕਲੱਬ ਬਣਾਇਆ। ਹਾਂਜੀ। ਉਹਨਾਂ ਨੇ 3 ਬਾਜ਼ੀਆਂ ਕਰਾਉਣੀਆਂ। ਠੀਕ ਹੈ ਜੀ। ਵਧੀਆ ਨਾਮ ਦੇਣਾ। ਉਹਨੇ ਪਹਿਲੀ ਬਾਜ਼ੀ ਕਰਾਈ, ਚਲੋ ਮੇਰੀ ਉਹਦੀ ਐਂਟਰੀ ਹੋ ਗਈ। ਠੀਕ ਹੈ ਜੀ। ਉਹਨੇ 4 ਟਰੈਕਟਰ ਦੇਣਾ ਖਿੜਕੀਆਂ ਵਾਲੇ। ਠੀਕ ਹੈ। ਜਦੋਂ ਫਿਰ ਦੂਜੀ ਬਾਜ਼ੀ ਕਰਾਈ, ਉਹਨਾਂ ਨੇ ਪਹਿਲਾਂ ਹੀ ਇੱਕ ਰਿਕਾਰਡਿੰਗ ਪਾਈ ਵੀ ਜਿਹੜੇ ਬੰਦੇ ਪਹਿਲੀ ਬਾਜ਼ੀ 'ਚ ਐਂਟਰ ਹੋ ਗਏ ਸੀ, ਉਹ ਬੰਦੇ ਕਲੱਬ 'ਚ ਐਂਟਰ ਨਹੀਂ ਕਰਨੇ, ਜਿਹੜੇ ਰਹਿ ਗਏ ਸੀ ਉਹਨਾਂ ਨੂੰ ਮੌਕਾ ਦੇਣਾ। ਬਿਲਕੁਲ ਜੀ। ਇਹ ਸਿਸਟਮ ਜੇ ਹੋਣ ਲੱਗ ਗਿਆ, ਸਾਰਾ ਮੌਕਾ ਮਿਲ ਜਾਏਗਾ। ਬਹੁਤ ਵਧੀਆ ਗੱਲ, ਵਧੀਆ ਸੋਚ। ਆਪਾਂ ਚੰਗੀ ਗੱਲ ਨੂੰ ਚੰਗੀ ਕਹਾਣੀ। ਮੈਂ ਉਹੀ ਗੱਲ ਕਰਦਾ ਸੀ, ਮੈਂ ਕਿਹਾ ਯਾਰ ਬੰਦਾ ਨਾ ਤਰਸ ਜਾਂਦਾ। ਇੱਕ ਹੋਰ ਗੱਲ ਪੋਸਟ ਪਾਈ ਹੁੰਦੀ ਆ, ਇੰਨੀ ਤਰੀਕ ਨੂੰ ਬਾਜੀ ਆ ਜੀ, ਉਹ 'ਚ ਨੰਬਰ ਦਿੱਤਾ ਹੁੰਦਾ। ਕਾਰਨ ਬਾਅਦ 'ਚ ਜਦੋਂ ਕੋਈ ਫੋਨ ਕਰਦਾ ਬਈ ਐਂਟਰੀਆਂ ਤਾਂ ਪੂਰੀਆਂ ਹੋ ਗਈਆਂ, ਬਾਈ ਪੋਸਟ ਨਾ ਪਾਓ ਜੇਕਰ ਐਂਟਰੀਆਂ ਪੂਰੀਆਂ ਹੋ ਗਈਆਂ। ਜੇਕਰ ਤੁਸੀਂ ਲੈ ਲਈਆਂ ਐਂਟਰੀਆਂ ਫਿਰ ਪੋਸਟ ਪਾ ਕੇ ਆਪਾਂ ਦਿਖਾਉਣਾ ਕੀ ਚਾਹੁੰਦੇ ਆ। ਚਲੋ ਜੀ, ਕਰ ਤਾਂ ਚੱਤਰਾ ਜਿਹੜਾ ਕੋਈ ਮੈਂ ਕਰਦਾ ਨਹੀਂ, ਫਿਰ ਚੰਗੀ ਗੱਲ ਨਹੀਂ ਨਾ ਹੈਗੀ। ਬੰਦਾ ਇੱਕ ਬੰਦੇ ਨੂੰ ਹਰਾਸਮੈਂਟ ਹੋਣਾ, ਜੇਕਰ ਐਂਟਰੀ ਤੁਸੀਂ ਲੈਣੀ ਨਹੀਂ ਨਾ, ਤੁਹਾਡੀਆਂ ਐਂਟਰੀਆਂ ਪੂਰੀਆਂ ਹੋ ਗਈਆਂ, ਵੈਸੇ ਹੀ ਪੋਸਟ ਤੇ ਤਾਂ ਪਾਈ ਜਾਂਦੀ ਆ ਕਿ ਜੇ ਕਿਸੇ ਨੇ ਐਂਟਰੀਆਂ ਦੇਣੀਆਂ ਹੋਣ, ਬਾਈ ਜੀ ਐਂਟਰੀ ਆ ਕੇ ਦੇ ਸਕਦਾ। ਸੈਣੀ ਸਾਹਿਬ ਇੱਥੇ ਜਿਹੜੇ ਬਦਵਾਨ ਬੈਠੇ ਆ ਨਾ, ਰਿਕਾਰਡਿੰਗ ਸੁਣ ਕੇ ਪਿਛਲੇ ਕਿੰਨੇ ਕਮੈਂਟ ਆ ਜਾਣੇ ਆ। ਹਾਂਜੀ। ਆਪਾਂ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ। ਉਹ ਤਾਂ ਹੈ। ਉਹ ਕੀ ਸੋਚ ਕੇ ਪਾਉਂਦੇ ਨੇ, ਉਹਨਾਂ ਦੀ ਆਪਣੀ ਮੈਂਟੈਲਿਟੀ ਆ, ਉਹਨਾਂ ਸੋਚੀ ਗੱਲ ਜਾਂ ਕੀ ਸੋਚ ਕੇ ਪਾਉਂਦੇ। ਹੁਣ ਆਪਾਂ ਇੱਥੇ ਪਾਣੀ ਦੇ ਨਾ ਰੱਖ ਦੋ ਗਲਾਸ। ਹਾਂਜੀ। ਅੱਧਾ ਗਲਾਸ ਨੂੰ ਪਾਣੀ ਨਾਲ ਭਰ ਦਿਓ। 50 ਬੰਦੇ ਨੂੰ ਤੁਸੀਂ ਸੁਣੋ ਕਹਿਣਗੇ ਗਲਾਸ ਅੱਧਾ ਭਰਿਆ ਪਾਣੀ ਦਾ, ਤੇ 50 ਕਹਿਣਗੇ ਅੱਧਾ ਖਾਲੀ ਆ। ਸੱਚਾ ਤਾਂ 100 ਹੀ ਆ। ਸਹੀ ਹੈ। ਇਹਦਾ ਆਪਣੀ ਸੋਚਣ ਦੀ ਮੈਂਟੈਲਿਟੀ ਆਪਾਂ ਕਿਵੇਂ ਸੋਚਦੇ ਆ ਵੀ ਭਰਿਆ ਹੈ, ਨੈਗੇਟਿਵ ਸੋਚਦੇ ਆ ਜਾਂ ਪੋਜ਼ਿਟਿਵ ਸੋਚਦੇ ਆ। ਕਿਉਂਕਿ ਮੈਂ ਬਾਈ ਹਰ ਥਾਂ ਤੇ ਜਾਣਾ ਨਾ, ਮੈਂ ਹਰ ਕਿਸੇ ਦੀ ਸੁਣਦਾ ਹੁੰਨਾ, ਹਰ ਕਿਸੇ ਤੋਂ ਪੁੱਛਦਾ ਹੁੰਨਾ ਵੀ ਇਹਦੇ ਦਿਲ 'ਚ ਕੀ ਹੈਗਾ, ਕਿੱਥੇ ਬੋਲਦਾ, ਕੌਣ ਕੀ ਕਹਿੰਦਾ। ਤੇ ਜਿਹੜੇ ਆਪਣੇ ਖਿਡਾਰੀ ਹੁੰਦੇ ਆ ਨਾ, ਜਿਹੜੇ ਇਸ ਟਾਈਮ ਉੱਠ ਰਹੇ ਜਾਂ ਜਿਹੜੇ ਵਧੀਆ ਕਬੂਤਰ ਵੀ ਡਾਂਦੇ ਆ, ਉਹਨਾਂ ਦੇ ਦਿਲ ਵਿੱਚ ਕਈ ਵਾਰ ਆ ਜਾਂਦਾ, ਕਹਿੰਦੇ ਯਾਰ ਪੋਸਟਰ ਤੇ ਪਾਈ ਹੁੰਦੀ ਪਰ ਐਂਟਰੀ ਨਹੀਂ ਹੋਣੀ, ਪਹਿਲਾਂ ਹੀ ਕਹਿ ਦਿੰਦੇ ਆ। ਮੈਂ ਕਿਹਾ ਉਹ ਕਿਉਂ? ਕਹਿੰਦੇ ਯਾਰ ਉਹ ਤਾਂ ਪਹਿਲਾਂ ਪੂਰੀਆਂ ਹੁੰਦੀਆਂ, ਉਹ ਤਾਂ ਕਹਿੰਦੇ ਲੋਕਾਂ ਨੂੰ ਦਿਖਾਵਾ ਕਰਨ ਲਈ ਨਾ ਬਾਹਲੇ ਬੰਦੇ ਇਦਾਂ ਪਾ ਦਿੰਦੇ। ਕਹਿੰਦੇ ਵੀ ਜੇਕਰ ਆਪਣੀਆਂ ਚਲੋ ਕਰਾਓ ਮੈਚ, ਇਹ ਨਹੀਂ ਆ ਤੁਸੀਂ ਨਹੀਂ ਲਾਣੀ ਨਾ ਲਓ, ਬਟ ਪੋਸਟ ਪਾ ਕੇ ਆਪਣਾ ਨੰਬਰ ਦੇ ਕੇ ਇਹ ਤਾਂ ਨਾ ਸ਼ੋਅ ਕਰੋ ਜੀ ਇੱਥੇ ਮੈਚ ਤੇ ਫੋਨ ਕਰਨਗੇ ਲੋਕ, ਫਿਰ ਉਹਦੇ ਤੇ ਕਰਨਗੇ ਨਾ ਜੀ। ਅਸੀਂ ਵੀ ਕਰ ਦਾਂਗੇ, ਸਾਨੂੰ ਵੀ ਪਤਾ ਲੱਗ ਜਾਊਗਾ। ਨੈਚੁਰਲੀ ਗੱਲ ਆ। ਜੇਕਰ ਤੁਹਾਡੀਆਂ ਐਂਟਰੀਆਂ ਪੂਰੀਆਂ ਫੇਰ, ਹਾਂ ਜੇ ਤੁਸੀਂ ਐਂਟਰੀਆਂ ਲੈਣੀਆਂ ਫਿਰ 100 ਦਰਜੇ ਪਾਓ, ਨੰਬਰ ਵੀ ਪਾਓ, ਸਭ ਕੁਝ ਕਰੋ। ਤੇ ਲੋਕਾਂ ਨੂੰ ਮਤਲਬ ਕਹਿੰਦਾ ਇੱਕ ਦਿਲ ਦਿਖਾਉਣ ਵਾਲੀ ਗੱਲ ਹੋ ਜਾਂਦੀ ਬੰਦਾ ਜਦੋਂ ਫੋਨ ਕਰਦਾ ਹੈਗਾ ਆ ਜੀ। ਤੇ ਇੱਕ ਹੋਰ ਚੀਜ਼, ਤੁਹਾਡੇ ਹਿਸਾਬ ਦੇ ਨਾਲ, ਪਿੰਡ ਦੇ ਹਿਸਾਬ ਦੇ ਨਾਲ, ਜੋ ਛੋਟਾ ਜਾਂ ਵੱਡਾ ਆ, ਇੱਕ ਮੈਚ ਦੇ ਵਿੱਚ ਕਿੰਨੇ ਕਬੂਤਰ ਜਾਇਜ਼ ਉੱਡਣੇ ਚਾਹੀਦੇ ਆ? ਜੇ ਵਧੀਆ ਬਾਜੀ ਕਰਾਉਣੀ ਆ ਨਾ, ਕਬੂਤਰ 50-60 ਹੀ ਬਹੁਤ ਨੇ। 50-60 ਬਹੁਤ ਨੇ। ਬਹੁਤ ਨੇ 50-60। ਠੀਕ ਹੈ ਜੀ। ਜੇ ਆਪਾਂ ਨਾਮ ਵੱਡਾ ਰੱਖ ਲਿਆ, ਆਪਾਂ ਉਹਦੇ ਕਬੂਤਰ ਬਾਲੇ ਕਰ ਲਏ, ਕੋਈ ਉਨੀ ਦੀ ਗੱਲ ਹੋਊਗੀ ਨਾ ਤਾਂ ਬਦਨਾਮੀ ਬਾਜੀ ਕਰਵਾਉਂਦੀ ਹੋ ਜਾਂਦੀ ਹੈ ਤੇ ਨਾਲੇ ਛੱਡਣ ਵਾਲੀ ਹੋ ਜਾਂਦੀ ਹੈ। ਕਈ ਵਾਰ ਪਤਾ ਕੀ ਹੁੰਦਾ, ਜੱਜਮੈਂਟ ਜੇ ਹੁਣ ਕਬੂਤਰ 200 ਹੋ ਗਏ ਤੇ ਕਾਪੀ ਵਾਲਾ ਬੰਦਾ ਕੀ ਕਰੂਗਾ? ਜ਼ਿਆਦਾ ਸਹਿਯੋਗ ਹੀ ਨਾ ਹੋਏ ਪਿੰਡ ਵੱਲੋਂ, ਫਿਰ ਵੀ ਕਿਸੇ ਦੀ ਕਿੰਤੂ ਕਿਸੇ ਪਰੰਤੂ ਰਹੀ ਜਾਂਦੀ ਆ। ਜੇ ਮੈਂ ਤਾਂ ਇਹ ਸੋਚਦਾ ਹੁੰਦਾ ਵੀ ਜੇ ਤੁਸੀਂ 2 ਲੱਖ ਰੁਪਇਆ ਨਾਮ ਦਿੰਦੇ ਹੋ ਨਾ, ਕਬੂਤਰ 200 ਐਂਟਰ ਕਰਦੇ ਹੋ, 50-50 ਹਜ਼ਾਰ ਵਾਲੇ 4 ਨਾਮ ਦੇ ਕੇ ਉਹਦੇ 50-50 ਕਰਕੇ ਬਾਜ਼ੀਆਂ 4 ਬਾਜ਼ੀਆਂ ਕਰਾ, ਇੱਕ ਬੰਦਾ ਬੈਠ ਕੇ ਬਾਜੀ ਨਹੀਂ ਬੈਠੂ 50 ਕਬੂਤਰਾਂ
ਇਦਾਂ ਆ ਫਿਰ ਉਹ ਜਿਹੜੇ ਚਾਰਾਂ ਚੋਂ ਜਿੱਤੇ ਹੋਣ, ਜੇ ਅਗਰ ਜਿੱਦਾਂ ਅਸੀਂ ਟਰੈਕਟਰ ਵੀ ਦੇਣਾ ਹੈ ਨਾ, ਜੇ 200 ਕਬੂਤਰ ਆ ਸਾਡੇ ਕੋਲ, ਉਹ ਚਾਰਾਂ ਦੇ ਉੱਪਰ ਵਾਲਾ ਕਬੂਤਰ ਚੱਕ ਲਓ, ਚਾਰਾਂ ਵਾਲੀਆਂ ਦਾ ਇੱਕ ਉਹਨਾਂ ਚਾਰਾਂ ਦਾ ਮੈਚ ਕਰਾ ਕੇ ਉਹਨੂੰ ਟਰੈਕਟਰ ਵੀ ਦੇ ਸਕਦੇ। ਫਿਰ ਤੇ 5-5 ਚੱਕ ਲਓ ਚਾਰਾਂ ਚੋਂ, ਫਿਰ ਵੀ 20 ਉੱਡਣਗੇ। ਹਾਂਜੀ, ਉਹ 20 ਤੋਂ ਦੁਬਾਰਾ ਐਂਟਰੀ ਲੈ ਕੇ ਬਟਾਣਾ ਫਿਰ ਉਹ ਫੈਸਲਾ ਹੋ ਜਾਊਗਾ, ਉਹ ਵੀ ਫੈਸਲਾ ਹੋ ਜਾਊਗਾ ਜੀ। ਸੁਧਾਰ ਤਾਂ ਗੇਮ 'ਚ ਕਰਨਾ ਪੈਣਾ ਜੀ, ਕਰਨਾ ਪੈਣਾ। ਪਤਾ ਵਾ ਕੀ ਆ, ਆਪਾਂ ਚਾਹੁੰਦੇ ਆ ਵੀ ਕਬੂਤਰਬਾਈ ਦਾ ਲੈਵਲ ਜਿਹੜਾ ਉੱਪਰ ਜਾਵੇ, ਇਹਦੇ ਵਿੱਚ ਕੋਈ ਵੀ ਮਤਲਬ ਵਿਤਕਰਾ ਨਾ ਹੋਵੇ, ਆਪਸੀ ਪ੍ਰੇਮ ਹੋਵੇ ਸਾਰਿਆਂ ਦਾ, ਇਹ ਚੀਜ਼ ਚਾਹੀਦੀ ਆ ਤੇ ਵਧੀਆ ਗੱਲ ਆ। ਤੇ ਗੱਲ ਕਰੀਏ ਜੀ ਹੁਣ ਖਿਡਾਰ ਦੀ, ਆਪਣਾ ਇਹ ਸੀਜ਼ਨ ਦੇ ਵਿੱਚ ਤੇ ਗਰਮੀ ਪਈ ਨਹੀਂ, ਜੋ ਲੰਘਿਆ ਆਪਣਾ ਉਹੋ ਜੀ ਦੇਖਣ ਨੂੰ ਮਿਲੀ ਨਹੀਂ, 1-2 ਦਿਨ ਹੀ ਪਈ ਗਰਮੀ, ਤੇ ਕਬੂਤਰ ਲਗਭਗ ਸ਼ਾਮ ਨੂੰ ਕਈ ਰਹਿ ਜਾਂਦੇ ਸੀਗੇ, ਤੇ ਜਿਹੜੇ ਪਹਿਲਾਂ ਬਾਜ਼ੀਆਂ ਨਿਬੜ ਜਾਂਦੀਆਂ ਸੀਗੀਆਂ ਸੀ। ਇਹ ਮਤਲਬ ਕਿ ਜਿਹੜੀ ਖਿਡਾਰ ਹੈਗੀ ਹੈ, ਖਿਡਾਰ 'ਚ ਵਾਧਾ ਹੈ ਕਿ ਜਾਂ ਕਬੂਤਰਬਾਜ਼ੀ ਦੇ ਵਿੱਚ ਜਿਹੜੇ ਨਸਲ ਆ ਉਹਦੇ 'ਚ ਵਾਧਾ ਜੀ? ਇਹ ਖੇਡ 'ਚ ਹੀ ਬਹੁਤ ਹਰ ਚੀਜ਼ ਸੁਧਾਰ ਹੋ ਗਿਆ। ਠੀਕ ਹੈ ਜੀ, ਇਹਦੇ 4 ਮੋਰਜ਼ਨ ਨੇ, ਜੇ ਇਕੱਲੀ ਖੇਡ ਵੱਧ ਗਈ, ਜੇ ਨਸਲ ਨਹੀਂ ਇਕੱਲੀ ਖੇਡ ਵੀ ਕੀ ਕਰੂਗੀ? ਸਹੀ ਹੈ। ਜੇ ਖੇਡ ਵੀ ਆ, ਨਸਲ ਵੀ ਆ, ਆਪਾਂ ਮਿਹਨਤ ਨਹੀਂ ਕਰਦੇ, ਫਿਰ ਵੀ ਗੱਲ ਉੱਥੇ ਚਲੀ ਗਈ। ਨਸਲ ਵੀ ਆ, ਮਿਹਨਤ ਵੀ ਕਰਦੇ ਆ, ਖੇਡ ਵੀ ਆਪਣੀ ਕਿਸਮਤ ਦੀ ਸਾਥ ਦਿੰਦੀ, ਫਿਰ ਵੀ ਗੱਲ ਉੱਥੇ ਚਲੀ ਗਈ। ਹੁਣ ਸਾਡੇ ਕੋਲ ਸਾਰਾ ਕੁਝ ਹੀ ਆ, ਅਸੀਂ 20 ਬਾਜ਼ੀਆਂ ਛੱਡੀਆਂ, 20 ਦੀਆਂ 20 ਹਾਰ ਗਏ ਇਸ ਸਾਲ। ਬਾਅਦ ਚ ਕਬੂਤਰੀ ਉੱਡੀ ਸਾਡੀ, ਚਲੋ ਉਹਨੇ ਸਾਡੇ ਚਤਰਾ ਜੀ ਕਰਤਾ, ਦੂਸਰਾ ਉੱਡ ਗਈ, ਚਾਰ ਤਿੰਨ ਚਾਰ ਸਾਡਾ ਸ਼ੌਕ ਪੂਰਾ ਹੋ ਗਿਆ। ਅਸੀਂ ਖੇਡਦੇ ਆ ਸਿਰਫ ਸ਼ੌਕ ਪੂਰਾ ਕਰਨ ਲਈ, ਜਾਂ ਤਿਉਹਾਰ ਦੇ ਨਾਲ ਮਕਸਦ ਨਾਲ ਖੇਡਦੇ। ਇਹ 'ਚ ਪ੍ਰੋਬਲਮ ਪਤਾ ਕੀ ਹੈ, ਗਲਤੀਆਂ ਹੁੰਦੀਆਂ ਬੰਦੇ ਨੂੰ ਖੇਡ ਬੰਦਾ ਹਰਦਾ, ਸਾਤੋਂ ਵੀ ਕੋਈ ਗਲਤੀ ਹੋ ਗਈ, ਅਸੀਂ ਡਾਈਟ ਗਲਤ ਪਾਤੀ, ਕਬੂਤਰ ਗਲਤ ਹੋ ਗਿਆ ਤਾਂ ਉੱਲਾ ਮਾਰਦੇ ਲੱਭਦੇ ਸੀ, ਕਿੰਨੇ ਬੜਾ ਲੰਘ ਜਾਂਦੇ ਸੀ। ਸਹੀ ਹੈ, ਠੀਕ ਹੈ। ਫਿਰ ਉਸ ਤੋਂ ਬਾਅਦ ਅਸੀਂ ਫਿਰ ਕਿਸੇ ਮਗਰ ਲੱਗ ਗਏ, ਅਸੀਂ ਹੋਰ ਖੁਰਾਕ ਬਦਲ ਕੇ ਹੋਰ ਪਾਤੀ, ਉਹਦੇ ਨਾਲ ਬੈਰਸ ਆ ਗਿਆ ਕਬੂਤਰ। ਜੇ ਘਰੇ 7 ਉੱਡਿਆ ਕਰਨ, ਮਾਰ ਜਾ ਕੇ 2 ਵਜੇ ਬਹਿ ਜਾ ਕਰਨ, ਉਵੇਂ ਹੀ ਬਾਜ਼ੀਆਂ ਹਾਰ ਗਏ। ਪਰ ਹੁਣ ਜਿਹੜੀ ਗੱਲ ਅਸੀਂ ਹੁਣ ਅਸੀਂ ਫੂਕ ਪੈਰ ਧਰਦੇ ਆ, ਇੱਕ ਬਜ਼ੁਰਗ ਗੱਲ ਕਹਿੰਦੇ ਹੁੰਦੇ ਸੀ, ਕਹਿੰਦੇ ਜਿਹੜੀ ਅੱਗ ਤੋਂ ਡਰ ਜਾਂਦੀ ਹੈ ਨਾ, ਫਿਰ ਦੀਵੇ ਘਰੇ ਨਹੀਂ ਪੜਦੀ ਉਹ। ਸਹੀ ਹੈ। ਜੇ ਅਸੀਂ ਗਲਤੀਆਂ ਕਰ ਲਈਆਂ ਨਾ, ਹੁਣ ਗਲਤੀ ਦੀ ਗੁਜਾਇਸ਼ ਨਹੀਂ ਗਈ ਕਿਸੇ ਤਰ੍ਹਾਂ। ਇਹ ਜਿਹੜੀ ਗਲਤੀ ਜਿੱਦਾਂ ਆਪਾਂ ਗੱਲ ਕਰੀ ਆ, ਆਪਣਾ ਐਕਸਪੀਰੀਅੰਸ ਤੇ ਉਮਰ ਦਾ ਹੀ ਹੋ ਗਿਆ, ਆਪਾਂ ਫੇਰ ਵੀ ਜੀ ਇਹ ਗਲਤੀ ਵਾਲੇ ਸਾਈਡ ਨੂੰ ਕਿੱਦਾਂ ਮੁੜ ਗਏ ਜੀ? ਗਲਤੀਆਂ ਵੱਡਿਆਂ ਹੋ ਜਾਂਦੀਆਂ, ਜੇ ਆਪਾਂ ਗਲਤੀ ਨਹੀਂ ਕਰਦੇ ਫਿਰ ਤਾਂ ਰੱਬ ਹੋ ਗਏ। ਨਹੀਂ ਆਹ ਪੱਟਦੇ YouTube ਨੇ ਜੀ ਚੈਨਲ ਆ ਕੇ, ਇੰਟਰਵਿਊਆਂ ਨੇ ਜਿਹੜੀਆਂ ਬਾਹਰ ਦੀਆਂ ਗੇਮਾਂ ਦੱਸਦੇ ਆ, ਆਹ ਡਾਈਟ ਪਾ ਲਓ, ਆਹ ਪਾ ਲਓ। ਨੈਚੁਰਲੀ ਜਾਨਵਰ ਸਾਦੀ ਖੁਰਾਕ ਲਈ ਬਣਿਆ ਹੋਇਆ ਵਾ, ਜਦੋਂ ਲੋੜ ਤੋਂ ਬਾਅਦ ਰੋਟੀ ਵੀ ਮਾੜੀ, ਖਾਣਾ ਵੀ ਮਾੜਾ, ਬਜੇ ਖੁਰਾਕ ਠੋਕੀ ਜਾਵਾਂਗੇ ਤਾਂ ਉਹ ਸਾਈਡ ਇਫੈਕਟ ਤਾਂ ਹੋਊਗਾ ਜੀ। ਇੱਕ ਚੀਜ਼ ਜੀ ਆਪਾਂ ਹੋਰ ਸੁਣੀ ਆ, ਆਪਾਂ ਨਾ ਜਦੋਂ ਸਰਦੀ ਆਉਂਦੇ ਆ ਨਾ, ਕਬੂਤਰਾਂ ਨੂੰ ਆਪਾਂ A to Z ਗਰਮ ਸਮਾਨ ਪਾਉਣਾ ਸ਼ੁਰੂ ਕਰ ਦਿੰਦੇ ਆ। ਉਹਨਾਂ ਦੇ ਮਿਹਦੇ 'ਚ ਗਰਮੀ ਨਹੀਂ ਪੈਂਦੀ ਜੀ? ਇਹਦੇ ਨਾਲ ਪੈਂਦੀ ਆ ਨਾ। ਇਹੀ ਕਾਰਨ ਵਾ। ਚਲੋ ਹੁਣ ਆਪਾਂ ਤੁਹਾਡੀ ਗੱਲ ਨਾਲ ਸਹਿਮਤ, ਮੈਂ 100% ਸਹਿਮਤ ਹਾਂ। ਮੈਂ ਨਾ ਇੱਕ ਰਿਕਾਰਡਿੰਗ ਵੀ ਸੁਣੀ ਤੇ ਮੈਂ ਪੜ੍ਹਿਆ, ਮੈਂ ਪੜ੍ਹਦਾ ਵਾ ਕਬੂਤਰਬਾਜ਼ੀ ਬਾਰੇ, ਜਿੱਥੇ ਕੋਈ ਮੈਨੂੰ ਮਿਲ ਜਾਂਦਾ ਵਾ, ਬਹੁਤ ਵਧੀਆ ਗੱਲ ਵਾ ਇਹ। ਉਹਦੇ 'ਚ ਲਿਖਿਆ ਸੀ ਇਨਡੋਰ ਪੰਛੀ ਤੇ ਆਊਟਡੋਰ ਪੰਛੀ। ਬਿਲਕੁਲ ਸੁਣੀ ਰਿਕਾਰਡਿੰਗ ਤੁਸੀਂ? ਸੁਣੀ ਆ। ਇਹ ਨਾ ਇਹ ਜਿਹੇ ਪੰਛੀ ਨੇ ਕੁਦਰਤ ਦੇ ਹਿਸਾਬ ਨਾਲ ਆਪਣੇ ਆਪ ਨੂੰ ਮੇਨਟੇਨ ਕਰਦੇ ਆ। ਹੁਣ ਮੇਰੇ ਤੁਸੀਂ ਕਿਸੇ ਖੁੱਡੇ ਦੇ ਵਿੱਚ ਕਦੇ ਬਲਬ ਨਹੀਂ ਮਿਲੂ ਤੁਹਾਨੂੰ, ਬਿਲਕੁਲ ਕਦੇ ਪੱਲੀ ਨਹੀਂ ਲੱਗੀ ਹੋਈ, ਕਿੰਨੀ ਠੰਡਾ ਬਾਰਿਸ਼ ਵੀ ਹੁੰਦੀ ਆ, ਕਦੇ ਲੋਕ ਬੋਰੀਆਂ ਲਾਉਂਦੇ ਆ, ਹਵਾ ਨਾਲ ਲੰਘ ਜੇ, ਰੋਜ਼ ਧੋ ਕੇ ਗਰਮ ਪਾਣੀ ਪਾਉਂਦੇ ਆ, ਮੈਂ ਪਾਣੀ ਸਾਦਾ ਹੀ ਪਾਉਂਦਾ ਵਾ। ਇੱਕ ਮਿੰਟ ਜੀ ਬਾਈ ਜੀ, ਇੱਕ ਗੱਲ ਦੱਸ ਦਈਏ, ਚਾਹੇ ਛੋਟੇ ਖਿਡਾਰੀ ਚਾਹੇ ਵੱਡੇ ਖਿਡਾਰੀ, ਮੇਰੇ ਵੀਰ, ਖੁੱਡੇ ਦੇ ਵਿੱਚ ਕਦੇ ਵੀ ਬਲਬ ਨਹੀਂ ਲਾਉਣਾ ਚਾਹੀਦਾ ਜੀ। ਬਿਮਾਰੀ ਦਾ ਵੱਡਾ ਕਾਰਨ ਹੁੰਦਾ। ਬਹੁਤ ਸਾਰੇ ਵੀਰ ਲਾਉਂਦੇ ਨੇ, ਮੈਨੂੰ ਵੀ ਕਈ ਵਾਰ ਮੈਂ ਜਾਣਾ ਹੁੰਦਾ, ਦੇਖਦਾ ਹੋਣਾ ਲੱਗੇ ਤੇ ਭਾਜੀ ਅਸੀਂ ਠੰਡ ਨਹੀਂ ਲੱਗਦੀ, ਬਲਬ ਲਾਇਆ ਹੋਇਆ 200 ਵਾਟ ਦਾ ਜਾਂ ਇੰਨੇ ਦਾ। ਵੀਰ ਜੀ ਬਲਬ ਨਹੀਂ ਲਾਣਾ। ਆਪਣੇ ਖੁੱਡਿਆਂ 'ਚ ਵੀ ਜਾਓ, ਆਪਾਂ ਫੁੱਟ ਵੈਸੀ ਜਗ੍ਹਾ ਛੱਡੀ ਹੁੰਦੀ ਹਵਾ ਕ੍ਰੋਸਿੰਗ ਵਾਸਤੇ, ਜਿਹੜੀ ਤਾਜ਼ੀ ਹਵਾ ਖੁੱਡਿਆਂ 'ਚੋਂ ਲੰਘਦੀ ਆ ਨਾ, ਜਿੰਨਾ ਕਬੂਤਰ ਉਹਦੇ ਨਾਲ ਤੰਦਰੁਸਤ ਰਹਿੰਦਾ ਨਾ, ਹੋਰ ਕਿਸੇ ਨਾਲ ਨਹੀਂ ਰਹਿੰਦਾ। ਕਿਉਂਕਿ ਜਦੋਂ ਅੰਦਰ ਬਲਬ ਆ ਨਾ, ਉਹ ਇੱਕ ਇੰਨੀ ਜ਼ਿਆਦਾ ਕਾਰਬਨ ਡਾਈਆਕਸਾਈਡ ਹਿਊਮਸ ਪੈਦਾ ਕਰ ਦਿੰਦਾ, ਜਿੰਨੀ ਹੁੰਦੀ ਆ ਉਹ ਸਾਰੀ ਕਬੂਤਰਾਂ ਨੂੰ ਚੜ੍ਹਦੀ ਹੈ ਤੇ ਕਬੂਤਰ ਉਹਦੇ ਨਾਲ ਹੁੰਦੇ ਆ ਬਿਮਾਰ। ਇਹ ਮੇਰਾ ਰਿਐਲਿਟੀ ਆਪ ਪਰਖਿਆ ਹੋਇਆ ਚੀਜ਼ ਆ। ਤੇ ਕਬੂਤਰਾਂ ਨੂੰ ਠੰਡ ਨਹੀਂ ਜੀ ਲੱਗਦੀ, ਉਹਨਾਂ ਦਾ ਜਿਸਮ ਵੀ ਪਰਮਾਤਮਾ ਨੇ ਇਹੋ ਜਿਹਾ ਬਣਾਇਆ ਹੋਇਆ ਕਿ ਉਹਨਾਂ ਨੂੰ ਇੰਨੀ ਜ਼ਿਆਦਾ ਜਿਹੜੀ ਹੈਗੀ ਗਰਮੈਸ਼ ਦੀ ਲੋੜ ਨਹੀਂ ਹੁੰਦੀ, ਉਹ ਖੁਦ ਬਹੁਤ ਜ਼ਿਆਦਾ ਗਰਮ ਹੁੰਦੇ ਆ। ਤੇ ਬਾਕੀ ਬਾਈ ਹੁਣਾਂ ਨਾਲ ਗੱਲ ਕਰਦੇ ਆ। ਬਿਲਕੁਲ ਸਹੀ ਗੱਲ। ਇਸ ਗੱਲ ਨਾਲ ਸਾਰਿਆਂ ਨੇ ਐਗਰੀ ਨਹੀਂ ਹੋਣਾ। ਬਲਬ ਅਗਲਾ ਕਹਿੰਦਾ ਬਲਬ ਲਾ ਲਓ, ਜੇ ਕਈ ਵਾਰ ਵੇਲਾ ਕੇ ਵੇਲਾ ਹੋ ਕੇ ਆਪਾਂ ਨੂੰ ਚਾਨਣ ਕਰਕੇ ਦਾਣੇ ਪਾਉਣ ਲਈ ਰੱਖੋ। ਹਾਂ ਦਾਣੇ ਪਾਓ, ਬਣਾ ਲਵੋ ਬਲਬ ਨਾਲ। ਬਿਲਕੁਲ ਜੀ। ਇੱਕ ਤਾਂ ਉੱਪਰੋਂ ਬਲਬ ਲਾ ਕੇ ਹੀਟ ਹੋ ਜਾਂਦੀ ਹੈ, ਇੱਕ ਵੈਸੇ ਹੀ ਇੰਨਾ ਗਰਮ ਅੰਦਰੋਂ ਤੁਹਾਨੂੰ ਪਤਾ ਟੈਂਪਰੇਚਰ ਕਿੰਨਾ ਹੈ, ਉੱਤੋਂ ਹੀ ਆਪਾਂ ਨੂੰ ਗਰਮ ਚੀਜ਼ਾਂ ਪਾਉਣ ਲੱਗ ਜਾਂਦੇ ਆ। ਬਿਲਕੁਲ ਉਹੀ ਬਿਮਾਰੀ ਦਾ ਕਾਰਨ, ਉਹੀ ਬਿਮਾਰੀ ਆ। ਇਹਨਾਂ ਦੇ ਮਿਹਦੇ 'ਚ ਜਦੋਂ ਗਰਮੀ ਪੈਂਦੀ ਆ ਨਾ, ਬਹੁਤੇ ਬੰਦੇ ਕਹਿੰਦੇ ਯਾਰ ਅਸੀਂ ਤੇ ਭਾਜੀ ਦਾਣਾ ਬੜਾ ਵਧੀਆ ਪਾਇਆ ਸੀ ਤੇ ਸੋਕਾ ਫੇਰ ਆ ਗਿਆ। ਬਾਈ ਜੀ ਉਹਨਾਂ ਦੇ ਲੀਵਰ 'ਚ ਪੈ ਜਾਂਦੀ ਗਰਮੀ। ਜਦੋਂ ਲੀਵਰ 'ਚ ਗਰਮੀ ਪੈ ਗਈ ਤੇ ਕਬੂਤਰ ਜਿਹੜਾ ਖਾਣਾ ਘਟ ਜਾਂਦਾ, ਇਕੱਠਾ ਹੋ ਕੇ ਬਹਿਣਾ ਸ਼ੁਰੂ ਹੋ ਜਾਂਦਾ। ਉੱਪਰੋਂ ਆਪਾਂ ਉਹਨੂੰ ਦਵਾਈਆਂ ਧੱਕਦੇ ਆ, ਫਿਰ ਉਹ ਦਵਾਈਆਂ ਵੀ ਉੱਥੇ ਕੰਮ ਨਹੀਂ ਕਰਦੀਆਂ। ਇਸ ਕਰਕੇ ਜਿਹੜਾ ਨੈਚੁਰਲੀ ਦਾਣਾ ਹੁੰਦਾ ਨਾ, ਜੇਕਰ ਆਪਾਂ ਗਰਮ ਦਾਣਾ ਪਾਉਂਦੇ ਆ, ਉਹਦੇ ਵਿੱਚ ਨੋਰਮਲ ਠੰਡੀਆਂ ਚੀਜ਼ਾਂ ਵੀ ਮਿਕਸ ਕੀਤੀਆਂ ਜਾਂਦੀਆਂ। ਇੱਕੋ ਤਰ੍ਹਾਂ ਦਾ
ਜਦੋਂ ਸਰਦੀ ਆਉਂਦੀ ਆ ਤੇ ਅਸੀਂ ਦੇਖਦੇ ਹਾਂ ਉਹਨੂੰ ਠੰਡੀਆਂ ਚੀਜ਼ਾਂ 'ਚ ਧੱਕੀ ਜਾਂਦੇ ਆ, ਉਹ ਕਬੂਤਰ ਬੈਬਾਦੀ ਹੋ ਜਾਂਦੀ, ਉਹਦੇ ਪਰ ਰੁਕ ਜਾਂਦੇ, ਕੁੰਦੇ ਰੁਕ ਜਾਂਦੇ ਨੇ। ਇਹ ਚੀਜ਼ਾਂ ਦਾ ਜਿਹੜਾ ਖਾਸ ਖਿਆਲ ਰੱਖਣੇ ਪੈਣਾ। ਜਿੰਨੇ ਵੀ ਆਪਣੇ ਨਵੇਂ ਖਿਡਾਰੀ ਨੇ ਇਹ ਉਹਨਾਂ ਵਾਸਤੇ ਆ, ਆਪਣੇ ਜਿਹੜੇ ਪੁਰਾਣੇ ਖਿਡਾਰੀ ਆ ਉਹਨਾਂ ਨੂੰ ਤਾਂ ਬਹੁਤ ਨੌਲੇਜ ਆ, ਆਪਾਂ ਉਹਨਾਂ ਤੋਂ ਹੀ ਸਿੱਖਿਆ ਜੀ। ਤੇ ਬਾਕੀ ਬਾਈ ਜੀ ਇਸ ਸੀਜ਼ਨ ਦੇ ਵਿੱਚ, ਆਉਣ ਵਾਲੇ ਸੀਜ਼ਨ ਦੇ ਵਿੱਚ ਆਪਣੀ ਕੀ ਤਿਆਰੀ ਹੈ ਜੀ? ਹੁਣ 100% ਤਿਆਰੀ ਹੈ ਜੀ। ਜੇ ਜੰਗ ਜਿੱਤਣ ਨੂੰ ਉਤਰਾਂਗੇ ਮੈਦਾਨ 'ਚ, ਬਾਕੀ ਕਿਸਮ ਦੀਆਂ ਗੱਲਾਂ ਦੇ ਫੈਸਲੇ ਲੱਗੇ ਹੋਣਾ, ਆਪਦੇ ਵੱਲੋਂ ਕਮੀ ਨਹੀਂ ਛੱਡੀ। ਸਹੀ ਹੈ ਜੀ। ਕਿੰਨੀਆਂ ਐਂਟਰੀਆਂ ਦੇਤੀਆਂ ਜੀ? ਜਿਹੜੀ ਵੀ ਐਂਟਰੀ ਨੇ ਹਰੇਕ ਦੀ ਭਰੀ ਜੀ ਹੈਗੀ 40-50 ਇਸ ਵਾਰ? ਹੋਰ ਵੱਧ ਹੋਣੀ ਹੈ। ਵੱਧ ਹੋਣਗੇ। ਬੱਚੇ ਕਿੰਨੇ ਬਣਾ ਲਏ ਜੀ? 150 ਬੱਚਾ ਜੀ, ਇਹਦੇ 50 ਹੋ ਗਏ, ਉਹਨਾਂ ਨੇ 200 ਬੱਚਾ ਹੋ ਜਾਊਗਾ। ਸਾਰੇ ਲਾ ਲਏ ਆ ਜੀ? ਸਾਰੇ ਆਵਾਂ ਲੱਗੇ ਪਏ ਆ ਨਾ ਜੀ, ਤਿਆਰੀ ਫੁੱਲ ਹੈ ਇਸ ਟਾਈਮ। ਤੇ ਇਸ ਟਾਈਮ ਮਾੜੀਆ ਖੁਰਾਕ ਬਾਰੇ ਦੱਸੋਗੇ, ਕੀ ਦੇਣੀ ਚਾਹੀਦੀ ਕਬੂਤਰਾਂ ਨੂੰ ਨਵੇਂ ਖਿਡਾਰੀਆਂ ਵਾਸਤੇ, ਜੋ ਤੁਸੀਂ ਨੈਚੁਰਲੀ ਦੱਸ ਸਕਦੇ ਹੋ? ਦੇਖੋ ਪਤਾ ਤਾਂ ਸਾਰਿਆਂ ਨੂੰ ਹੀ ਆ, ਫਿਰ ਵੀ ਮੈਂ ਨਹੀਂ ਕਹਿੰਦਾ ਵੀ ਮੈਂ ਜੋ ਮੈਂ ਕਹਿੰਦਾ ਮੈਂ ਪਰਫੈਕਟ ਕਹਿੰਦਾ ਹਾਂ, ਪਰ ਮੈਂ ਆਪਣੀ ਦੀ ਗੱਲ ਦੱਸਦਾ। ਜੋ ਅਸੀਂ ਆ, ਮੈਂ ਬਾਜਰਾ ਬਹੁਤ ਧਿਆਨ ਨਾਲ ਧੋ ਕੇ ਸੁਕਾਉਣਾ ਸਾਫ਼ ਕਰ। ਠੀਕ ਹੈ ਜੀ। ਜਦੋਂ ਨਾਰਮਲ ਠੰਡ ਵਾ ਹਾਂਜੀ, ਉਦੋਂ ਕਣਕ ਵਿੱਚ ਮੋਠ ਪਾ ਲਈਦੇ ਨੇ, ਛੋਲੇ ਪਾ ਲਈਦੇ ਨੇ, ਵਿੱਚ ਥੋੜੀ ਸਰੋਂ ਪਾ ਲਈਦੀ। ਸਹੀ ਹੈ। ਜਦੋਂ ਥੋੜੀ ਠੰਡ ਉਸ ਤੋਂ ਵੱਧ ਗਈ ਉਹਦੇ ਵਿੱਚ ਬਾਜਰਾ ਪਾ ਲਈ। ਠੀਕ ਹੈ ਜੀ। ਜਿਵੇਂ ਹੁਣ ਵੱਧ ਠੰਡ ਵਾ ਤੇ ਬਾਜਰਾ ਹੋਰ ਵਧਾ ਦੇਈਦਾ। ਸਹੀ ਹੈ। ਜਦੋਂ ਮਾੜ ਜੀ ਤੋਂ ਪਲਕਣ ਲੱਗੇ ਬਾਜਰਾ ਫਿਰ ਬੰਦ ਕਰ ਦੇਣਾ। ਉਸ ਤੋਂ ਬਾਅਦ ਜਦੋਂ ਲੋਹੜੀ ਤੋਂ ਬਾਅਦ ਪਤਾ ਲੱਗ ਗਿਆ ਕਿ ਲੱਗਣ ਲੱਗੇ, ਉਸ ਤੋਂ ਬਾਅਦ ਸਰੋਂ, ਕਣਕ। ਇਹ ਕੁਝ ਬੰਦੇ ਕਹਿੰਦੇ ਆ ਕਿ ਜਦੋਂ ਬਹੁਤ ਜ਼ਿਆਦਾ ਕੋਰਾ ਪੈਂਦਾ, ਠੰਡ ਪੈਂਦੀ, ਧੁੰਦਾਂ ਪੈਂਦੀਆਂ, ਥੋੜੀ ਜੀ ਬਹੁਤ ਅਲਸੀ ਤੇ ਤੇਲ ਨਾਰਮਲ ਜੇ ਪਾ ਦੇਣੇ ਚਾਹੀਦੇ ਆ। ਇਹ ਤਾਂ ਜੀ ਅਲੱਗ ਅਲੱਗ ਸੋਚ ਆ, ਆਪਾਂ ਨਹੀਂ ਕਰਦੇ। ਠੀਕ ਹੈ ਜੀ। ਉਸ ਉਹਦਾ ਇਹਨੂੰ ਵਧੀਆ ਖਰਾਕ ਜਾਣਦਾ ਹੋਵੇ ਸ਼ਾਇਦ ਇਹਦਾ ਨਹੀਂ ਜੋ ਪੀ ਕਹਿੰਦਾ ਉਹਦੇ ਨਾਲ ਹੀ ਉਹ ਗਰਮ ਬਹੁਤ ਜ਼ਿਆਦਾ ਹੁੰਦੀ ਆ, ਅਲਸੀ ਤੇ ਤਿਲ ਵੀ ਬਹੁਤ ਜ਼ਿਆਦਾ ਗਰਮ ਹੁੰਦੇ ਆ, ਤੇ ਠੰਡ ਲੱਗਣ ਦਾ ਤਾਂ ਫਿਰ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਪਹਿਲਾਂ ਮੋਠ ਵੀ ਬਹੁਤ ਜ਼ਿਆਦਾ ਗਰਮੇ ਨੇ, ਬਾਜਰਾ ਉਸ ਤੋਂ। ਤੇ ਦੇਖੋ ਕੁਝ ਬੰਦੇ ਕਹਿੰਦੇ ਆ ਜੀ ਬਾਜਰਾ ਪਾਉਣਾ ਨਹੀਂ ਚਾਹੀਦਾ। ਬਈ ਮੈਂ ਵੀ ਬਾਜਰਾ ਪਾਉਣਾ, ਬਾਈ ਹੁਣੀ ਵੀ ਪਾਉਂਦੇ ਨੇ, ਕਿਉਂਕਿ ਮੌਸਮ ਦੇ ਹਿਸਾਬ ਦੇ ਨਾਲ ਜਿਹੜੀਆਂ ਹਰ ਚੀਜ਼ ਪਾਈ ਜਾਂਦੀ ਆ। ਕਿਉਂਕਿ ਜਿਹੜੇ ਗੋਲੇ ਕਬੂਤਰ ਉਹ ਵੀ ਹਰ ਤਰ੍ਹਾਂ ਦਾ ਦਾਣਾ ਚੁਗਦੇ ਨੇ, ਜਿੰਨੇ ਤਰ੍ਹਾਂ ਦਾ ਮਟੀਰੀਅਲ ਕਬੂਤਰ ਦੇ ਅੰਦਰ ਜਾਊਗਾ ਉਹੋ ਜਿਹੇ ਤੱਤ ਉਹਦੇ ਅੰਦਰ ਜਿਹੜੇ ਹੈਗੇ ਉਹ ਬਣਨਗੇ। ਤੇ ਬਾਈ ਬਾਕੀ ਗੱਲ ਕਰੀਏ ਆਪਾਂ ਹੁਣ ਖਿਡਾਰ ਦੀ। ਕਹਿਰ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਗਰਮੀ ਪੈਂਦੀ ਆ ਜੀ, ਕਈ ਵਾਰ ਕਬੂਤਰ ਬਹੁਤ ਜ਼ਿਆਦਾ ਉਸ ਦਿਨ ਪਾਣੀ ਤੇ ਹੀ ਜਾਂਦੇ ਆ। ਖੇਡ ਤਾਂ ਤਕਰੀਬਨ ਹੁਣ ਹਰੇਕ ਨੂੰ ਪਤਾ, ਪਾਣੀ ਤੇ ਜਾਣ ਦੇ ਵੀ ਦੋ ਕਾਰਨ ਹੁੰਦੇ ਆ। ਹਾਂਜੀ, ਇਹ ਤਾਂ ਹੁਣ ਮਾਲਕ ਨੂੰ ਪਤਾ ਵੀ ਮੇਰਾ ਕੀ ਬਣ ਗਿਆ। ਹਾਂਜੀ, ਬਹੁਤੇ ਥੋੜੇ ਬਦਾਮਾਂ ਵਾਲਾ ਕਬੂਤਰ ਜਦੋਂ ਭੁੱਖਾ ਵਾ ਤਾਂ ਭੁੱਖੇ ਨੂੰ ਵੀ ਪਾਣੀ ਦੇਖਣਾ ਤੇ ਧਿਆਈ ਨੂੰ ਵੀ ਪਾਣੀ ਦੇਖਣਾ। ਠੀਕ ਹੈ ਜੀ। ਇਹ ਤਾਂ ਹੁਣ ਮਾਲਕ ਨੂੰ ਵਜੇ ਪਿਆ ਬਦਾਮ ਜਮਾਂ ਹੀ ਥੋੜੇ ਦੇ ਤੇ ਬਾਜੀ ਲੰਮੀ ਹੋ ਗਈ, ਹੁਣ ਭੁੱਖਾ ਵਾ ਉਹ ਵੀ ਪਾਣੀ ਤੇ ਜਾਊਗਾ। ਨਹੀਂ ਮੰਨ ਲਓ ਗਰਮੀ ਜ਼ਿਆਦਾ, ਟੈਂਪਰੇਚਰ ਹਾਈ ਤੇ ਜੇ ਫਿਰ ਬਾਹਲੇ ਬਦਾਮਾਂ ਨਾਲ ਠੋਕਦਾ ਉਹ ਵੀ ਪਾਣੀ ਤੇ ਜਾਊ। ਸਹੀ ਹੈ। ਠੀਕ ਹੈ ਨਾ। ਤੀਜੀ ਗੱਲ ਇਹ ਵੀ ਹੈ, ਜੇ ਘਰੇ ਹੀ ਮੱਚ ਗਿਆ ਨਾ, ਸਹੀ ਤਰੀਕੇ ਨਾਲ ਡਾਇਆ ਨਹੀਂ ਹੋਇਆ, ਉਹਨੂੰ ਪਹਿਲੇ ਅੰਦਰ ਲੀਵਰ ਤੋਂ ਪ੍ਰੋਬਲਮ ਆ, ਗਰਮੀ ਆ, ਉਹਨੂੰ ਜੋ ਮਰਜ਼ੀ ਖਿਡਾਰੀ ਕਰ ਦੇਵੇ ਉਹ ਪਾਣੀ ਤੇ ਜਾਊਗਾ। ਕਈ ਵਾਰ ਘਰੇ ਜੀ ਦਿਨ ਮਾਰਦੇ ਹੁੰਦੇ ਕਬੂਤਰ, ਬਾਜੀ ਵਾਲੇ ਦਿਨ ਬਾਜੀ ਤੇ ਜਾ ਕੇ ਉਹ ਛੇਤੀ ਬਹਿ ਜਾਂਦੇ ਆ। ਇਹ ਤਾਂ ਹੁਣ ਮਾਲਕ ਨੂੰ ਪਤਾ ਹੁੰਦਾ ਵੀ ਕੀ ਕਰਨ ਵਾਲ ਕੇ ਕਰਦਾ। ਹੁਣ ਮੇਰੇ ਨਾਲ ਹੋਈਆਂ ਆਪਣੀ, ਮੈਂ ਦੱਸਦਾ ਵੀ ਮੇਰੇ 7 ਤੋਂ 7 ਘਰੇ ਉੱਠਦੇ ਜੀ। ਹਾਂ, ਕਮਾਲ ਕਰੇ ਮੈਂ 2 ਕਬੂਤਰ ਛੱਡੇ ਰਕੇ। ਠੀਕ ਹੈ ਜੀ। ਜਿਹੜੇ ਮੇਰੇ ਨਾਲ ਸੀ ਮੰਨਦੇ ਸੀ, ਘਰੇ ਰੋਜ਼ 4 ਵਜੇ 5 ਵਜੇ 6 ਵਜੇ ਲੋਚ ਬਹਿਦੇ, ਪੰਜਾਬ ਦੀਆਂ ਬਾਜ਼ੀਆਂ ਮੁੱਕ ਜਾਂਦੀਆਂ ਸੀ। ਇੱਕ 1:30 ਵਜੇ ਹਰ ਗਿਆ, ਇੱਕ 12 ਵਜੇ ਹਰ ਗਿਆ। ਸਹੀ ਹੈ। ਜਦੋਂ ਉਹਨਾਂ ਦੇ ਅੰਦਰ ਬੈਰਸ ਆ ਜਾਂਦਾ ਨਾ, ਕਬੂਤਰ ਬਿਮਾਰ ਹੋ ਜਾਂਦੇ ਨੇ ਤੇ ਫਿਰ ਬਾਜੀ ਨਹੀਂ ਜਿੱਤਦੇ। ਇਹ ਤਾਂ ਲੱਗਦੀ ਪਾਣੀ ਪੀ ਲਿਆ, ਇੱਕ ਨੇ ਸਾਰੇ ਨੇ ਪਾਣੀ ਪੀ ਲਿਆ ਨਾ, ਫਿਰ ਉਹ ਜਦੋਂ ਬਿਮਾਰੀ ਆ ਗਈ ਫਿਰ ਨਹੀਂ, ਜੋ ਮਰਜ਼ੀ ਹੱਥ ਪੱਲੇ ਮਾਰ ਲਓ। ਅਸੀਂ ਇਹੀ ਸੋਚ ਕੇ ਜੀ ਬਾਰੀਆਂ ਬੰਦ ਕਰਤੀਆਂ, ਫਿਰ ਛੱਡੀਆਂ ਨਹੀਂ, ਜਦੋਂ ਕਾਰਨ ਹਾਰ ਬਣ ਲੱਗੇ ਆ। ਸਹੀ ਹੈ। ਨਾਲੇ ਫਿਰ ਕਬੂਤਰ ਵੀ ਗਵਾਣਾ, ਬਾਜੀ ਵੀ ਆਉਂਦੀ, ਮਤਲਬ ਟਾਈਮ ਦੇ ਨਾਲ ਹੀ ਜਿਹੜਾ ਸਾਰਾ ਕੁਝ ਚੱਲਦਾ ਹੈਗਾ। ਬਿਲਕੁਲ ਬਿਲਕੁਲ। ਜਿੱਤ ਹਾਰ ਤੋਂ ਦੇਖੋ ਕਿਸਮਤ ਦੀ ਗੱਲ, ਮਿਹਨਤ ਕਰਦਾ। ਜਦੋਂ ਨਾ ਖਿਡਾਰੀ ਬੰਦਾ ਬਾਜੀ ਹਾਰਦਾ ਵਾ, ਉਹ ਬਰਦਾਸ਼ਤ ਕਰਨੀ ਹਾਰ ਪਤਾ, ਕਿਉਂਕਿ ਉਹਨੂੰ ਜੇ ਗਲਤ ਹੋਵੇ ਤੂੰ ਨਾ ਛੱਡ। ਸਹੀ ਹੈ। ਹੁਣ ਮੇਰਾ ਮੁੰਡਾ ਜੱਗੀ ਸੀ, ਮੇਰੇ ਨਾਲ ਆਉਂਦਾ ਸੀ ਬਾਜੀ, ਜੱਗੀ ਦੇ ਪਿੰਡ ਬਾਜੀ ਆ ਗਈ। ਮੈਂ ਕਿਹਾ ਜੱਗੀ ਆਪਾਂ ਛੱਡਣਾ ਨਹੀਂ, ਆਪਣੇ ਕਬੂਤਰ ਬਿਮਾਰ ਨੇ। ਸਹੀ ਹੈ। ਉਹਨੂੰ ਗੁੱਸਾ ਲੱਗਿਆ, ਪਰ ਮੈਂ ਛੱਡੀ ਨਹੀਂ। ਜੇ ਮੈਂ ਛੱਡਦਾ ਨਾ ਤੇ ਹਰ ਜਗ੍ਹਾ ਕੋਈ ਬਜ਼ਾਮੀ ਹੋਣੀ ਸੀ। ਬਿਲਕੁਲ ਜੀ। ਇੱਕ ਕਬੂਤਰ ਉਹਨੇ ਛੱਡਦਾ ਤਲਵੰਡੀ ਨਾਲ, ਬਿਲਕੁਲ ਨਾਲ ਪਿੰਡ ਤਲਵੰਡੀ। ਹਾਂਜੀ। ਇੱਥੇ ਘਰੇ ਉੱਡਿਆ ਕਰੇ, ਬਹੁਤ ਵੱਡੇ। ਮੈਂ ਜੱਗੀ ਜਿਵੇਂ ਮਾਰਦੀ ਗੱਲ, ਕਬੂਤਰ ਆਪਣਾ ਸਿਰੇ ਲੱਗਦਾ, ਮਗਰ ਤੱਕ ਪਹੁੰਚ ਜੂਗਾ। ਜੇ ਮੈਂ ਖਤਮ ਜਾ ਕੇ ਹਾਰ ਗਿਆ, ਪਰ ਮਾਲਕ ਨੂੰ ਪਤਾ। ਆਪਾਂ ਕਬੂਤਰ ਸਾਂਭ ਲਿਆ ਨਾ ਇੱਥੇ, ਆਪ ਨੂੰ ਪਤਾ ਹੁੰਦਾ ਮੇਰਾ ਹੱਕ ਕਬੂਤਰ ਜੇ ਇੰਨਾ ਉੱਡ ਜੂਗਾ, ਇੰਨਾ ਉੱਡ ਜੂਗਾ, ਪਰ ਛੱਡਣਾ ਆਪਣੀ ਮਜਬੂਰੀ ਨੇ, ਫਿਰ ਵੀ ਆਪਾਂ ਛੱਡਦੇ ਹਾਂ। ਸਹੀ ਹੈ। ਉਹ ਐਂਟਰੀ ਭਰੀ ਹੁੰਦੀ ਹੈ, ਬਾਈ ਛੱਡਣੀ ਛੱਡੀ। ਬਿਲਕੁਲ ਬਿਲਕੁਲ ਜੀ। ਇਹ ਤਾਂ ਹੈ, ਜਿਹੜੀਆਂ ਐਂਟਰੀਆਂ ਦਿੱਤੀਆਂ ਉਹ ਤਾਂ ਫਿਰ ਛੱਡਣ ਦੇ ਹੁੰਦੇ ਆ, ਛੱਡਣੀ ਪੈਂਦੀ। ਪਰ ਸਿਆਣ ਇਹਦੇ ਚ ਐਂਟਰੀ ਕੀ ਹੁੰਦੀ ਹੋਈ, ਇੱਕ ਤਾਂ ਕਬੂਤਰ ਖਰਾਬ ਹੋ ਜਾਂਦਾ, ਇੱਕ ਆਪਾਂ ਬਾਜੀ ਹਾਰ ਜਾਂਦੇ, ਇੱਕ ਆਪਣਾ ਨੌ ਖਰਾਬ ਹੋ ਜਾਂਦਾ। ਸਹੀ ਹੈ। ਇਹ ਜਿਹੜੀ ਨਸਲ ਆ, ਜਿਵੇਂ ਤੁਸੀਂ ਕਿਹਾ ਕਿ ਆਪਣੇ ਕੋਲ ਰੂਪਾ ਸਮਾਲ ਸਰਜੀ ਵਾਲੇ ਆ, ਜਾਂ ਜਿਹੜੀਆਂ ਵੀ ਆਪਣੇ ਕੋਲ ਆਈਆਂ ਭਾਜੀ ਉਹਨਾਂ ਦੂਜਿਆਂ ਤੁਸੀਂ ਨਾਂ ਲਿਆ, ਇਹ ਜਿਹੜੇ ਪਿੱਛੋਂ ਕਬੂਤਰ ਹੈਗੇ ਨੇ, ਜਿਵੇਂ ਕੋਈ ਰਾਜਨ ਵਾਲੇ ਕਹਿ ਦਿੰਦਾ, ਕੋਈ ਧੰਨੇ ਵਾਲੇ ਕਹਿ ਦਿੰਦਾ, ਕੋਈ 1000 ਵਾਲੇ ਕਹਿ ਦਿੰਦਾ, ਇਹ ਤੁਹਾਡਿਆਂ 'ਚ ਵੀ ਕੁਛ ਐਸਾ ਹੈਗਾ?
ਦੇਖੋ ਜੀ ਹੁਣ ਤਾਂ ਜਿਹਦੇ ਕੋਲੇ ਆ ਗਏ ਉਹਦੇ ਵਾਲੇ ਮੈਂ ਆਪਣੇ ਉਸਤਾਦ ਤੋਂ ਬਈ ਜੀਤੇ ਨੇ ਨਾ ਜਿੰਨੇ ਉਹਦੇ ਘਰੇ ਮੇਨ ਕਬੂਤਰ ਸੀਗੇ ਸਾਰੇ ਜੀ ਸਾਡੇ ਚੇਲੇ ਬਾਤ ਨੂੰ ਪਤਾ ਮੇਰੇ ਘਰੇ ਰਹੇ ਸਾਰੇ ਦੇ ਸਾਰੇ A to Z ਜਿੰਨੇ ਵੀ ਕਬੂਤਰ ਸੀ ਉਹ ਗਾਹਾਂ ਕਿੱਥੋਂ ਆਏ ਮੈਨੂੰ ਕੋਈ ਮਤਲਬ ਨਹੀਂ। ਮੈਂ ਤਾਂ ਕਹੂੰਗਾ ਮੇਰੇ ਉਸਤਾਦ ਵਾਲੇ ਜੀਤੇ ਵਾਲੇ ਠੀਕ ਹੈ ਨਾ। ਜਦੋਂ ਫਿਰ ਅਸੀਂ ਉਹ ਕਬੂਤਰਾਂ ਦੀ ਮੈਂ ਖੋਜ ਬਹੁਤ ਰੱਖਦਾ ਵਾਂ। ਹਾਂਜੀ ਸਾਡੇ ਕੋਲ ਕਬੂਤਰ ਇੱਕ ਚੀਨਾ ਆਇਆ ਸੀਗਾ ਸਾਰਿਆਂ ਨੂੰ ਪਤਾ ਬਈ ਕਾਕੇ ਨੂੰ ਵੀ ਪਤਾ ਕਿਲੜ ਤੋਂ ਕਾਕੇ ਦਾ ਕਬੂਤਰ ਸੀ ਕਿਵੇਂ ਆ ਗਿਆ ਚੱਲ ਨਾਲ ਉਹ ਭਾਈ ਗੁਰਦੇਵ ਦੀ ਕਬੂਤਰੀ ਸੀ। ਉਹ ਜੋੜਾ ਮੇਰੇ ਘਰੇ ਰਿਹਾ ਉਹਦੇ ਜੋੜੇ ਦੇ ਬੱਚੇ ਬਹੁਤ ਵੱਡੇ। ਫਿਰ ਮੈਂ ਕਬੂਤਰ ਦੀ ਬੈਕਗ੍ਰਾਉਂਡ ਲੱਭੀ ਕਿਹੜੀ ਬਲੱਡ ਦੀ ਸੀ ਕਿੱਥੋਂ ਆਈ ਸੀ ਕਬੂਤਰ ਦੀ ਵੀ ਲੱਭੀ। ਹਰ ਚੀਜ਼ ਦਾ ਜਿਹੜਾ ਐਂਡ ਸੀ ਨਾ ਉਹ ਜਾ ਕੇ ਬਾਈ ਰੁੱਕੇ ਦੇ ਘਰੇ ਖਤਮ ਹੋ ਗਿਆ ਸਮਾਨ ਸਾਰੇ। ਸਹੀ ਹੈ। ਜਿਹੜੇ ਕਾਕੇ ਕਿਲੜ ਤੇ ਮੋਤੀ ਬਣਿਆ ਨਾ ਮੋਤੀ ਦਾ ਪਿਓ ਲੰਗਾ ਸੀ। ਹਾਂਜੀ ਜਰਨੈਲ ਦੇ ਘਰੇ ਵੀ ਰਹਿ ਕੇ ਕਾਨੇ ਵਾਲੀ ਦੀ ਉਹ ਠੀਕ ਹੈ ਜੀ ਕਾਕੇ ਘਰੇ ਵੀ ਰਹਿ ਕੇ ਆਇਆ ਉਹ ਕਬੂਤਰ ਇਹਨਾਂ ਦੇ ਘਰੋਂ ਗਿਆ ਸੀਗਾ ਸਮਾਨ ਸਾਰਾ। ਉਹ ਕਿਹੋ ਜਿਹਾ ਕਬੂਤਰ ਹੀ ਰਹੀ ਮੈਂ ਉਹ ਕਬੂਤਰ ਬਾਰੇ ਨਹੀਂ ਜਾਣਦਾ। ਹਾਂ ਜਿਹੜੇ ਮੋਤੀ ਦਾ ਨਾਂ ਕਾਕੇ ਨੇ ਰੱਖਿਆ ਨਾ ਉਹਨਾਂ ਦਾ। ਅੱਛਾ ਜਿਹੜੇ ਲੰਗੇ ਨੇ ਕੱਢੇ ਗਲਾਦ ਗਾਂ ਉਹਦਾ ਨੂੰ ਮੋਤੀ ਰੱਖਿਆ ਕਾਕੇ ਨੇ। ਉਹ ਜਦੋਂ ਉਹ ਮੋਤੀ ਉਹਦਾ ਬਾਹ ਮੋਤੀਆਂ ਦੇ ਸਾਡੇ ਕੋਲੇ ਇੱਥੇ ਚੰਦਨ ਵਾਲਾ ਆ ਗਿਆ ਉਹਦੀ ਫਿਰ ਦਿਖਾ ਦੇ ਐਸਿਡ ਆਈ ਜਦੋਂ ਫਿਰ ਮੈਂ ਸਾਰ ਗੱਲ ਮਗਰ ਜਾ ਕੇ ਨਿਕਲ ਗਈ। ਠੀਕ ਹੈ ਜੀ। ਫਿਰ ਮੈਂ ਉਦੋਂ ਬਾਅਦ ਬਾਈ ਨਾਲ ਅਸੀਂ ਇਕੱਠੇ ਹੋਏ 2010 ਚ। ਠੀਕ ਹੈ ਜੀ। ਬਾਜੀ ਜੀ ਸਾਡੀ ਚੀਰ ਸਿੰਘ ਵਾਲੀ ਠੀਕ ਹੈ ਜੀ ਠਾੜ ਚ ਰੋਡੇ ਦੇ ਪਿੰਡ ਬਾਈ ਤੇ ਮੈਨੂੰ ਕਹਿੰਦਾ ਰੂਪਾ ਬੈਠਾ ਤੇ ਮੈਨੂੰ ਕਹਿੰਦਾ ਕਿਹੜਾ ਜਨਮ ਸੀ ਆਪਣਾ। ਮੈਂ ਜੀ ਆਹ ਬੈਠਾ ਰਹਿਣਾ ਗੱਡੀ ਪੈ ਗਿਆ ਤੂੰ ਮੰਜਾ ਵੀ ਲੈ ਕੇ ਦਿੱਤਾ ਉੱਥੋਂ। ਉਹ ਉਸ ਦਿਨ ਤੋਂ ਅਸੀਂ ਬਾਈ ਦੇ ਨੇੜੇ ਹੋਣ ਲੱਗੇ। ਫਿਰ ਉਹਨਾਂ ਨੂੰ ਘਰੇ ਵੀ ਬੁਲਾਇਆ ਚਲੋ ਮਾਸਕ ਕਰ ਕੀਤਾ ਬੰਦੇ ਵੀ ਬਹੁਤ ਵਧੀਆ ਨੇ। ਫਿਰ ਅੱਜ ਹੋਰ ਕੱਲ ਹੋਰ ਅੱਜ ਹੁਣ ਤਾਂ ਗਣੀ ਇੰਨਾ ਪਿਆਰਾ ਤਾਂ ਜਿਹੜਾ ਮਰਜ਼ੀ ਕਬੂਤਰ ਲੈ ਲਈ ਤੇ ਮਿਲਦਾ। ਸਹੀ ਹੈ ਜੀ ਵਧੀਆ ਜੀ। ਆਪਣੇ ਕੋਈ ਜ਼ਿੰਦਗੀ ਦੀ ਇਹੋ ਜਿਹੀ ਬਾਜੀ ਵੀ ਹੈਗੀ ਜਿਹਦੇ ਵਿੱਚ ਪੂਰਾ ਨਜ਼ਾਰਾ ਵੱਜਾ ਜਿਹ ਚ ਮਜ਼ਾ ਆਉਂਦਾ ਕਿਤੇ ਕਹਿਣਾ ਗਰਾਰੀ ਅੜ ਜਾਂਦੀ ਵੀ ਅੱਜ ਮਜ਼ਾ ਆਊਗਾ। ਜਿੱਥੇ ਬੰਦੇ ਚਾਰ ਇੱਧਰ ਬੈਠੇ ਰਹੀ ਚਾਰ ਉੱਧਰ ਬੈਠੇ ਰਹੀ ਵੰਡਣੀ ਨਹੀਂ ਬਾਜੀ ਬਈ ਅੱਜ ਚੱਲਦਾ ਆ। ਬਹੁਤ ਫਸੀਆਂ ਸੀ ਗਰਾਰੀਆਂ ਦਾ ਜੇ ਹੁਣ ਆਪਾਂ ਕਿਸੇ ਨਾਲ ਨਾਮ ਲੈ ਗੱਲ ਬਹੁਤ ਫਸੀਆਂ ਕਿਉਂਕਿ ਸਾਡਾ ਤਾਂ ਕੰਮ ਹੀ ਸੀ। ਅਸੀਂ ਨਾਲ ਮੇਰਾ ਉਸਤਾਦ ਬਾਜੀ ਪੜਦਾ ਸੀ ਕਿਸੇ ਨਾਲ। ਹਾਂਜੀ ਉਹ ਵੀ ਬਹੁਤ ਬਾਜੀ ਉਹਨੇ। ਇਹ ਗੱਲ ਇੱਕ ਹੋਰ ਹੈ ਜੀ ਜਦੋਂ ਬੰਦੇ ਦਾ ਕਿਸੇ ਦਾ ਕਬੂਤਰ ਹਰਦਾ ਆ ਨਾ ਉਦੋਂ ਤੇ ਉਹਨਾਂ 50 ਜਣੇ ਖੜੇ ਹੁੰਦੇ। ਗੁਲਜ਼ਾਰ ਉਸਤਾਦ ਜੀ ਨੇ ਵੀ ਇਹ ਗੱਲ ਦੱਸੀ ਜਦੋਂ ਕੋਈ ਬੰਦਾ ਜਿੱਤਣ ਲੱਗ ਜਾਂਦਾ ਨਾ ਥੋੜਾ ਜਿਹਾ ਫਿਰ ਜਿਹੜੇ ਉਹਦੇ ਨਾਲ ਵੀ ਖੜੇ ਆ ਨਾ ਉਹ ਵੀ ਦੁਸ਼ਮਣ ਵਾਂਗੂ ਬਿਹੇਵ ਕਰਨ ਲੱਗ ਜਾਂਦੇ ਆ। ਇਹ ਨਾ ਇੱਕ ਅੰਦਰ ਜੈਲਸੀ ਫੀਲ ਹੋਣ ਲੱਗ ਜਾਂਦੀ ਆ। ਕਹਿਣ ਦਾ ਮਤਲਬ ਦੇਖੋ ਜੀ ਜਿੱਤ ਹਾਰ ਵਾਲੇ ਬੰਦੇ ਨੇ ਮਿਹਨਤ ਕੀਤੀ ਹੁੰਦੀ ਆ ਤੇ ਹਾਰ ਨੂੰ ਬਰਦਾਸ਼ਤ ਕਰਨਾ ਚਾਹੀਦਾ ਤੇ ਜੇਕਰ ਕੋਈ ਜਿੱਤਿਆ ਤੇ ਉਹਦੀ ਖੁਸ਼ੀ ਵਿੱਚ ਸ਼ਾਮਲ ਵੀ ਹੋਣਾ ਚਾਹੀਦਾ। ਜ਼ਰੂਰੀ ਨਹੀਂ ਆ ਕਿ ਹਰ ਵਾਰ ਇੱਕ ਬੰਦਾ ਜਿੱਤਦਾ। ਟਾਈਮ ਚੱਲਦਾ ਹਰ ਕਿਸੇ ਦਾ ਟਾਈਮ ਕਿਸੇ ਦਾ ਆਪਣਾ ਨਹੀਂ ਹੁੰਦਾ। ਇਹ ਕਦੋਂ ਬਦਲ ਜਾਣਾ ਕੋਈ ਪਤਾ ਨਹੀਂ ਲੱਗਦਾ ਜੀ। ਇਹ ਚੀਜ਼ਾਂ ਜਿਹੜੀਆਂ ਨੈਚੁਰਲੀ ਹੈਗੀਆਂ ਆਪਾਂ ਤਾਂ ਗੱਲ ਹੀ ਇੱਥੋਂ ਸ਼ੁਰੂ ਕੀਤੀ ਸੀ। ਸ਼ੁਰੂ ਕੀਤੀ ਗੱਲ ਇਸੇ ਗੱਲ ਸ਼ੁਰੂ ਕੀਤੀ ਸੀ ਗੱਲ ਜਿੱਦਾਂ ਤਾਂ ਨਹੀਂ ਪਤਾ ਸਾਡਾ ਤਾਂ ਉਦੋਂ ਅਸੀਂ ਉਹਨੂੰ ਦੇਖ ਕੇ ਸਾਡਾ ਕੌਨਫੀਡੈਂਸ ਬੜਾ ਹੋ ਗਿਆ। ਮੇਰਾ ਵੀ ਚੱਲ ਪਿਆ ਘਰੇ ਮੈਨੂੰ ਕਬੂਤਰ ਪਤਾ ਹੁੰਦਾ ਸੀ ਨਾ ਮੈਂ ਉਸ ਟਾਈਮ ਕਬੂਤਰ ਘਰੇ ਆਪ ਪਟਾਉਂਦਾ ਤੇ ਆਪ ਹੀ ਸਾਂਭਦਾ ਸੀ ਸਾਰੇ। ਸਹੀ ਹੈ ਜੀ ਮੈਨੂੰ ਸਾਡਾ ਪਤਾ ਹੁੰਦਾ ਸੀ ਸਾਰਿਆਂ ਨੇ ਪਿਛਲੇ ਲੈ ਕੇ ਚੱਲ ਜਾਣਾ ਵਧੀਆ ਨੇ। ਮੈਂ ਬਹਾ ਕੇ ਬਦਾਮ ਪਾ ਕੇ ਕਬੂਤਰਾਂ ਦੇ ਫਿਰ ਮੈਂ ਦੇਖਣਾ ਮੇਰਾ ਹੱਥ ਚੰਗਾ ਉਹਦੇ ਮਗਰ ਜਾਣਾ। ਸਹੀ ਹੈ ਮੈਂ ਇੱਕ ਦਿਨ 4 ਵਾਰੀਆਂ ਛੱਡੀਆਂ ਹੁੰਦਾ ਹੁੰਦਾ ਗੱਲ। ਇੱਕ ਇਹਦੇ ਪਿੰਡ ਛੱਡੀ ਬੁਰਜੇ ਕੀ ਮੈਂ ਏਡਾ ਲੱਕੀ ਪਿੰਡ ਆ ਉੱਥੇ ਸੀ ਬਾਜੀ ਨਹੀਂ ਹਰੇ ਕਦੇ। ਸਹੀ ਹੈ ਇਹਦੇ ਪਿੰਡ ਛੱਡੀ ਇੱਕ ਛੱਡੀ ਮੈਂ ਤਾਜਪੁਰ ਇੱਕ ਮੈਂ ਛੱਡੀ ਕੁਤਬੇ ਇੱਕ ਮੈਂ ਛੱਡੀ ਠਾੜ ਚ। ਸਹੀ ਹੈ 4 ਵਾਰੀਆਂ ਛੱਡੀਆਂ। ਜਦੋਂ ਮੈਂ ਇੱਥੋਂ ਨਿਮੇੜ ਕੇ ਗਿਆ ਇਹਦੇ ਪਿੰਡ ਸਾਡੇ ਚੱਲ ਨੂੰ 2 ਫਿਰ। ਸਹੀ ਹੈ ਇੱਕ ਤੇਰੇ ਕੋਚ ਦਾ ਸੀਨੀਅਰ ਵਾਲੇ ਦਾ ਇੱਕ ਸਾਡਾ ਮੇਰਾ ਕੋਚ ਨੇ ਵੀ ਪੂਰਾ ਪਿਆਰ ਦੇਣ ਲੈਣ ਕਬੂਤਰਾਂ ਦਾ ਸਾਡੀ ਪੂਰੀ ਯਾਰੀ ਹੱਥ ਨੇ ਬੈਠ ਕਾਰਡ ਪੀਣ ਵੀ ਸਾਡਾ ਇਕੱਠਾ। ਸਹੀ ਹੈ ਕੋਚ ਕਹਿੰਦਾ ਅੱਜ ਮੇਰਾ ਚੰਗਾ ਬਾਜੀ ਬਣੀ ਨਹੀਂ। ਅੱਛਾ ਮੈਂ ਉਹਨੂੰ ਕਿਹਾ ਮੈਂ ਗੇਮ ਹੈ ਕੋਈ ਗੱਲ ਨਹੀਂ ਮੈਂ ਕੋਚ ਥੱਲੇ ਹਰ ਗਿਆ ਜੀ। ਕਬੂਤਰ ਫੜਿਆ ਮੈਂ ਫੜ ਕੇ ਪਾਣੀ ਵੀ ਨਹੀਂ ਪਿਆ ਮੈਂ ਗੱਡੀ ਚੱਕੀ। ਜਦੋਂ ਮੈਂ ਗਾਲੀ ਬਾਜੀ ਦੇ ਗਿਆ ਉੱਥੇ ਤਾਜਪੁਰ ਨੇੜੇ ਗਿਆ ਪਿੰਡ ਤੋਂ ਲਵਈ ਉੱਥੇ ਵੀ 2 ਹੀ ਫਿਰ ਜਾਂਦਾ ਨੂੰ ਇੱਕ ਮੇਰਾ ਵੀ ਪੂਰਾ ਯਾਰ ਕਹਾ ਲਾਲੀ ਰਾਏਕੋਟ ਵਾਲਾ ਇੱਕ ਲਾਲੀ ਦੀ ਬੇਟੀ ਤੇ ਇੱਕ ਮੇਰੀ ਫਿਰ ਸਾਡਾ ਬਹੁਤ ਪਿਆਰ ਲਾਲੀ ਨਾਲ ਅੱਜ ਵੀ ਫੁੱਲ ਵਾ ਵਿਆਹੀ ਸਾਡੀ ਵੀ ਆਉਣੀ ਜਾਣੀ ਆ। ਸਹੀ ਹੈ ਮੈਂ ਲਾਲੀ ਦੇ ਕੋਚ ਨੇ ਮੇਰੇ ਨਾਲ ਨਹੀਂ ਵੜੀ ਤੇ ਮੈਂ ਤੇਰੇ ਨਾਲ ਨਹੀਂ ਵੜਨੀ। ਸਹੀ ਹੈ ਮੈਂ ਲਾਲੀ ਨਾਲ ਉੱਥੋਂ ਰੁਪਈਏ ਫੜੇ ਮਨਾਲੀ ਬਾਈ ਜੀਤਾ ਨਾਲ ਹੀ ਕੋਚ ਆ ਇੱਕ ਗੱਡੀ 'ਚ ਅਸੀਂ ਇੱਥੋਂ ਮੈਂ ਚਲਾਉਣ ਕੋਤਬੇ ਚੱਲਦਾ ਰਿਹਾ। ਮੈਂ ਕੋਤਬੇ ਫੋਨ ਕੀਤਾ ਮੇਰਾ ਡੈਡੀ ਸੀ ਤੇ ਬਾਈਕ ਤੇ ਬਾਪੂ ਕਹਿੰਦਾ ਵੀ ਤੂੰ ਨਾ ਇੱਥੇ ਆਈ ਅਲੇ ਕਹਿੰਦਾ ਮੈਂ ਤਾਂ ਇਕੱਲੇ ਝਾੜ ਕੇ ਆਉਂ ਸਾਰਿਆਂ ਨੂੰ ਤੂੰ ਇੱਥੇ ਅੱਗੇ ਨਾ ਵੜ ਲੇਗਾ। ਅਸੀਂ ਹਲੇ ਗੱਲਾਂ ਹੀ ਕਰਦੇ ਹਾਂ ਬਾਈ ਜੀਤ ਨੂੰ ਫੋਨ ਆ ਗਿਆ ਕਦੋਂ ਦਾ ਮੁੰਡਾ ਵੀ ਆ ਇਹ ਵੀ ਮੁੰਡੇ ਪਾਪਾ ਕਹਿੰਦਾ ਵੀ ਮੁੰਡੇ ਕਦੋਂ ਇਹਨਾਂ ਦੇ ਪਿੰਡ ਦਾ ਹੀ। ਸਹੀ ਹੈ ਉਹ ਬਾਈ ਨੂੰ ਕਹਿੰਦਾ ਬਾਈ ਵਿਕਰ ਦਾ ਕਬੂਤਰ ਫਿਰਦਾ ਬਾਜੀ ਹੋਣਾ ਹੁਣ ਮੇਰਾ ਕੋਈ ਭਰਾ ਵਾ ਮੇਰੇ ਉਸਤਾਦ ਨੇ ਹਮੀ ਭਰਤੀ ਮੈਂ ਕਿਵੇਂ ਕਰਨਾ ਮੈਂ ਕਰਨੀ ਕੋਚ ਆ ਵਿੱਚੋਂ ਹਲੇ ਬੋਲਿਆ ਕਹਿੰਦਾ ਚਾਲ ਦੇਖ ਕੇ ਬਾਜੀ ਬਣਾਂਗੇ ਆਪਾਂ ਚੱਲਦੇ ਹਾਂ ਉੱਥੇ। ਮੈਂ ਵੀ ਕੁਝ ਸਾਡਾ ਫਰਕ ਨਾ ਪਾ ਦੋ ਦੂਜੇ ਲਿਖਦਾ ਜਿਹਨੇ ਵੰਡਦੀ ਤਾਂ ਵੰਡਦੀ ਬਾਜੀ ਦਾ ਵੰਡਦੀ ਪੰਜਾਂ ਦੇ ਦੋ ਉੱਥੇ ਕਿ ਸਾਡਾ ਇਕੱਲਾ ਹੀ ਕਰੇ। 2.5 ਘੰਟੇ ਉੱਡ ਗਿਆ ਕੱਲਾ ਸਪਾਈ ਤੇ ਫਸ ਗਿਆ ਮਰਿਆ ਘੜ ਗਿਆ ਧਰਤੀ ਤੇ। ਮੇਰੇ ਬਾਪੂ ਨੇ 100 ਵਾਲੇ ਕੱਢੀ ਮੈਨੂੰ ਕਹਿੰਦਾ ਕਬੂਤਰ ਮਰਾਤਾ ਵਾਲੇ ਕਹਿੰਦਾ 5 ਦਿਨ ਤੋਂ ਬਾਜੀ ਵੰਡਦੀ ਉਸ ਦਿਨ ਦੀ ਠਾੜ ਚ ਬਾਜੀ। ਹੁਣ ਮੇਰੇ ਪਿੰਡ ਨਿਕਲ ਗਿਆ ਖਿਆਲ ਚੋਂ ਕਿਹੜਾ ਸੀ ਉੱਥੇ ਗਏ ਸੀ ਹੈਪੀ 1916 ਵਾਲੇ। ਸਹੀ ਹੈ 4 ਬਾਜ਼ੀਆਂ ਤੋਂ ਇੱਕ ਹਰੇ 3 ਜਿੱਤੀਆਂ ਸੀ। ਸਹੀ
ਮਾਲਕ ਨੂੰ ਪਤਾ ਹੁੰਦਾ ਵੀ ਮੈਂ ਜਾ ਕਬੂਤਰ ਤੋਰਿਆ ਸਾਂਭ ਕੇ ਇਹ ਕਿੱਥੇ ਖਰਾਕ ਆ, ਟੈਂਪਰੇਚਰ ਕਿੰਨਾ, ਕਿਵੇਂ ਉੱਡਦਾ ਤੇ ਕੀ ਕਰੂ, ਉਹਨੂੰ ਪਤਾ। ਜੇ ਹਰਦਾ ਉਹਨੂੰ ਫਿਰ ਵੀ ਪਤਾ ਜਿਵੇਂ ਹਾਰ ਜਾਣਾ। ਸਹੀ ਹੈ ਜੀ। ਇਹ ਤਾਂ ਗੇਮ ਆ, ਜਦੋਂ ਆਪਾਂ ਲੈ ਕੇ ਤਿਆਰ ਕਰ ਲਿਆ ਫਿਰ ਕੰਪਨੀ ਤੋਂ ਤੁਮਨੇ ਬੜਾ ਮੰਗਾ ਦਿੱਤਾ। ਬਿਲਕੁਲ ਬਿਲਕੁਲ। ਗੱਲ ਪਾਣੀ ਦੀ ਆ ਜਾਂਦੀ ਹੈ ਜੀ। ਇਹ ਮੌਸਮ ਦੇ ਹਿਸਾਬ ਨਾਲ ਕਈ ਬੰਦੇ ਕਹਿੰਦੇ ਕਿ ਪਾਣੀ 2 ਵਾਰ ਲਾਈਦਾ, ਕੋਈ ਕਹਿੰਦਾ 1 ਵਾਰ ਲਾਈਦਾ। ਤੁਸੀਂ ਇਹਦੇ ਬਾਰੇ ਕੁਝ ਕਹਿਣਾ ਚਾਹੋਗੇ? ਮੇਰਾ ਤਜਰਬਾ ਇਹਨਾਂ ਜੀ, ਮੈਂ ਤਾਂ ਬਿਨਾਂ ਪਾਣੀ ਤੋਂ ਹੀ ਬਾਗੀ ਦਿੱਤੀਆਂ ਨੇ, ਕਿਉਂਕਿ ਮੇਰੇ ਸਾਲ ਨੂੰ ਪਹਿਲਾਂ ਪਾਣੀ ਦਿੰਦੇ ਨਹੀਂ ਸੀ। ਸਹੀ ਹੈ। ਇਹ ਤਾਂ ਕੱਲੇ ਆਲੂ ਕਰਨਾ ਵੀ ਪਾਣੀ ਦਿੱਤੀਆਂ ਧਾਗੇ ਲੋਚ। ਸਹੀ ਹੈ। ਕਿਉਂਕਿ ਉਦੋਂ ਸਿਸਟਮ ਹੋਰ ਸੀ, ਉਦੋਂ ਬਾਜ਼ੀਆਂ ਘੱਟ ਉੱਡਦੀਆਂ ਸੀਗੀਆਂ। ਇੱਕ ਵਾਰ ਜਿਹੜਾ ਗੱਲ ਲੋ ਵਗੇ ਸੱਜਾਵਾਲ ਬਾਜੀ ਮੇਰਾ ਉਸਤਾਦ ਜਿੱਤਿਆ, ਪੌਣੇ 1 ਵਜੇ ਨੂੰ ਜਿੱਤ ਕੇ ਬਾਜੀ ਗਾੜੀ ਕਬੂਤਰੀ ਮੇਰੀ 'ਚ ਵੜ ਗਈ। ਸਹੀ ਹੈ। 2 ਵਜੇ ਮੌਕੀ, 3 ਵਜੇ ਮੌਕੀ, ਹੱਦ 4 ਵਜੇ ਮੌਕੀ। ਹੁਣ ਤਾਂ ਲੋ ਵਗਦੀ 7 ਤੋਂ 7 ਹੋ ਜਾਂਦੇ ਨੇ ਕਬੂਤਰ। ਇਹ ਸਮੇਂ ਦੀ ਖੇਡ ਹੁੰਦੀ ਆ। ਬਹੁਤ ਬੰਦੇ ਮੇਰੇ ਨਾਲ ਰਹੇ, ਮੇਰੇ ਨਾਲ ਕਬੂਤਰ ਡਾਏ, ਸਟਾਰ ਰਹੇ ਪੂਰੇ, ਇਹ ਦੁਨੀਆ ਜਿੱਤੀ ਉਹਨਾਂ ਨਾਲ ਰਹਿ ਗਏ। ਉਹਨਾਂ ਦੇ ਮਗਰ ਰਹਿਣ ਦਾ ਕਾਰਨ ਨਹੀਂ ਬਣ ਗਿਆ, ਉਹ ਸਮੇਂ ਦੇ ਨਾਲ ਸਿਆਣੇ ਨਹੀਂ। ਸਿਆਣੇ ਖੇਡ ਤਾਂ ਹਰ ਰੋਜ਼ ਬਦਲਦੀ ਆ। ਹੋਰ ਹਰ ਰੋਜ਼ ਵੱਧਦਾ ਅੱਗੇ ਤੋਂ। ਪਹਿਲਾਂ ਕੱਲਿਆ ਲੋਕ ਕਰਦੇ ਸੀ, ਫਿਰ ਪਾਣੀ ਐਡ ਹੋ ਗਏ। ਪਾਣੀਆਂ ਦੀ ਤੁਹਾਨੂੰ ਇੱਕ ਗੱਲ ਕਲੀਅਰ ਕਰਦਾ, ਬਹੁਤ ਬੰਦੇ ਕਹਿੰਦੇ ਬਿਨਾਂ ਪਾਣੀ ਤੋਂ ਕਬੂਤਰ ਉੱਡਦੇ ਆ, ਜਾਂ ਪਾਣੀ ਐਵੇਂ ਬਣਾਈ ਜਾਂਦਾ। ਪਾਣੀ ਤਾਂ ਸੁਣ ਲਓ ਬਾਈ ਜੀ, ਖਾਸ ਗੱਲ ਆ। ਜੇ ਬਿਨਾਂ ਪਾਣੀਆਂ ਤੋਂ ਉੱਡਦੇ ਸਰਦਾਰ ਮੋਹਨ ਸਿੰਘ ਪਾਣੀ ਨਹੀਂ ਸੀ ਬਣਾਉਂਦਾ। ਨਹੀਂ ਬਣਾਉਂਦਾ। ਬਾਬਾ ਭੱਚਰ ਮੱਲ ਨੇ ਪਾਣੀ ਪੈਦਾ ਕੀਤਾ ਨਾ, ਪਹਿਲਾਂ ਪੜਲੇ ਕਰਾਉਣਾ, ਫਿਰ ਉਹ ਪਾਣੀ ਨਹੀਂ ਸੀ ਲੈਂਦਾ। ਜੇ ਬਿਨਾਂ ਪਾਣੀ ਤੋਂ ਉੱਡਦੇ ਫਿਰ ਤਾਂ ਮਤਲਬ ਅਸੀਂ ਖਿਡਾਰੀ ਹੋ ਗਏ, ਜਿਹਦੇ ਉਹ ਪੁਰਾਣੇ ਟਾਈਮ ਤੇ ਖਿਡਾਰੀ ਸੀ, ਫਿਰ ਉਹ ਰਾਣੀ ਸੀਗੀ। ਬਿਲਕੁਲ। ਪਾਣੀ ਜ਼ਰੂਰੀ ਆ। ਪਾਣੀ 2 ਤਰ੍ਹਾਂ ਦੇ ਪਾਣੀ ਆ। ਅੱਛਾ ਜੀ। ਇੱਕ ਪਾਣੀ ਭੁੱਖ ਤੇ ਤੀਹ ਨੂੰ ਵੀ ਕੰਟਰੋਲ ਕਰਦਾ, ਉਹ ਵੱਧ ਚੀਜ਼ਾਂ ਪੈਂਦੀਆਂ ਨੇ, ਜਿਵੇਂ ਹੁਣ ਪੁਰਾਣੇ ਤਪਾ ਵੀ ਬੈਠਦੇ ਸੀ ਤਪੱਸਿਆ ਕਰਨਾ। ਸਹੀ ਆ। ਕੋਈ ਜਿਹੜਾ ਭਸਮਾ ਖਾਂਦੇ ਸੀ ਉਹਨੂੰ ਭੁੱਖ ਹੀ ਨਹੀਂ ਸੀ ਲੱਗਦੀ। ਸਹੀ ਆ। ਇਹ ਆਪਾਂ ਦੇਖਣਾ ਵਾ ਕਿ ਆਪਣੇ ਪਾਣੀ 'ਚ ਕੀ ਚੀਜ਼ ਪਾਉਣੀ ਆ। ਇਹ ਕਈ ਵਾਰੀ ਸਾਈਡ ਇਫੈਕਟ ਵੀ ਕਰਦੀ ਆ, ਗਰਮ ਠੰਡੀਆਂ ਚੀਜ਼ਾਂ ਪਾ ਕੇ ਪਾਣੀ ਖਰਾਬ ਵੀ ਹੋ ਜਾਂਦਾ। ਸਹੀ ਆ। ਮੈਂ YouTube ਤੇ ਦੇਖਦਾ ਹਰੇਕ ਬੰਦੇ ਦਾ ਪਾਣੀ ਪਾਇਆ ਹੁੰਦਾ, ਮੈਂ ਕਿਸੇ ਦੇ ਕੰਨ ਤੋਂ ਨਹੀਂ ਕਰਦਾ। ਉਹ ਬੰਦੇ ਆਪ ਜਗ੍ਹਾ ਸਹੀ ਨੇ, ਉਹਨਾਂ ਨੇ ਉਵੇਂ ਕਬੂਤਰ ਡਾਏ ਤੋਂ ਉੱਡੇ ਵੀ ਹੋਣਗੇ। ਪਰ ਇਹ ਤਾਂ ਨਹੀਂ ਸਾਰੀ ਉਮਰ ਉਸੇ ਪਾਣੀ ਉੱਡਣਗੇ। ਬਿਲਕੁਲ। ਕੋਈ ਪੰਛੀ ਡਾਈਜੈਸਟ ਕਰਦਾ, ਕੋਈ ਨਹੀਂ ਕਰਦਾ। ਹਰ ਰੋਜ਼ ਬੰਦਾ ਜਦੋਂ ਦੇਖਦਾ ਨਾ ਵੀ ਆਹ ਕਮੀ ਆ, ਜਾਂ ਹੁਣ ਟੈਂਪਰੇਚਰ ਦੀ ਪਹਿਲੀ ਗੱਲ ਤਾਂ ਮੇਨ ਕਰਨੀ ਹੁੰਦੀ, ਉਦੋਂ ਇੰਨਾ ਪ੍ਰਦੂਸ਼ਣ ਕਦੋਂ ਜਿੰਨਾ ਹੋਣਾ। ਉਦੋਂ ਕਬੂਤਰ ਤੋੜਦੇ ਨਾਸਾ ਬੰਦ ਹੁੰਦੇ, ਕੁੱਤਾਂ ਦੇ ਇੰਨੇ ਪ੍ਰਦੂਸ਼ਣ ਹਵਾ ਚ ਇੰਨਾ ਵਾ। ਸਹੀ ਹੈ। ਉਹ ਵੀ ਚੀਜ਼ ਦੇਖਣ ਨੂੰ ਵੱਧ ਵਧੀਆ ਦੇਣਾ ਵਾ, ਕਬੂਤਰ ਤੰਦਰੁਸਤ ਰਹੇ, ਮਨੋਂ ਉਹਨੂੰ ਹਾਰਟ ਦੀ ਕਬੂਤਰ ਉਦੋਂ ਬੈਠੀ ਉਦੋਂ ਜਲਦੀ ਧੜਕਣ ਵੱਧ ਗਈ। ਸਹੀ ਹੈ। ਮੂੰਹ ਮੱਟ ਕੇ ਥੋੜਾ ਕਿਹਾ ਜਦੋਂ ਐਂ ਬਚਣ ਲੱਗ ਗਿਆ, ਉਦੋਂ ਫਿਰ ਉਹਦੀ ਬੇਵਸ ਹੋ ਜਾਂਦਾ। ਜੇ ਉਹ ਜਦੋਂ ਨਾਸਾਂ ਬੰਦ ਹੋ ਗਈਆਂ, ਪ੍ਰਦੂਸ਼ਣ ਮੇਰਾ ਬੁਰਾ ਹਾਲ ਹੋ ਗਿਆ, ਦੱਖਣ ਚੜ੍ਹ ਕੇ ਮਿੱਟੀ ਭਰ ਗਈ, ਫਿਰ ਉਹ ਉੱਥੇ ਸਭ ਪਾਣੀ ਪੂਣੀ ਫੇਲ ਹੋ ਜਾਂਦੇ। ਸਹੀ ਹੈ। ਇਹ ਦਿਮਾਗ ਦੀ ਗੇਮ ਆ। ਹੁਣ ਤਾਂ ਵੀ ਆਪਾਂ ਕੀ ਕਿੱਥੇ ਆ, ਉਦੋਂ ਬਾਅਦ ਪਾਣੀ ਦੀ ਗੇਮ ਚੱਲ ਵੀ, ਉਦੋਂ ਹੀ ਬਹੁਤ ਜਿੱਤੀਆਂ ਵਾਰੀਆਂ। ਰਸੌਂਦ ਨਾਲ ਵੀ ਬਹੁਤ ਜਿੱਤੀਆਂ ਵਾਰੀਆਂ। ਸਹੀ ਹੈ। ਤੇ ਰਸੌਂਦ ਕਿਹੜੇ ਟਾਈਮ ਲੱਗਦੀ ਹੈ ਜੀ? ਇਹਦਾ ਅਲੱਗ-ਅਲੱਗ ਵਾ ਜੀ। ਬਦਾਮਾ ਸਾਹਿਬ ਨਾਲ ਜਦੋਂ ਸਾਫ਼ ਹੋ ਗਿਆ ਲਾਉਣ ਦਾ, ਘੱਟ ਬਦਾਮਾਂ ਦਾ ਪਹਿਲਾਂ ਸਾਫ਼ ਹੋ ਗਿਆ, ਪਹਿਲਾਂ ਲਾਉਣ ਤੋਂ ਬਾਅਦ ਲਾਉਣ ਦਾ। ਰਸੌਂਦ ਠੰਡੀ ਬਹੁਤ। ਰਸੌਂਦ ਠੰਡੀ ਬਹੁਤ ਆ। ਇਹ ਕਹਿਣ ਦਾ ਮਤਲਬ ਅੰਦਰੋਂ ਕੀ ਕੰਮ ਹੈ ਇਹਦਾ ਰਸੌਂਦ ਦਾ, ਉਹ ਚੀਜ਼ ਦੱਸਣਾ ਤੁਸੀਂ ਵੀ ਇਹਦਾ ਕੰਮ ਕੀ ਆ ਮੇਨ। ਇਹ ਪੇਟੀ 'ਚ ਗਰਮੀ ਨਹੀਂ ਛੱਡਦੀ। ਠੀਕ ਹੈ ਜੀ। ਮੇਰਾ ਭੁੱਖ ਲੱਗਦੀ ਆਪ ਦਾ ਤਜਰਬਾ, ਮੇਰੇ ਸੁਣੋ ਭੁੱਖ ਵਾਲਾ ਕੰਮ ਤਾਂ ਮੈਟਰ ਨਹੀਂ ਕਰਦਾ। ਮੈਂ ਦੱਸਦਾ ਗੱਲ, ਹੋ ਸਕਦਾ ਮੈਂ ਤੇ ਗਲਤ ਹੋਵਾਂ, ਮੇਰੇ ਤੋਂ ਵੱਧ ਸਿਆਣਾ ਵੀ ਹੋ ਸਕਦਾ ਵਾ। ਜਦੋਂ ਕਿਤੇ ਪਾਣੀ ਖੜਦਾ ਨਾ, ਕਿਤੇ ਇਸ ਤਰ੍ਹਾਂ ਖੇਤ 'ਚ ਚੁੱਗਾ ਕਹਿੰਦਾ ਤੁਸੀਂ ਔੜੂਗੀ ਤੇ ਪਾਣੀ ਡਿੱਗਦਾ ਆਪਣਾ ਮੋਟਰ ਵਾਲਾ। ਹਾਂਜੀ। ਜਦੋਂ ਉਹ ਪਾਣੀ ਖੜਦਾ ਤਾਂ ਥੱਲੇ ਚਿੜਬ ਲੱਗ ਜਾਂਦੀ, ਦੇਖੋ ਹਰੀ ਹਰੀ ਜਿਹੜੀ। ਹਾਂਜੀ ਹਾਂਜੀ। ਇਵੇਂ ਨਾ ਕਬੂਤਰ ਅੰਦਰ ਜਿਹੜੀ ਪੇਟੀ ਆ ਉਹਦੇ ਵਿੱਚ ਜੰਮ ਜਾਂਦੀ ਹੈ, ਲਾਗ ਕਹਿੰਦੇ ਆ। ਉਹ ਗਰਮੀ ਨੂੰ ਰਸੌਂਦ ਵੱਢ ਦਿੰਦੀ ਹੈ। ਜਦੋਂ ਸਾਫ਼ ਹੋ ਗਿਆ ਕਈ ਇੱਕ ਵਾਰ ਦੇ ਦਿਓ। ਇਹ ਵੈਸੇ ਵੀ ਆਪਾਂ ਦੇ ਸਕਦੇ ਹਾਂ ਕਿ ਜਾਂ ਬਾਜੀ ਵਾਲੇ ਦਿਨ ਯੂਜ਼ ਕਰ ਸਕਦੇ ਹਾਂ? ਉਹ ਤਾਂ ਪਤਾ ਬਾਜੀ ਵਾਲੇ ਦਿਨ ਕਰੀਏ, ਵਧੀਆ ਵਧੀਆ ਸਹੀ ਰਸੌਂਦ ਨਾ ਸੁੱਧ। ਹਾਂਜੀ। ਉਹ ਦੇ ਦੇਣੀ ਚਾਹੀਦੀ ਹੈ। ਇਹਦੀ ਵੀ ਪਹਿਚਾਣ ਆ ਕੋਈ ਸ਼ੁੱਧ ਦੀ ਖਾਸ? ਇੱਕ ਤੋਂ 10 ਰੁਪਏ ਦੀ ਟਿੱਕੀ ਦਿੰਦੇ ਆ ਨਾ, ਉਹ ਨਹੀਂ ਸਹੀ ਹੈ। ਵਧੀਆ ਬੰਸਾਰੀਆਂ ਤੋਂ ਵਧੀਆ ਰਸੌਂਦ ਮਿਲ ਜਾਂਦੀ ਹੈ। ਵਧੀਆ ਰਸੌਂਦ ਦਾ ਪਾਣੀ ਕਾਲੇ ਰੰਗ ਦਾ ਨਹੀਂ ਹੋਊਗਾ। ਠੀਕ ਹੈ ਜੀ। ਸੋਨੇ ਰੰਗ ਦਾ ਰੰਗ ਹੋਊਗਾ। ਅੱਛਾ। ਆਹ ਵੱਡੀ ਨਿਸ਼ਾਨੀ ਆਉਂਦੀ, ਉਹਨੂੰ ਸਿੱਟੋ ਪਾਣੀ 'ਚ, ਪਾਣੀ ਨੂੰ ਹਿਲਾਓ ਤੇ ਵਿੱਚ ਚੱਕ ਲਓ। ਜੇ ਪਾਣੀ ਦਾ ਰੰਗ ਕਾਲਾ ਤਾਂ ਰਸੌਂਦ ਵਧੀਆ ਨਹੀਂ, ਜੇ ਰੰਗ ਸੋਨੇ ਵਰਗਾ ਤਾਂ ਵਧੀਆ। ਬਾਈ ਜੀ ਦੇਖੋ, ਬੜੀ ਵੱਡੀ ਗੱਲ ਹੈ ਵੀ ਹੌਲੀ ਹੌਲੀ ਜਿਹੜਾ ਸਿੱਖਣ ਨੂੰ ਮਿਲ ਰਿਹਾ ਹੈਗਾ ਸਾਰਾ ਕੁਝ। ਪਾਣੀ ਦਾ ਰੰਗ ਜਿਹੜਾ ਸੋਨੇ ਰੰਗਾ ਹੋਣਾ ਚਾਹੀਦਾ, ਜਿਹੜੀ ਰਸੌਂਦ ਆ ਉਹਦੇ ਨਾਲ। ਬੜੀ ਵਧੀਆ ਗੱਲ ਇਹ ਵੀ ਬਾਈ ਨੇ ਦੱਸੀ ਆ। ਅੱਜ ਆਪਣੇ ਦਿਮਾਗ 'ਚ ਜੋ ਕੁਝ ਆ ਰਿਹਾ ਅਸੀਂ ਪੁੱਛ ਰਹੇ ਹਾਂ, ਤੁਹਾਨੂੰ ਦੱਸ ਰਹੇ ਹਾਂ ਜੀ। ਤੇ ਇੱਕ ਜੀ ਹੁਣ ਆਪਣੇ ਨਵੇਂ ਖਿਡਾਰੀ ਹੈਗੇ ਆ, ਸਟਾਰਟਿੰਗ ਕਰਦਾ ਕੋਈ ਬੰਦਾ ਹੈਗਾ, ਸ਼ੌਂਕ ਬੜਾ ਹੈਗਾ, ਪੈਸੇ ਵੀ ਲਾਉਂਦੇ ਨੇ, ਸਾਰਾ ਕੁਝ ਕਰਦੇ ਨੇ ਜਿਵੇਂ ਨੈਚੁਰਲੀ ਦੇਖਿਆ ਜਾਂਦਾ ਹੈਗਾ। ਤੇ ਕਬੂਤਰਾਂ ਦੀ ਜਿਹੜੀ ਹੈਗੀ ਆ, ਉਹਨਾਂ ਨੂੰ ਐ ਹੁੰਦਾ ਵੀ ਅਸੀਂ ਇੱਕਦਮ ਚੁਆਰੇ ਤੇ ਚੜ੍ਹ ਜਾਈਏ, ਪੌੜੀ ਨਹੀਂ ਲਾਉਣੀ, ਡੰਡਿਆਂ ਤੇ ਨਹੀਂ, ਛਾਲ ਮਾਰ ਕੇ ਚੜੀਏ। ਤੇ ਛਾਲ ਮਾਰ ਕੇ ਚੜਿਆ ਨਹੀਂ ਜਾਂਦਾ, ਮੁੱਦੇ ਮੂੰਹ ਥੱਲੇ ਡਿੱਗਦੇ ਆ ਫਿਰ। ਬਿਲਕੁਲ ਜੀ ਬਿਲਕੁਲ। ਮੈਂ ਗਜ਼ਾਰ ਦੀ ਪਲੇਟ ਨੂੰ ਸੁਣਦਾ ਸੀ, ਉਹ ਵੀ ਇਹ ਕਹਿੰਦਾ ਸੀ, ਕਹਿੰਦਾ ਇਹਦਾ ਦਿੱਤਾ 5 ਲੱਖ ਤੇ ਸਵੇਰ ਨੂੰ ਬੰਦਾ ਸਟਾਰ ਚਾਹੀਦਾ। ਬਿਲਕੁਲ। ਪੈਸੇ ਦਾ ਸਟਾਰ ਨਹੀਂ ਬਣਦਾ। ਮੈਂ 2 ਇੰਟਰਵਿਊ ਪਹਿਲਾਂ ਕੀਤੀਆਂ ਨੇ, ਜੇ ਪੈਸੇ ਦਾ ਸਟਾਰ ਬਣਦੇ ਹੁੰਦੇ ਗਰੀਬ ਘਰਾਂ 'ਚ ਉੱਠ ਕੇ ਅਸੀਂ ਸਟਾਰ ਨਹੀਂ ਬਣਦੇ। ਬਿਲਕੁਲ। ਮਿਹਨਤ ਬਹੁਤ ਜ਼ਰੂਰੀ ਆ, ਹਾਰਾਂ ਤੋਂ ਬੰਦਾ ਸਿੱਖਦਾ ਵਾ। ਬਿਲਕੁਲ। ਕਿਉਂਕਿ ਇੱਕ ਇਹ ਗੇਮ ਆ ਜਿਹਦੀ ਨਾ ਕਾਪੀ ਆ, ਨਾ ਕਿਤਾਬ ਆ, ਨਾ ਸਕੂਲ ਆ, ਨਾ ਕਾਲਜ ਆ, ਨਾ ਟਿਊਸ਼ਨ ਆ, ਨਾ ਯੂਨੀਵਰਸਿਟੀ ਆ। ਹਰ ਚੀਜ਼ ਆਪਾਂ ਪੜ੍ਹ ਕੇ ਸਿੱਖ ਲਾਂਗੇ ਨਾ। ਸਹੀ ਹੈ।
ਇਹ ਗੇਮ ਆ, ਬੰਦਾ ਆਪਣੀਆਂ ਗਲਤੀਆਂ ਤੋਂ ਸਿੱਖਦਾ ਵਾ। ਹਰ ਰੋਜ਼ ਠੋਕਰਾਂ ਖਾ ਕੇ ਵੀ ਅੱਜ ਆਹ ਸਿਰਫ ਗਲਤੀ ਹੋ ਗਈ, ਕੱਲ ਨੂੰ ਇਹ ਨਹੀਂ ਹੋਣੀ ਚਾਹੀਦੀ, ਫਿਰ ਦੂਜੇ ਦਿਨ ਹੋਰ ਨਵੀਂ ਹੋ ਗਈ, ਸਾਡੇ ਹੁਣ ਇਹ ਨਹੀਂ ਹੋਣੀ ਚਾਹੀਦੀ। ਹੁਣ ਅਸੀਂ ਆਹ ਉਮਰ 50 ਸਾਲ ਦੀ ਉਮਰ ਚ ਆ ਕੇ ਮੈਂ ਵੀ ਗਲਤੀ ਕੀਤੀ, ਮੈਂ 20 ਵਾਰ ਹਾਰ ਗਿਆ ਮੇਰੇ ਨਾਲ, ਤੇ ਜੇ ਹੁਣ ਅਗਰ 22 ਚ ਵੀ ਉਹ ਗਲਤੀ ਕੀ, ਫਿਰ ਮੈਂ ਖੜਾ ਨਹੀਂ ਕਹਦਾ ਵਾ। ਮੈਂ ਤੁਹਾਨੂੰ ਆਪਣੀ ਇੱਕ ਗੱਲ ਦੱਸ ਦਿੰਦਾ ਜੀ, ਮੈਂ 2016-17 ਚ ਨਾ ਤੁੱਕੇ ਦੇ ਨਾਲ ਇੱਕ ਕਬੂਤਰੀ ਛੱਡੀ, ਆਪਣੇ ਬਾਈ ਨੇ ਆਪਾਂ ਨੂੰ ਦਿੱਤੀ ਸੀਗੀ ਇੱਥੋਂ ਤੁਹਾਡੇ ਪਿੰਡੋਂ ਗੋਲੇ ਪੱਖੋਂ ਵਾਲੇ ਨੇ। ਆਪਣੀ ਕਬੂਤਰੀ ਜੀ ਬਹੁਤ ਉੱਡੀ, ਉਹਨਾਂ ਨੇ ਜਿੱਦਾਂ ਕਿਹਾ ਮੈਂ ਉਦਾਂ ਦਾ ਪਾਣੀ ਦੇ ਕੇ ਛੱਡਤਾ। ਮੈਂ 70 ml ਪਾਣੀ ਦੇ ਕੇ ਛੱਡੀ, ਉਹ ਨਾ ਆਪਣੀ ਕਬੂਤਰੀ ਜੀ ਐਂਡ ਤੇ ਚੱਲ ਗਈ, ਡਿੱਗਦੀ ਢਹਿੰਦੀ। 3 ਕਬੂਤਰ ਐਂਡ ਤੇ, ਜਿਹੜਾ ਜਿੱਤਿਆ ਉਹ ਵੀ ਛੱਪੜ 'ਚ ਜਾ ਕੇ ਡਿੱਗਿਆ, ਆਪਣੀ ਛੱਪੜ 'ਚ ਨਹੀਂ ਬੈਠੀ, ਆਪਣੀ ਨਾ ਲਾਸਟ 5 ਮਿੰਟ 'ਚ ਨਾ ਲੰਬੀ ਹੋ ਗਈ। ਮੈਨੂੰ ਐਂ ਲੱਗਾ ਵੀ ਮੈਂ ਬਹੁਤ ਕੁਝ ਸਿੱਖ ਗਿਆ ਜੀ। ਮੈਂ ਕੀ ਕੀਤਾ, ਅਗਲਾ ਬਾਈ ਨੇ ਮੈਨੂੰ ਫੇਰ ਕਬੂਤਰ ਦਿੱਤਾ, ਕਬੂਤਰ ਬਹੁਤ ਤਗੜਾ, ਬਾਜੀ ਜਿੱਤਣ ਵਾਲਾ ਕਬੂਤਰ ਹੀ, ਇਹੀ ਗੱਲ ਨਹੀਂ। ਮੈਂ ਕਿਹਾ ਯਾਰ ਇਹਨੂੰ ਪਾਣੀ ਵੱਧ ਦਿੰਦੇ ਆ, ਮੈਂ ਉਹਨੂੰ 100 ml ਪਾਣੀ ਦੇ ਦਿੱਤਾ। ਉਹ ਵਿਚਾਰਾ ਅੱਧਾ ਘੰਟਾ ਨਹੀਂ ਉੱਡਿਆ, ਉਹ ਬਹਿ ਗਿਆ। ਕਹਿਣ ਦਾ ਮਤਲਬ ਵੀ ਆਪਾਂ ਸੋਚਦੇ ਹਾਂ ਕਈ ਵਾਰ ਤੁੱਕੇ ਨਾਲ ਬਾਜੀ ਜਿੱਤੀ ਹੋਏ ਜਾਂ ਕੁਛ ਹੋਵੇ ਤਾਂ ਬੰਦਾ ਸੋਚਦਾ ਸ਼ਾਇਦ ਮੈਂ ਖਿਡਾਰੀ ਬਣ ਗਿਆ। ਇਹੋ ਜਿਹੇ ਜਿਹਦੇ ਲਈ ਨਾ ਬਹੁਤ ਕੁਝ ਸਿੱਖਿਆ, ਬਹੁਤ ਤਜਰਬੇ ਕਰੇ। 5-7 ਸਾਲ ਤੇ ਹਰਦੇ ਹੀ ਆਏ ਆ ਜੀ, ਜਿੱਤਿਆ ਜਿੱਤ ਦਾ ਮੂੰਹ ਹੀ ਨਹੀਂ ਸੀ ਦੇਖਿਆ। ਮਿਹਨਤ ਜ਼ਰੂਰੀ ਹੈ। ਮਿਹਨਤ ਵੀ ਇੱਕ ਹੋਰ ਗੱਲ ਹੈ ਜੀ, ਚੇਲੇ ਦਾ ਲਾਇਕ ਹੋਣਾ ਵੀ ਜ਼ਰੂਰੀ ਹੈ। ਬਿਲਕੁਲ। ਸਾਡੇ ਕੋਲ ਵੀ ਬੰਦੇ ਆਏ, ਬੜੇ ਚਲੇ ਵੀ ਗਏ, ਆਪਾਂ ਤਾਂ ਕਹਿੰਦੇ ਵੀ ਚਲੋ ਜਿਵੇਂ ਹੋ ਗਿਆ ਵਧੀਆ ਹੋ ਗਿਆ। ਸਹੀ ਹੈ। ਜਿਹੜਾ ਮਕਸਦ ਸਹੀ ਲੈ ਕੇ ਆਇਆ ਨਾ, ਜਿਹਦੇ ਮਕਸਦ ਆਏ ਮੈਂ ਲੈ ਕੇ ਆਇਆ, ਮੈਂ ਆਪਦੇ ਉਸਤਾਦ ਤੋਂ ਕੁਛ ਸਿੱਖ ਕੇ ਡਾਉਣੇ ਆ ਨਾ, ਉਹਨੇ ਡਾਈ ਜਾਣੇ ਆ। ਸਹੀ ਹੈ। ਹੁਣ ਆਪਾਂ ਇੰਟਰਵਿਊ ਕੀਤੀ ਆ, ਸਿਆਣਾ ਬੰਦਾ ਇਹ ਤੋਂ ਸਿੱਖ ਕੇ ਵੀ ਡਾਊਗਾ। ਬਿਲਕੁਲ ਜੀ। ਅਸੀਂ ਇਕੱਠੇ ਹਰ ਰੋਜ਼ ਬਹਿੰਦੇ ਆ, ਕੋਈ ਗੱਲਬਾਤ ਕਰਦੇ ਆ, ਜੇ ਕੋਈ ਪ੍ਰੋਬਲਮ ਆ ਗਈ ਆ ਅਸੀਂ ਗਰੁੱਪ 'ਚ ਵੀ ਗੱਲ ਕਰਦੇ ਆ, ਬੰਦਾ ਉਹ 'ਚੋਂ ਵੀ ਸਿੱਖ ਲੈਂਦਾ ਵੀ ਕੀ ਗੱਲ ਹੋ ਗਈ। ਇੱਕ ਚੀਜ਼ ਹੋਰ ਖਾਸ ਗੱਲ ਕਰਨੀ ਹੈ ਜੀ, ਜਿਹੜੇ ਆਪਾਂ ਸਵੇਰ ਨੂੰ ਕਬੂਤਰ ਨੂੰ ਬਦਾਮ ਦਿੰਦੇ ਇੱਕ ਦਿਨ ਪਹਿਲਾਂ ਸਾਂਭਣ ਤੋਂ, ਜਿੰਨੇ ਵੀ ਖਿਡਾਰੀ ਹੈਗੇ ਉਹ ਸਵੇਰ ਨੂੰ ਆਪਣੇ ਹੱਥ ਨਾਲ ਮਿਣ ਕੇ ਬਦਾਮ ਦਿੰਦੇ ਆ ਜ਼ਿਆਦਾਤਰ, ਔਰ 7 ਵਜੇ ਤੱਕ ਕਹਿੰਦੇ ਕਿ ਅਸੀਂ 8 ਵਜੇ ਤੱਕ ਬਦਾਮ ਦੇ ਦਿੰਦੇ ਆ। ਜੇਕਰ ਕਬੂਤਰ ਦੇ ਅੱਗੇ ਸਵੇਰ ਦੇ ਉਸ ਟਾਈਮ ਵੈਸੇ ਬਦਾਮ ਰੱਖੋ, ਬਹੁਤ ਘੱਟ ਖਾਂਦਾ ਜੀ। ਤੁਹਾਨੂੰ ਕੀ ਲੱਗਦਾ ਕਿ ਉਸ ਹਿਸਾਬ ਨਾਲ ਬਦਾਮ ਦੇਣੇ ਚਾਹੀਦੇ ਆ ਜਾਂ ਕਬੂਤਰ ਦੇ ਅੱਗੇ ਰੱਖ ਦੇਣੇ ਚਾਹੀਦੇ ਖਾਣ ਵਾਸਤੇ? ਮੈਂ ਤਾਂ ਬਦਾਮਾਂ ਦੀ ਗੱਲ ਨੂੰ ਨਹੀਂ ਮੰਨਦਾ ਜੀ, ਜਿਹੜੀ ਗੱਲ ਤਾਂ ਤੁਹਾਨੂੰ ਪ੍ਰੈਕਟੀਕਲ ਗੱਲ ਦੱਸਦਾ ਹਾਂ। ਹਾਂਜੀ। 2011 ਦੇ ਵਿੱਚ ਅਸੀਂ ਬਾਜੀ ਕਰਾਈ ਸੀ, ਉਹਦੇ ਚੰਦਲ ਜਿਹੜੇ ਭਾਈ ਨੇ ਆਪਣੇ ਮੋਟਰ ਦਿੱਤੇ ਸੀ ਰੈਸਰ ਪਿੰਡ ਜਿਹੜੇ ਤੁਹਾਨੂੰ ਪਿੰਡ ਜ਼ਿਆਦਾ ਦੱਸ ਦੇਣਾ, ਬਾਜੀ ਕਰਾਈ, ਬਾਈ ਜੀਤੇ ਨੇ ਕਬੂਤਰ ਸਾਂਭ ਲਿਆ। ਸਹੀ ਹੈ। ਬਾਜੀ ਛੱਡਣ ਵਾਸਤੇ ਤੇ ਸਵੇਰ ਨੂੰ ਜਦੋਂ ਸਾਰੇ ਇਕੱਠੇ ਹੋਏ, ਕਹਿੰਦਾ ਆਪਣਾ ਤਾਂ ਉੱਡਦਾ ਹੀ ਨਹੀਂ। ਬਾਈ ਡੀਸੀ ਜੀ ਉੱਤੇ ਸੀ, ਅੱਛਾ ਅਸੀਂ ਸਾਰੇ ਸੀਗੇ। ਮੈਂ ਕਿਹਾ ਬਾਈ ਕੀ ਕਹਿਣਾ, ਕਬੂਤਰ ਨਹੀਂ ਉੱਡਦਾ। ਕਹਿੰਦਾ ਆਪਣਾ, ਕਹਿੰਦਾ ਐਡੀ ਬਾਜੀ ਹੈ ਮੋਟਰ ਦਾ ਨਾਮ ਦੇਣਾ ਮੈਨੂੰ, ਕਹਿੰਦਾ ਕੁੱਡੇ 'ਚ ਵੜ, ਕਹਿੰਦਾ ਜਿਹੜੀ ਕਬੂਤਰੀ ਸਾਫ਼ ਆ ਕੱਢ ਕੇ ਲਿਆ। ਕਿਉਂਕਿ ਸਾਨੂੰ ਸਿੱਖਿਆ, ਮੈਂ ਗਿਆ ਸਾਰੀਆਂ ਗੁਰੂਆਂ ਤੋਂ, ਮੈਨੂੰ ਪੂਰਾ ਹਰ ਗੱਲ ਦੀ ਜੱਜ ਬਣਾਉਂਦਾ ਸੀ। ਮੈਂ ਉੱਥੇ ਕਬੂਤਰ ਬਣਾਈ, ਮੈਂ ਕਬੂਤਰੀ ਲੈਂਦੀ ਸੀ, ਪਾਰਟੀ ਪਟਾ ਕੇ ਪਾਣੀ ਦਾ ਕੋਲਾ ਮਾਰਤਾ, ਬੈਠਾ ਪਾ ਕੇ ਮੋਟਰਸਾਈਕਲ ਤੇ ਲਿਆ। ਸਹੀ ਹੈ। ਤੇ ਹੁਣ ਉਹਨੂੰ ਹੱਥ ਨਾਲ ਦਿੱਤੇ ਬਦਾਮ ਦੇ ਚੋਗੇ, ਬਦਾਮ ਕਿੱਥੇ ਗਏ? ਮੈਂ ਆਪਣੀ ਪੂਰੇ ਪੰਜਾਬ ਦੇ ਖਿਡਾਰੀ ਸੀ ਨਾਲੇ ਉੱਥੇ। ਮੈਂ ਇੱਥੇ ਐਂਟਰੀ ਵਾਲੀ ਬਾਜੀ ਸੀ, 2500 ਰੁਪਏ ਦੀ ਐਂਟਰੀ ਸੀ। ਸਹੀ ਹੈ। ਕਬੂਤਰ ਦੇ ਨਾਲ ਜਿਹੜੇ ਉੱਤੇ ਵਾਲੇ ਬਦਾਮ ਨੇ ਨਾ, ਇਹ ਤਾਂ ਮੈਂ ਨਹੀਂ ਦਾ ਕਿਤੇ ਵੱਧ ਦੇ ਘੱਟਦੇ, ਤੇ ਬੰਦੇ ਵਾਲੀ ਗੱਲ ਵਾ, ਕਿਸੇ ਦੀ ਖੁਰਾਕ ਵੱਧ ਤਾਂ ਕਿਸੇ ਦੀ ਘੱਟ ਹੁੰਦੀ ਹੈ। ਜੇ ਹੁਣ ਆਪਾਂ ਸਾਰੇ ਬੈਠੇ, ਮੇਰੀ ਖੁਰਾਕ ਵੱਧ ਵਾ, ਇਹਦੀ ਘੱਟ ਵਾ, ਦੋਨਾਂ ਨੂੰ 5-5 ਦੇ ਦੇਣੇ, ਉਹਨੂੰ ਰੋਜ਼ ਨੂੰ ਮੈਨੂੰ ਘੱਟ ਜੂਗੀ। ਮੈਂ ਇਹੀ ਚੀਜ਼ ਕਰਨੀ ਸੀ ਗੱਲ ਬਈ, ਹਰ ਕੋਈ ਖਿਡਾਰੀ ਜਿਹੜਾ ਹੱਥ ਨਾਲ ਬਦਾਮ ਦਿੰਦਾ, ਮੈਂ ਅੱਜ ਤੱਕ ਹੱਥ ਨਾਲ ਬਦਾਮ ਨਹੀਂ ਦਿੱਤੇ। ਤੇ ਆਪਾਂ ਬਦਾਮ ਵੀ ਜੀ 9-10 ਵਜੇ ਰੱਖਦੇ ਸੀ ਕਬੂਤਰੀ ਅੱਗੇ। ਆਪਣੀ ਇੱਕ ਕਬੂਤਰੀ 3 ਵਜੇ ਵਿੱਚ ਗੇਮ ਬੰਦੇ 11 ਵਜੇ ਵੀ ਰੱਖਦੇ ਆ। ਔਰ ਇਦਾਂ ਹੀ ਆਹੀ ਵੀ ਆਪਾਂ ਚਲੋ 5-6 ਜਿੰਨੇ ਬਦਾਮ ਪਾਉਂਦੇ ਸੀ। ਇੱਕ ਦਿਨ ਮੈਂ ਘਰੇ ਨਹੀਂ ਸੀ ਤੇ ਮੈਂ ਆਪਣੀ ਵਾਈਫ ਨੂੰ ਕਿਹਾ, ਮੈਂ ਕਿਹਾ ਵੀ ਇਹਨੂੰ ਨਾ ਬਦਾਮ ਪਾ ਦੇ ਕਬੂਤਰੀ ਨੂੰ, ਮੈਂ ਬਾਜੀ ਤੇ ਬਈ ਉਹਨੇ ਬਦਾਮ ਰੱਖੇ, ਕਬੂਤਰੀ ਰੱਜ ਗਈ ਤੇ ਕਬੂਤਰੀ ਰੱਜ ਗਈ ਪੂਰੀ। ਮੈਂ ਰਾਤ ਨੂੰ ਆਇਆ ਕੋਈ 8-9 ਵਜੇ, ਮੈਂ ਉਦਾਂ ਹੀ ਪਾਣੀ ਦਿੱਤਾ ਉਹਨੂੰ। 10 ਵਜੇ ਮੈਂ ਪੋਟਾ ਨਹੀਂ ਚੈੱਕ ਕੀਤਾ, ਮੈਂ ਸੌਂ ਗਿਆ। ਮੈਂ ਰਾਤ ਨੂੰ ਉੱਠਿਆ, ਮੈਂ ਠੰਡਾ ਪਾਣੀ ਜੋ ਵੀ ਦੇਣਾ ਸੀ ਦਿੱਤਾ, ਮੈਂ ਫੇਰ ਸੌਂ ਗਿਆ। ਜਦੋਂ ਸਵੇਰੇ ਮੈਂ 5 ਵਜੇ ਬਾਜੀ ਤੇ ਜਾਣਾ ਸੀ ਲੈ ਕੇ, ਮੈਂ ਉੱਠਿਆ ਦੇਖਿਆ ਤੇ ਕਬੂਤਰੀ ਦੇ ਪੋਟੇ ਜਾਂਦੇ ਬਦਾਮ ਜੀ। ਮੈਂ ਉਸਲੇ ਪਾਣੀ ਦਿੱਤਾ, ਪਲਟ ਕੇ ਜਾ ਕੇ ਤੇ ਆਪਾਂ ਬਾਜੀ ਤੇ ਛੱਡਤੀ। ਬਈ ਉਹਨੇ ਬਿੱਥ ਮਾਰੀ, 1.5 ਘੰਟੇ ਦੀ ਕੱਲੀ ਰਹਿ ਗਈ। ਉਹੀ ਗੱਲ ਆ ਨਾ, ਕਹਿੰਦਾ ਮਤਲਬ ਇਹਦੇ ਵਿੱਚ ਨਾ ਅਜੇ ਤੱਕ ਸਮਝ ਹੀ ਨਹੀਂ ਪਾਏ ਆਪਾਂ ਵੀ ਕੀ ਹੁੰਦਾ ਕੀ ਨਹੀਂ ਹੈਗਾ। ਜਿਹੜਾ ਬੰਦਾ ਨੂੰ ਪੜੂਗਾ ਨਾ ਕਬੂਤਰ ਬਾਈ ਨੂੰ, ਹਾਂਜੀ ਜਿਹਨੂੰ ਇਸ਼ਕ ਵਾ ਕਬੂਤਰ ਬਾਈ ਨਾਲ, ਜਿਵੇਂ ਕੋ ਜਾਨਵਰਾਂ 'ਚ ਰਹਿਣਾ। ਹੁਣ ਮੈਂ ਮੇਰੇ ਸੁਣੂਗਾ ਡੇਨਗੀ ਆ, ਮੈਂ ਹਰ ਰੋਜ਼ ਸ਼ਾਮ ਨੂੰ ਕਬੂਤਰ ਫੜ ਕੇ ਦੇਖਣੇ ਵੀ ਕਿੰਨੇ ਬਦਾਮ ਚੁੱਕ ਗਿਆ। ਕਈ ਵਾਰ ਕਬੂਤਰ ਵੱਧ ਉੱਡ ਕੇ ਆਉਂਦਾ, ਬਦਾਮ ਹੀ ਨਹੀਂ ਚੁੱਕਦਾ ਉਹ। ਸਹੀ ਹੈ। ਫਿਰ ਤੁਹਾਨੂੰ ਬੋਲਦਾ ਤੇ ਥੱਲੇ ਲੈ ਕੇ ਰਾਤ ਨੂੰ ਬਦਾਮ ਕੋਲੇ ਬਹਿ ਕੇ ਦੇਈ ਜਾਂਦੇ। ਸਹੀ ਹੈ। ਕਈਆਂ ਨੇ ਚੁੱਕੇ ਹੁੰਦੇ ਨੇ, ਸਵੇਰੇ ਫੇਰ ਦੇਖਣਾ ਸੱਜਣ ਵੇਲੇ ਨੂੰ ਵੀ ਕਿਹੜਾ ਬਦਾਮ ਲੈ ਕੇ ਉੱਡਦਾ ਵਾ, ਕਿਹੜਾ ਸਾਫ਼ ਉੱਡਦਾ ਵਾ, ਕਿਹੜਾ ਮੋੜ ਕੇ ਲੈ ਕੇ ਆਉਂਦਾ ਵਾ, ਕਿਹੜਾ ਖਾਲੀ ਹੋ ਕੇ ਆਉਂਦਾ ਵਾ। ਆਹ ਦੇਖੋ ਬਾਈ ਜੀ ਕਿੱਡੀ ਵੱਡੀ ਗੱਲ ਆ। ਇਹ ਵੀ ਕਬੂਤਰਾਂ ਦੇ ਅੰਦਰ ਦਾ ਹਾਜ਼ਮ ਡਾਈਜੈਸਟਿੰਗ ਸਿਸਟਮ ਤੇ ਜਿਹੜਾ ਡਿਪੈਂਡ ਕਰਦਾ। ਕੁਝ ਕਬੂਤਰ ਜਿਹੜੇ ਉਹ ਰਹਿਸ਼ੇ ਵੀ ਉੱਡ ਜਾਂਦੇ ਆ, ਕੁਝ ਕਬੂਤਰ ਉਹ ਰਹਿਸ਼ੇ ਨਹੀਂ ਉੱਡਦੇ, ਭੁੱਖੇ ਉੱਡਦੇ ਆ। ਇਹ ਚੀਜ਼ ਜਿਹੜੀ ਹੈਗੀ ਆ ਹਰ ਕਿਸੇ ਨੂੰ ਦੇਖਣੀ ਪੈਂਦੀ ਆ।
ਕਿ ਕਬੂਤਰ ਕਿੱਦਾਂ ਸਾਡਾ ਉੱਡਦਾ, ਘਰੇ ਕੀ ਉਡਾਰ ਦੇ ਰਿਹਾ, ਕਿਵੇਂ ਦੇ ਰਿਹਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬਾਈ ਜੀ ਡਿਪੈਂਡ ਕਰਦੀਆਂ ਨੇ ਕਿ ਕਬੂਤਰ ਜਿਹੜਾ ਹੈਗਾ ਆ, ਤਾਂ ਹੀ ਆਪਾਂ ਖਿਡਾਰੀ ਬੰਦਾ ਜਿਹੜਾ ਹੈਗਾ ਇਸੇ ਚੀਜ਼ ਨੂੰ ਨੋਟ ਕਰਦਾ। ਥੱਲੇ ਬੈਠ ਕੇ ਉਹ ਨੋਟ ਕਰਦਾ ਕਬੂਤਰ ਉੱਚਾ ਕਿੰਨਾ ਉੱਡਦਾ, ਨੀਵਾਂ ਕਿੰਨਾ ਉੱਡਦਾ, ਜਾਂ ਸਾਈਡ ਤੇ ਉੱਡਦਾ। ਜਦੋਂ ਅਸੀਂ ਦੂਜੇ ਪਿੰਡ ਛੱਡਣ ਜਾਂਦੇ ਆ ਨਾ ਭਾਜੀ, ਤੇ ਨੈਚੁਰਲੀ ਗੱਲ ਉੱਥੇ ਦੇਖ ਲਿਓ ਕਿ ਉਹ ਉਸੇ ਕੰਨੀ ਤੇ ਜਾਂ ਉਸੇ ਥਾਂ ਤੇ ਉੱਡੂਗਾ ਜਿਸ ਥਾਂ ਤੇ ਤੁਹਾਡੇ ਪਿੰਡ ਉੱਡਦਾ ਕਬੂਤਰ। ਇਹ ਚੀਜ਼ਾਂ ਦਾ ਜਿਹੜਾ ਖਾਸ ਨੋਟ ਕਰਕੇ ਬੰਦੇ ਪੁੱਛਦੇ ਆ ਨਾ, ਯਾਰ ਤੁਹਾਡੇ ਪਿੰਡ ਗੁੰਮਟ ਹੈਗਾ, ਤੁਹਾਡੇ ਪਿੰਡ ਟਾਵਰ ਹੈਗੇ ਨੇ, ਕਿਉਂਕਿ ਜਿਹੜੇ ਪਿੰਡ ਟਾਵਰ ਹੁੰਦੇ ਆ ਉਹ ਟਾਵਰ ਵਾਲਾ ਉਹੋ ਜਿਹਾ ਕਬੂਤਰ ਉੱਥੇ ਛੱਡ ਰਿਹਾ ਹੈ। ਸਹੀ ਗੱਲ ਹੈ ਬਾਈ ਜੀ? ਬਿਲਕੁਲ ਗੱਲ ਜਿਹੜੀ ਉਹ ਬਾਜੀ ਦੀ ਗੱਲ ਕਰੀ ਬਾਈ ਜੀ ਦੀ ਸੈਂਡੇ ਬਾਜੀ ਸੀ ਉਹ। ਠੀਕ ਹੈ, ਸਾਡੇ ਪਿੰਡ ਬਾਈ ਦੇ ਮੋਟਰਸਾਈਕਲ ਤੇ ਜਿੱਤੇ। ਠੀਕ ਹੈ। ਹੁਣ ਉਹਦੇ ਮੈਦਾਨ ਕਿੱਥੇ ਗਏ ਸੀਗੇ। ਤੇ ਦੂਜੀ ਗੱਲ ਇੱਕ ਹੋਰ ਜਿਹੜੀ ਗੱਲ ਤੁਸੀਂ ਹੁਣ ਕਬੂਤਰਾਂ ਦੀ ਗੱਲ ਕੀਤੀ ਆ। ਹਾਂਜੀ। ਅਸੀਂ ਬਾਰਡਰ ਦੇ ਕਬੂਤਰ ਡਾਉਂਦੇ ਸੀ, 2 ਬਾਜ਼ੀਆਂ ਸੀ ਇਕੱਠੀਆਂ, ਇੱਕ ਖਾਨ ਖਾਨੇ ਦੁਆਬੇ 'ਚ, ਹਾਂਜੀ, ਇੱਕ ਕੋਟ ਮਹਿਤਾਬ। ਠੀਕ ਹੈ ਜੀ। ਤੇ ਦੋਨੇ ਮੋਟਰਸਾਈਕਲ। ਠੀਕ ਹੈ ਜੀ। ਅਸੀਂ ਮੈਂ 2 ਕਬੂਤਰ ਸਾਂਭ ਲਏ। ਮੈਂ ਕਿਹਾ ਵੀ ਜਿਹੜਾ ਚਿੱਤ ਕਰਦਾ ਤੁਸੀਂ ਖਾਨ ਖਾਨੇ ਲੈ ਜਾਓ। ਹਾਂਜੀ। ਦੂਜੇ ਮਿਲਦੇ ਤੋਂ ਮੈਂ ਕੋਟ ਮਹਿਤਾਬ ਛੱਡੂਗਾ। ਠੀਕ ਹੈ ਜੀ। ਪੂਰਾ ਸਿਰ ਦਾ ਕਬੂਤਰ ਭੇਜਤਾ ਇਹਨਾਂ ਕੋਲ, ਇਹਨਾਂ ਨੇ ਪਾਣੀ ਦੇ ਕੇ ਉੱਥੇ ਉੱਲਾ ਮਾਰਿਆ। ਆ ਬੱਚੇ ਬੰਦੇ ਜਦੋਂ ਜਿੱਤ ਹਾਰ ਹੋਣ ਲੱਗੀ, ਬਾਜੀ ਬੰਨਣ ਲੱਗੇ, ਕਬੂਤਰ ਚੱਕਰ ਮਾਰ ਕੇ ਚੜ ਕੇ ਖੜਦਾ ਹੀ ਕਰਨੀ ਦੇ ਘਰੇ। ਸਹੀ ਹੈ। ਇਹ ਜਿੱਦਾਂ ਜਿਹੜੇ ਉਧਰ ਦੇਖੀ ਗਏ ਟਾਈਮ ਕਬੂਤਰ ਕੱਟਿਆ, ਕਦੇ ਕਬੂਤਰ ਉੱਤੋਂ ਹੀ ਆ ਗਿਆ। ਸਹੀ ਹੈ। ਜਿਹਦੇ ਬਿੰਦਰ ਨੇ ਟਰੈਕਟਰ ਦਿੱਤੇ ਉਹਨੇ ਉਹਦੇ ਬਰਾਬਰ ਸਾਡਾ ਕਬੂਤਰ ਉੱਡਦਾ ਸੀ ਉਦੋਂ, ਨਾਲੇ ਬਾਜੀ ਹਾਰ ਗਏ। ਇਹਨਾਂ ਨੂੰ ਇਹ ਕਹਿੰਦੇ ਬਾਈ ਨਹੀਂ ਕਬੂਤਰ ਜਾ ਕੇ ਆਇਆ ਵਾ। ਮੈਂ ਕਬੂਤਰ ਫੜ ਲਿਆ, ਉਧਰ ਮੈਂ ਫੇਰ ਛੱਡ ਕੇ ਦਿਖਾਉਂਗਾ। ਫਿਰ ਖੰਡੂਰ ਬਾਜੀ ਛੱਡਿਆ, ਚੜਿਆ ਹੋਇਆ ਜਮਾ। ਇਹਨੂੰ ਸੱਦਿਆ ਉੱਥੇ ਬੋਲੇ ਵੀ ਨਾਲ ਸੀਗਾ, ਉਵੇਂ ਹੀ ਮਾਰਾ ਚੱਕਰ ਜਾ ਕੇ ਸੈਕੰਡ ਨਹੀਂ ਤੇ ਫੇਰ ਕੱਢ ਗਿਆ। ਮੈਂ ਕਿਹਾ ਕਬੂਤਰ ਉਹਨੇ ਟਾਈਮ ਲਾਤਾ, ਕਬੂਤਰ ਸਾਡਾ ਬਹਿ ਕੇ ਤਾਂ ਹਰ ਗਿਆ। ਮੈਂ ਕਿਹਾ ਇਧਰੋਂ ਚੜਿਆ ਸੀ, ਇਧਰੋਂ ਆ ਗਿਆ। ਇਹ ਜੱਜਮੈਂਟ ਜੇ ਉੱਥੇ ਮੈਂ ਹੁੰਦਾ, ਮੈਂ ਕਬੂਤਰ ਟਾਈਮ ਲੱਗਣੀ ਦੇਣਾ ਸੀ ਮੈਨੂੰ, ਪਰ ਇਧਰੋਂ ਚੜਦਾ ਇੱਧਰ ਉਤਰਦਾ ਵਾ। ਸਹੀ ਆ। ਉਹ ਬਾਜੀ ਉੱਥੇ ਆ ਗਏ, ਉੱਥੇ ਅਸੀਂ ਇੱਕ ਥੱਲੇ ਆ ਕੇ ਮੋਟਰਸਾਈਕਲ ਦਿੱਤੇ ਉਹਦੇ ਸੀ ਕੋਟ ਮਹਿਤਾਬ ਤੋਂ। ਸਹੀ। ਜੇ ਮੈਂ ਇੱਥੇ ਹੁੰਦਾ ਖਾਨ ਖਾਨੇ ਕਬੂਤਰ ਹਿੱਸਾ ਲੈਂਦਾ ਉਹਦੇ। ਸਹੀ। ਇਹ ਪਤਾ ਹੁੰਦਾ ਮਾਲਕ ਨੂੰ ਜਿਹੜਾ ਘਰੇ ਡਾਉਂਦਾ ਹੋਵੇ ਮੇਰਾ ਇੱਥੋਂ ਚੜਦਾ ਵਾ, ਆਹ ਕੰਨੀ ਖੜਦਾ, ਇੱਥੋਂ ਆਊਗਾ, ਉੱਤੇ ਇੰਨਾ ਟਾਈਮ ਰੁਕਦਾ ਵਾ। ਹੁਣ ਬਹੁਤ ਬਾਰੀਆਂ ਤੇ ਬੰਦਾ ਖੜਦਾ ਸੈਣ ਲੱਗੇ ਯਾਰ ਮੇਰਾ ਉੱਤੋਂ ਆਊਗਾ ਹੀ। ਬਿਲਕੁਲ ਜੀ। ਇੱਥੇ ਲੀੜਾ ਪਿੰਡ ਬਾਜੀ ਛੁੱਟੀ, ਸਾਡੇ ਨਾਲ ਹੀ ਪਿੰਡ ਲੀੜਾ ਵਾ। ਹਾਂਜੀ। ਮੇਰੇ ਕਬੂਤਰ ਦੇ ਟਾਈਮ ਲੱਗ ਗਿਆ, ਇੱਥੋਂ ਮਤਲਬ 1.25 ਕਿਲੋਮੀਟਰ ਹੀ ਹੈ। ਸਹੀ ਹੈ। ਸਾਰੇ ਅਸੀਂ ਬੈਠੇ, ਮੈਨੂੰ ਕਹਿੰਦਾ ਬਾਈ ਕਬੂਤਰ ਤੇਰਾ ਚਲਿਆ ਗਿਆ। ਮੈਂ ਕਿਹਾ ਜੇ ਮੇਰਾ ਇਹ ਕਬੂਤਰ ਚਲਿਆ ਗਿਆ ਫਿਰ ਆਪਾਂ ਕਬੂਤਰ ਛੱਡ ਦਾਂਗੇ। ਸਹੀ ਹੈ। 17 ਦਾ ਟਾਈਮ ਸੀ, 16 ਘੰਟੇ ਮੇਰਾ ਇਕੱਲਾ ਹੀ ਉੱਤੋਂ ਆਇਆ। ਸਹੀ ਹੈ। ਚਾਹੇ ਹਰ ਗਿਆ ਮਗਰ ਲੱਗ ਬਹਿ ਗਏ, ਪਰ ਮਾਣ ਹੁੰਦਾ ਉਹਦੇ ਕਬੂਤਰ ਤੇ ਕਿੱਥੇ ਚੜਦਾ, ਕਿੱਥੇ ਉਤਰਦਾ, ਕਿੰਨਾ ਟਾਈਮ ਉੱਤੇ ਖੜਦਾ, ਉਹਨੂੰ ਪਤਾ ਹੁੰਦਾ ਮਨ ਨੂੰ ਮੇਰਾ ਉੱਤੋਂ ਆਊਗਾ ਜਾਂ ਨਹੀਂ ਆਊਗਾ। ਬਿਲਕੁਲ। ਜੇ ਐਵੇਂ ਰੋਲਾ ਪਾਉਣਾ ਵਾਧੂ ਬੋਲਾਂਗੇ। ਹੁਣ ਗੱਲ ਆ ਗਈ ਆਲੂ ਬੁਖਾਰੇ ਦੀ। ਜਿਹੜਾ ਆਲੂ ਬੁਖਾਰਾ ਹੈਗਾ, ਇਹ ਕਹਿੰਦੇ ਆ ਜੀ ਹਾਂ ਜਿਹੜਾ ਆਮ ਆਲੂ ਬੁਖਾਰਾ ਮਿਲਦਾ, ਹਰ ਕੋਈ ਆਲੂ ਬੁਖਾਰਾ ਕਬੂਤਰ ਨੂੰ ਨਹੀਂ ਲੱਗਦਾ। ਇਹ ਕੋਈ ਖਾਸ ਕਿਸਮ ਦਾ ਆਲੂ ਬੁਖਾਰਾ ਹੁੰਦਾ। ਇਹਦੇ ਵਿੱਚ ਆਲੂ ਬੁਖਾਰਾ ਤਾਂ ਉਹੀ ਹੁੰਦਾ ਜੀ, ਪਰ ਉਹਦਾ ਫਰਕ ਇਹ ਹੁੰਦਾ ਵਾ, ਸੁੱਕਾ ਹੁੰਦਾ, ਵਧੀਆ ਹੁੰਦਾ, ਉਹਦੀ ਕੁਆਲਿਟੀ ਦਾ ਫਰਕ ਹੁੰਦਾ ਵਾ। ਜਿੰਨਾ ਪੁਰਾਣਾ ਜ਼ਿਆਦਾ ਹੁੰਦਾ, ਸਾਹਮਣੇ ਰੱਖ ਕੇ ਸੁਕਾਇਆ ਹੁੰਦਾ ਉਹ ਕਹਿੰਦੇ। ਸਹੀ ਆ। ਆਲੂ ਬੁਖਾਰਾ ਤਾਂ ਇੱਕੋ ਹੀ ਚੀਜ਼ ਹੈ, ਇੱਕੋ ਹੀ ਫਰੂਟ ਹੈ, ਕਿਹੜਾ ਅਲੱਗ ਅਲੱਗ ਦੀਆਂ ਕੁਆਲਿਟੀ ਜਿਵੇਂ ਕਣਕ ਤੇ ਰੱਤੀ ਹੈਗੀ। ਇਹਦੇ ਵਿੱਚ ਕੁਝ ਪੱਕੇ ਦਾ ਤੇ ਕੱਚੇ ਦਾ ਫਰਕ ਕਹਿੰਦੇ ਨੇ, ਖੱਟੇ ਤੇ ਮਿੱਠੇ ਦਾ ਫਰਕ ਆ। ਜਦੋਂ ਸੁੱਕ ਗਿਆ ਨਾ ਉਹ, ਹਾਂਜੀ, ਉਹਨੇ ਮਿੱਠਾ ਹੀ ਹੋ ਜਾਣਾ। ਮਿੱਠਾ ਹੋ ਜਾਣਾ। ਜੇ ਨਹੀਂ ਸੁੱਕਿਆ ਫਿਰ ਉਹ ਖੱਟਾ ਹੀ ਹੋਊਗਾ। ਖੱਟਾ ਹੀ ਹੋਊਗਾ। ਸੁੱਕਾ ਆਲੂ ਬੁਖਾਰਾ ਵੀ ਸਾਹਮਣੇ ਸੁਕਾਇਆ। ਆਲੂ ਬੁਖਾਰਾ ਜਿਹੜਾ ਇਹ ਬਾਹਲੀ ਗਰਮੀ ਚ ਲੱਗਦਾ ਕਿ ਜਾਂ ਨਾਰਮਲ ਦਿਨਾਂ ਚ ਵੀ ਲੱਗ ਜਾਂਦਾ? ਉਹਦੀ ਬਾਹਲੀ ਬਰੀਕੀ ਰਹਿੰਦਾ, ਉਹ ਤਾਂ ਸਿਆਣੇ ਸਾਰੇ ਹੀ ਨੇ। ਹਾਂਜੀ। ਫਿਰ ਮਗਰ ਤਾਂ ਕੀ ਰਹਿ ਜਾਣਾ ਵਾ। ਠੀਕ ਹੈ। ਤੇ ਬਾਹਲੀ ਗਰਮੀ ਚ ਵੀ ਮਾੜਾ ਵਾ, ਬਾਹਲੀ ਠੰਡੇ ਦਿਨ ਚ ਵੀ ਮਾੜਾ ਵਾ, ਇੰਨੀ ਗੱਲ ਆ ਜਾਂਦਾ। ਠੀਕ ਹੈ ਜੀ। ਜੇ ਨਾਰਮਲ ਦਿਨ ਨੇ ਨਾ ਬਾਜ਼ੀਆਂ ਬਾਹਲੀ ਕੁਝ ਟਾਈਮ ਕਰਦਾ, ਇਹ ਉਹਦੇ ਵੀ ਮਾੜਾ। ਸਹੀ ਹੈ। ਜੇ ਬਾਹਲੀ ਲੋ ਵਗਦੀ ਆ ਫੈਲੇ ਦੀ ਉਹਦੇ ਉਹਦੇ ਵੀ ਮਾੜਾ। ਉਹਦੇ ਵੀ ਮਾੜਾ। ਇਹਦਾ ਗਾਹਾਂ ਦਿਮਾਗ ਆਉਂਦੇ ਬੰਦੇ ਨੇ ਲਾਉਣਾ ਵੀ ਹੁਣ ਮੈਂ ਕਿੱਥੋਂ ਕਿਵੇਂ ਛੱਡਣਾ। ਹੁਣ ਤਾਂ ਗੱਲ ਇਦੋਂ ਵੀ ਗਾਹਾਂ ਪਾਸਮਾਂ ਵਾਲੀ ਗੱਲ ਤੇ ਆ ਗਈ। ਹੁਣ ਪਾਸਮਾਂ ਤੇ ਆ ਗਈ ਗੱਲ, ਕਰਦੇ ਆ ਗੱਲਾਂ ਜੀ ਬਹੁਤ ਗੱਲਾਂ ਆ ਗਈਆਂ। ਖੇਡ ਦਾ ਹਰ ਰੋਜ਼ ਖੇਡ, ਜਿਵੇਂ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ, ਜਿਹੜੇ ਬੰਦੇ ਪਿੱਛੇ ਰਹਿ ਕੇ ਸਭ ਉਸੇ ਗੱਲ ਤੇ ਖੜੇ ਆ। ਸਹੀ ਹੈ ਜੀ। ਪਾਣੀ ਲਗਾਤਾ ਆਪਾਂ, ਕਬੂਤਰ ਦੇ ਦੇ, ਜੇ ਪਤਾ ਲੱਗ ਗਿਆ ਉੱਡਣ ਲੱਗੇ, ਉੱਥੇ ਹੀ ਖੜ ਗਏ, ਗੇਮ ਉਦੋਂ ਗਾਂ ਚਲੀ ਗਈ। ਬਿਲਕੁਲ ਜੀ। ਉਹਦਾ ਬਸ ਬੰਦੇ ਉੱਡਦੇ। ਬਾਕੀ ਆਪਣਾ ਥੋੜਾ ਜਵਾਬੀ ਦਾ ਬੈਠਾ ਹੋਇਆ ਇਹਨੂੰ। ਹਾਂਜੀ। ਬਾਕੀ ਆਪਣਾ ਸੁੱਖਾ ਬਾਈ ਆ, ਵਧੀਆ ਬਾਈ ਆ, ਜਿੱਤਦੇ ਨੇ ਵੀ। ਤੇ ਬਾਈ ਆਪਾਂ ਕਬੂਤਰਾਂ ਦਾ ਵੀ ਸ਼ੌਂਕ ਕਰਾਉਣਾ ਜੀ ਆਪਣੇ ਦਾ। ਠੀਕ ਹੈ ਜੀ। ਕੋਈ ਹੋਰ ਆਪਣੀ ਕੋਈ ਸੱਜਣ ਕੋਈ ਦਿਲ ਦੀ ਗੱਲ ਕਹਿਣਾ ਚਾਹੁੰਦਾ ਹੋਵੇ ਦੱਸ ਸਕਦਾ ਜੀ। ਸਾਰੇ ਉਹਨਾਂ ਨੂੰ ਪਤਾ ਹੀ ਹੈ ਜੀ, ਹਾਥੀ ਦੇ ਪੈਰ ਤੇ ਸਾਜਰ ਨਾਲ ਪੈਰ ਆ ਜਾਂਦੀ ਆ। ਸਹੀ ਹੈ। ਉਹ ਜਿਹੜੀਆਂ ਗੱਲਾਂ ਹੀ ਕਰਦੀਆਂ। ਬਾਕੀ ਆਏ ਮੁੰਡਾ ਦੱਸੋ ਸਭ ਬਹੁਤ ਵਧੀਆ ਮੋੜਦਾ ਜੀ। ਹਾਂ। ਇਹ ਜਿਹੜਾ ਕਰੋ ਗੱਲਾਂ ਬਾਤ ਇਹ ਵੀ ਦੱਸੂਗਾ। ਹਾਂਜੀ ਸੁੱਖੇ ਬਾਈ। ਤੇ ਜਿਹੜੀ ਇਹ ਦੁਸਰ ਜਿਹੜੀ ਹੈਗੀ ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾ ਦਿਓ ਬਾਈ, ਸਾਰੇ ਸੁਣਦੇ ਪਏ। ਜਿੱਦਾਂ ਬਾਈ ਕੋਲ ਅਸੀਂ ਪਹਿਲਾਂ 2014 ਵਿੱਚ ਆਏ ਸੀ। ਹਾਂਜੀ। ਤੇ ਹੁਣ ਤਾਂ ਮੈਨੂੰ 8 ਸਾਲ ਹੋ ਗਏ ਬਾਈ ਨਾਲ ਪਿਆਰ ਨੂੰ। ਤੇ ਜਿੰਨਾ ਪਿਆਰ 2014 ਚ ਸਟਾਰਟਿੰਗ ਵੇਲੇ ਸੀ ਉਨਾ ਹੀ ਹੋਣੇ ਆ। ਠੀਕ ਹੈ ਜੀ। ਤੇ ਬਾਜ਼ੀਆਂ ਵੀ ਜਿੱਤੀਆਂ, ਮਤਲਬ ਕਿ ਚਲੋ ਜਿੱਦਾਂ ਮਤਲਬ ਕਿ ਹਰੇਕ ਨਾਮ, ਚਲੋ ਹਰੇਕ ਹਿੱਸਾ ਲਿਆ, ਮਤਲਬ ਕਿ ਜਿੱਦਾਂ ਦਾ ਵੀ ਨਾਮ ਉਦਾਂ ਦੇ ਨਾਮ ਆਪਾਂ ਹਿੱਸਾ ਲਿਆ ਬਾਜੀ ਜਿੱਤ ਕੇ। ਸਹੀ ਹੈ। ਮਤਲਬ ਕਿ ਪੈਰ ਨਹੀਂ ਛੱਡੇ। ਸਹੀ ਹੈ। ਜਿੰਨਾ ਬਾਈ ਦਾ ਸਤਿਕਾਰ
ਕੱਲ ਕਰਦੇ ਸੀ ਉਹਨੇ ਅੱਜ ਕਰਦੇ ਆ। ਤੇ ਬਾਈ ਨੇ ਆਪਾਂ ਨੂੰ ਬਹੁਤ ਜ਼ਿਆਦਾ ਕਾਬਲ ਕੀਤਾ ਤੇ ਬਾਈ ਦਾ ਆਪਾਂ ਕਦੇ ਨਾਮ ਵੀ ਨਹੀਂ ਖਰਾਬ ਕੀਤਾ। ਬਾਈ ਦਾ ਨਾਮ ਪੂਰਾ ਜਿੰਨਾ ਮਤਲਬ ਕਿ ਬਾਈ ਦਾ ਨਾਮ ਆਪਾਂ ਉੱਚਾ ਕੀਤਾ ਦੁਆਬੇ 'ਚ ਵੀ। ਤੇ ਮਤਲਬ ਕਿ ਵਧੀਆ ਆਪਾਂ ਚਲੋ ਦੁਸਰਾ ਵੀ ਬਾਈ ਨੇ ਸਿਖਾਈਆਂ। ਕਮਾਲਪੁਰੇ ਘੋੜਾ ਜਿੱਤਿਆ ਸੀ ਉਦਣ ਵੀ ਮੈਂ ਤਾਂ ਬਾਈ ਅਸੀਂ ਇਕੱਠੇ ਦੁਸਰ ਮੋੜੀ ਸੀ, ਸੀਨੀ ਵਾਲ ਦੁਸਰ ਅਸੀਂ ਇਕੱਠੇ ਬਾਈ ਨਾਲ ਮੋੜੀ ਸੀਗੀ। ਮਤਲਬ ਕਿ ਹਾਂ ਮੈਨੂੰ ਸ਼ੌਂਕ ਸੀਗਾ ਉੱਥੋਂ ਮੋਟਰਸਾਈਕਲ ਤੇ ਆਉਣਾ ਦੁਆਬੇ 'ਚੋਂ ਤੇ ਆ ਕੇ ਮਤਲਬ ਕਿ ਜੇ ਬਾਈ ਨੂੰ ਫੋਨ ਮਾਰਨਾ ਬਾਈ ਆਪਣਾ ਫਿਰਦਾ ਕਬੂਤਰ, ਬਾਈ ਨੇ ਕਹਿਣਾ ਫਿਰਦਾ, ਮੈਂ ਨਾ ਚਲੋ ਮੈਂ ਆ ਗਿਆ। ਮੇਰੇ ਆਉਂਦਿਆਂ ਨੂੰ ਬਾਈ ਹੁਣੇ ਕਬੂਤਰ ਫੜ ਕੇ ਘਰੇ ਲੈ ਆਉਣਾ, ਆ ਕੇ ਬਾਈ ਨੇ ਕੋਲ ਬਿਠਾ ਕੇ ਦੱਸਣਾ ਵੀ ਹਾਂ ਵੀ ਆਹ ਬੈਠਿਆ ਇੱਦਾਂ ਚੈੱਕ ਕਰਨੀ ਆ ਸਾਰਾ ਕੁਝ। ਮਤਲਬ ਕਿ ਜੋ ਮਤਲਬ ਡਿਟੇਲ ਵਿੱਚ ਜਾ ਕੇ ਬਾਈ ਨੇ ਆਪਾਂ ਨੂੰ ਸਾਰਾ ਕੁਝ ਦੱਸਿਆ ਤੇ ਆਪਾਂ ਮਤਲਬ ਕਿ ਉਹ ਸਾਰਾ ਕੁਝ ਆਪਾਂ ਮਤਲਬ ਕਿ ਦੂਸਰਾ ਵਿੱਚ ਆਪਣੀ ਘੱਟੋ ਘੱਟ 2-2.5 ਮਤਲਬ ਕਿ ਘੰਟੇ ਦੀ ਬੈਠ ਆਪਾਂ ਕਈ ਬਾਜ਼ੀਆਂ 'ਚ ਮਾਰੀ ਆ। ਮਤਲਬ ਕਿ ਆਪਾਂ ਨਾਂ ਨਹੀਂ ਲੈਂਦੇ ਬਾਜ਼ੀਆਂ ਦਾ, 3-4 ਬਾਜ਼ੀਆਂ 'ਚ 2-2.5 ਘੰਟੇ ਦੀ ਬੈਠ ਮਾਰੀ ਆ। ਤੇ ਐਤਕੀ ਵੀ ਆਪਣੇ ਗੜਪਧਾਣੇ ਬਾਜੀ ਹੋਈ ਸੀਗੀ, 60 ਕਬੂਤਰ ਉੱਡੇ ਸੀ ਤੇ ਆਪਣੇ ਤਿੰਦੀ ਦੇ ਘਰੋਂ ਸੀ ਖੜਕੜਾਂ ਤੋਂ ਕਬੂਤਰੀ। ਤੇ ਬਾਈ ਨੂੰ ਮੈਂ ਮੇਰੀ ਆਦਤ ਤੇ ਆ ਫੋਨ ਮਾਰਦਾ ਨਾ, ਬਾਈ ਕਹਿੰਦਾ ਵੀ ਤੂੰ ਹੁਣ ਆਪ ਕਦੋਂ ਸਿਆਣਾ ਆਊਗਾ, ਤੂੰ ਇਸ ਵਾਰ ਆਪੇ ਮੁੜ। ਤਾਂ ਆਪਾਂ ਮੁੜ ਕੇ ਬਾਈ ਨੂੰ ਫੋਨ ਨਹੀਂ ਕੀਤਾ ਉਸ ਦਿਨ। ਤਾਂ ਮੈਂ ਜੋ ਬਾਈ ਨੇ ਸਿਖਾਇਆ ਸੀ ਸਾਰੇ 7 ਸਾਲਾਂ ਦੇ ਵਿੱਚ ਆਪਾਂ ਖੁਦ ਕਬੂਤਰੀ ਜਿੱਦਾਂ ਤਿਆਰ ਕੀਤੀ ਬਾਈ ਨਾਲ ਆਪਾਂ ਦੂਸਰਾ ਮੋੜੀਆਂ ਸੀਗੀਆਂ। ਤੇ ਰਾਤ ਮੈਂ ਤਿੰਦੀ ਦੱਸਤਾ, ਮੈਂ ਕਿਹਾ ਤਿੰਦੀ ਆਪਣੀ ਕੱਲ ਨੂੰ ਕਬੂਤਰੀ ਮਤਲਬ ਕਿ ਸਭ ਤੋਂ ਵੱਧ ਉੱਡੂਗੀ। ਤੇ ਉਹੀ ਗੱਲ ਹੋ ਗਈ, ਲਾਟ ਤੇ 3 ਕਬੂਤਰ ਹੈਗਾ ਤੇ ਇੱਕ ਦੀਪੇ ਬ੍ਰਾਂਡ ਦਾ, ਇੱਕ ਲਾਡੀ ਤਲਵਣ ਵਧੀਆ ਸਾਡੇ ਦੁਆਬੇ 'ਚ ਬਾਜੀ ਤੇ ਇੱਕ ਆਪਣਾ। ਤੇ ਮਤਲਬ ਕਿ 2 ਕਬੂਤਰ ਥੋੜੇ ਜਿਹੇ ਮਤਲਬ ਕਿ ਨੀਵੇਂ ਕਰਦੇ ਸੀਗੇ, ਮਤਲਬ ਟਾਈਮ ਤਾਂ ਚਲੋ ਉਹਨਾਂ ਨੇ ਵੀ ਕਰਤਾ ਤੇ ਆਪਣੀ ਕਬੂਤਰੀ ਨੇ ਪਰ ਟਾਈਮ ਕੀਤਾ ਉਹਨਾਂ ਦੀ ਦਿਲ ਨੂੰ ਸਵਾਦ ਆਇਆ ਪੂਰਾ ਜੀ, ਪੂਰੀ ਚੰਗੀ ਉੱਡੀ ਐਨ। ਲਾਟ ਤੇ ਇਦਾਂ ਕਰਦੀ ਸੀ ਕਿਤੇ ਹੁਣ ਉੱਲਾ ਮਾਰਿਆ ਹੁੰਦਾ। ਤੇ 6 ਦਾ ਟਾਈਮ ਉਹਨੇ ਦੁਸਰ 'ਚ ਕੀਤਾ ਤੇ ਸਾਡੇ 3 ਕਬੂਤਰਾਂ ਨੇ ਉਦੋਂ ਟਾਈਮ ਕੀਤਾ ਸੀ। ਤੇ ਪਹਿਲਾ ਕੱਪ ਵੀ ਉਦੋਂ ਆਪਾਂ ਫਿਰ ਕਿਹਾ ਸੀ ਮੈਂ ਆਪਾਂ ਕੱਪ ਲੈਣਾ ਆ, 10 ਮਿੰਟ ਰਹਿੰਦੇ ਸੀ, ਮੈਂ ਕਿਹਾ ਢਾਂਗੀਆਂ ਨਾਲ ਉਹਨੂੰ ਆਪਾਂ ਕੱਪ ਲੈਣਾ ਆ। ਤਾਂ ਉਦੋਂ ਕੱਪ ਚਲੋ ਆਪਣਾ ਪਿਆਰ ਤੌਰ ਤੇ ਮਤਲਬ ਕਿ ਮਿਲ ਗਿਆ। ਤੇ ਵਧੀਆ ਬਾਈਆਂ ਬਾਈ ਨੇ ਜਿੰਨਾ ਦੱਸਿਆ, ਗਰਮੀ 'ਚ ਵੀ ਆਪਾਂ ਵਧੀਆ ਬਾਈਆਂ ਜਿੱਤ ਰਹੀਆਂ। ਤੇ ਸਭ ਤੋਂ ਵੱਡੀ ਗੱਲ ਹੈ ਜਿੱਦਾਂ ਸਾਡਾ ਪਿੰਡ ਹੈਗਾ ਮਤਲਬ ਕਿ ਸ਼ਹਿਰ ਟੈਪ ਆ ਸਾਡੇ, ਤੁਸੀਂ ਓਟਰ ਲਾ ਕੇ ਵੀ ਆਏ ਸੀ, ਮਤਲਬ ਆਪਣਾ ਪਿੰਡ ਹੈਗਾ ਬਹੁਤ ਜ਼ਿਆਦਾ ਵੱਡਾ। ਤੇ ਜਿੱਥੇ ਜਿੱਥੇ ਮੈਂ ਬਾਜ਼ੀਆਂ ਜਿੱਤੀਆਂ, ਗੁੜਿਆ ਪਿੰਡ ਮੋਟਰਸਾਈਕਲ ਵਾਲੀ ਬਾਜੀ ਵੀ ਆਪਣਾ ਕਬੂਤਰ ਉੱਡਿਆ। ਮਤਲਬ ਗੁੜਿਆ ਪਿੰਡ ਮੈਨੂੰ ਲੱਗਦਾ ਸਾਡੇ ਬਰਾਮ ਚੋਂ ਮਤਲਬ ਬਰਾਮ ਚੋਂ 30 ਗੁੜਿਆ ਪਿੰਡ ਵਰਗੇ ਬਣ ਜਾਣੇ। ਵੱਡੀ ਗੱਲ ਆ ਬਾਈ ਦੇ ਕਬੂਤਰ ਜਾਂਦੇ ਨਹੀਂ ਹੈਗੇ, ਜਿੰਨੇ ਆਪਣੇ ਨਾਲ ਮੁੰਡੇ ਆ ਜਿੰਨੇ ਵੀ ਜੁੜੇ ਆ ਆਪਣੇ ਬਾਈ ਤੋਂ, ਇਹਨਾਂ ਦੇ ਵੀ ਸਾਰਿਆਂ ਦਾ ਮਤਲਬ ਕਿ ਕਬੂਤਰ ਜਿੱਤਦੇ ਆ ਤੇ ਨਾ ਇਹਨਾਂ ਦੇ ਜਾਂਦੇ। ਜੋ ਆਪਣੇ ਕੋਲ ਹੈਗਾ ਆਪਾਂ ਇਹਨਾਂ ਨੂੰ ਦੇਈਦਾ ਆ। ਹਾਂਜੀ ਬਹੁਤ ਵਧੀਆ ਜੀ ਬਾਈ। ਬਾਕੀ ਅੱਜ ਤੁਹਾਨੂੰ ਦੇਖੋ ਜੀ ਆਪਾਂ ਜਿੰਨਾ ਹੋ ਸਕਿਆ ਦੱਸਿਆ। ਬਾਕੀ ਤੁਸੀਂ ਜੇ ਕੁਝ ਹੋਰ ਪੁੱਛਣਾ ਚਾਹੁੰਦੇ ਹੋ ਤੇ ਆਪਾਂ ਨੂੰ ਕਮੈਂਟ ਦੇ ਵਿੱਚ ਲਿਖ ਕੇ ਦੱਸ ਦਿਓ। ਆਪਾਂ ਨੈਕਸਟ ਇੰਟਰਵਿਊ ਜਿਹੜੇ ਵੀ ਖਿਡਾਰੀ ਦੀ ਕਰਾਂਗੇ ਨਾ, ਤੁਹਾਨੂੰ ਜ਼ਰੂਰ ਉਹਦੇ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗੇ। ਤੇ ਹੁਣ ਆਪਾਂ ਤੁਹਾਨੂੰ ਬਾਈ ਦੇ ਕਬੂਤਰਾਂ ਦਾ ਸ਼ੌਂਕ ਕਰਾਉਂਦੇ ਆ, ਜਿਹੜੇ ਨਵੇਂ ਪੱਠੇ ਇਸ ਵਾਰ ਬਾਜ਼ੀਆਂ ਦੇ ਵਿੱਚ ਛੱਡੇ ਜਾਣੇ ਆ, ਦਿਖਾਉਂਦੇ ਆ ਜੀ ਤੁਹਾਨੂੰ ਆਪਾਂ ਕਬੂਤਰ। ਇਹ ਹੈ ਜੀ ਬਿੱਕਰ ਉਸਤਾਦ ਜੀ ਦੇ ਨਵੇਂ ਖੁੱਡੇ ਤੇ ਸਪੋਰਟ ਆ ਬਾਈ ਸੁੱਖਾ ਕੈਨੇਡਾ ਵਾਲਿਆਂ ਦੀ ਪੂਰੀ ਤੇ ਵਧੀਆ ਪੇਂਟਿੰਗ ਕਰਾਈ ਆ। ਤੁਹਾਨੂੰ ਪੂਰਾ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਾਂ ਸ਼ੌਂਕ ਕਰਾਉਂਦੇ ਆ ਜੀ। ਤੇ ਬਾਈ ਦੇ ਚੇਲਿਆਂ ਦੀ ਵੀ ਪੂਰੀ ਸਪੋਰਟ ਹੈ ਜੀ। ਤੇ ਬਹੁਤ ਵਧੀਆ ਵਧੀਆ ਸ਼ੇਅਰ ਵੀ ਲਿਖੇ ਨੇ, ਤੁਹਾਨੂੰ ਲਾਗੇ ਹੋ ਕੇ ਪੜ੍ਹ ਕੇ ਦਿਖਾਉਂਦੇ ਆ ਜੀ। ਛਤਰੀਆਂ ਲੱਗੀਆਂ ਹੋਈਆਂ, ਨੀਲੀ ਤੇ ਲਾਲ ਰੰਗ ਦੀ ਛਤਰੀ ਬਾਈ ਦੀ ਲਾਈ ਹੋਈ ਹੈ ਜੀ। ਤੇ ਸਾਰੇ ਦੇ ਸਾਰੇ ਮਿੱਤਰ ਜਿਹੜੇ ਹੈਗੇ ਇਕੱਠੇ ਸ਼ੌਂਕ ਕਰਦੇ ਨੇ ਤੇ ਬਹੁਤ ਵਧੀਆ ਸਿਸਟਮ। ਤੇ ਡੋਲੀਆਂ ਵੀ ਜਿਹੜੀਆਂ ਹੈਗੀਆਂ ਤਿਆਰ ਕਰ ਲੀਆਂ ਆ, ਸੀਜ਼ਨ ਆਉਣ ਵਾਲਾ ਜੀ। ਉਸਤਾਦ ਜੀਤਾ ਚੰਨਣਵਾਲ, ਦਾਦਾ ਗੁਰੂ ਮਿੱਕੀ ਗਾਮੀਵਾਲ। ਲਓ ਜੀ ਉਸਤਾਦ ਦਰਸੀ ਭਾਈ ਰੂਪਾ, ਦਾਦਾ ਗੁਰੂ ਸਰਦਾਰ ਮੋਹਨ ਸਿੰਘ ਬਾਦਲ, ਹਰਮਨ ਪੱਖੋਵਾਲ ਕਬੂਤਰਬਾਜੀ ਗਰੁੱਪ, ਮਾਝਾ ਮਾਲਵਾ ਦੁਆਬਾ ਹਰਿਆਣਾ ਕੈਨੇਡਾ, ਸੁੱਖਾ ਕੈਨੇਡਾ ਬਾਈ। ਤੇ ਬਹੁਤ ਵਧੀਆ ਪੇਂਟਿੰਗ ਬਾਈ ਦੇ ਖੁੱਡਿਆਂ ਦੇ ਉੱਤੇ। ਦੇਖੋ ਬਾਈ ਜੀ ਕਿੰਨੀ ਵਧੀਆ ਗੱਲ ਲਿਖੀ ਆ, ਕੋਈ ਵੀ ਤਜਰਬਾ ਬੇਕਾਰ ਨਹੀਂ ਜਾਂਦਾ। ਇਹ ਇੱਕ ਵੱਡੀ ਕਾਮਯਾਬੀ ਵੱਲ ਮਜ਼ਬੂਤ ਕਦਮ ਹੈ। ਜੇਕਰ ਮੇਰਾ ਕਾਮਯਾਬੀ ਲਈ ਜਜ਼ਬਾ ਮਜ਼ਬੂਤ ਹੈ ਤਾਂ ਅਸਫਲਤਾ ਮੇਰੇ ਤੇ ਕਦੇ ਭਾਰੂ ਨਹੀਂ ਪੈ ਸਕਦੀ। ਹਾਰ ਮੰਨਣਾ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਹੈ। ਕਾਮਯਾਬ ਹੋਣ ਦਾ ਸਭ ਤੋਂ ਵਧੀਆ ਤਰੀਕਾ ਹੈ ਹਮੇਸ਼ਾ ਇੱਕ ਵਾਰ ਹੋਰ ਕੋਸ਼ਿਸ਼ ਕਰੋ। ਤੁਸੀਂ ਅਤੀਤ ਨੂੰ ਨਹੀਂ ਬਦਲ ਸਕਦੇ, ਪਰ ਜਿੱਥੇ ਹੋ ਉੱਥੋਂ ਸ਼ੁਰੂਆਤ ਕਰਕੇ ਅੰਤ ਬਦਲ ਸਕਦੇ ਹੋ। 372 ਦਿਨ ਚੱਲੇ,
ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ 755 ਕਿਸਾਨਾਂ ਨੂੰ ਸੱਚੀ ਸ਼ਰਧਾਂਜਲੀ। ਸਾਨੂੰ ਮਾਣ ਹੈ ਜਸਵਿੰਦਰ ਸਿੰਘ ਸਿੰਦਰ ਰਾਮਗੜ੍ਹ ਸਰਦਾਰਾਂ ਤੇ, ਜਿਸਨੇ ਕਿਸਾਨੀ ਸੰਘਰਸ਼ ਦੌਰਾਨ ਦਿੱਲੀ ਟਿਕਰੀ ਬਾਰਡਰ ਤੇ 260 ਦਿਨ ਹਾਜ਼ਰੀ ਭਰ ਕੇ ਹਰਮਨ ਗਰੁੱਪ ਦਾ ਸਿਰ ਮਾਣ ਨਾਲ ਉੱਚਾ ਕੀਤਾ। ਅਸੀਂ ਉਸ ਦੇ ਜਜ਼ਬੇ ਨੂੰ ਸਲਾਮ ਕਰਦੇ ਹਾਂ। ਬਹੁਤ ਵਧੀਆ ਵਧੀਆ ਗੱਲਾਂ ਬਾਈ ਦੀਆਂ ਲਿਖੀਆਂ ਹੋਈਆਂ। ਨਸਲਾਂ ਦੀ ਨਰਸਰੀ ਸਰਦਾਰ ਜਗਰੂਪ ਸਿੰਘ ਰੂਪਾ ਸਰਾਂ ਸਮਾਲਸਰ ਬਾਈ ਜੀ, ਬਹੁਤ ਵਧੀਆ ਵਧੀਆ ਚੀਜ਼ਾਂ। ਨਤੀਜਿਆਂ ਦਾ ਕੱਦ ਮਿਹਨਤ ਦੀ ਖੁਰਾਕ ਉੱਪਰ ਨਿਰਭਰ ਕਰਦਾ ਹੈ। ਫੇਲ ਹੋਣ ਤੋਂ ਨਾ ਡਰੋ, ਇੱਥੇ ਦੁਨੀਆ ਹੀ ਖਤਮ ਨਹੀਂ ਹੋ ਜਾਂਦੀ, ਸਗੋਂ ਇਹ ਤਾਂ ਕੁਝ ਸਿੱਖਣ ਅਤੇ ਬਿਹਤਰ ਕਰਨ ਵੱਲ ਪਹਿਲ ਹੈ। ਸੁਪਨੇ ਦੇਖੋ, ਕਿਉਂਕਿ ਸੁਪਨੇ ਵਿਚਾਰਾਂ ਵਿੱਚ ਬਦਲ ਜਾਂਦੇ ਹਨ ਅਤੇ ਵਿਚਾਰ ਨਤੀਜੇ ਵਿੱਚ। ਲੰਘਿਆ ਹੋਇਆ ਕੱਲ ਤਾਂ ਹਾਸਲ ਨਹੀਂ ਹੋ ਸਕਦਾ, ਪਰ ਅੱਜ ਦੀ ਜਿੱਤ ਹਾਰ ਸਾਡੇ ਤੇ ਨਿਰਭਰ ਹੈ। ਹਾਰ ਨਾ ਮੰਨਣ ਵਾਲਾ ਵਿਅਕਤੀ ਕਦੇ ਵੀ ਪਿੱਛੇ ਨਹੀਂ ਰਹਿ ਸਕਦਾ। ਬਹੁਤ ਹੀ ਵਧੀਆ ਬਾਈ ਦੇ ਲਿਖੇ ਹੋਏ ਤੇ ਗੱਲਾਂ, ਜਿਹੜੀਆਂ ਕਿ ਇੱਕ ਚੰਗੇ ਖਿਡਾਰੀ ਵੱਲ ਜਿਹੜਾ ਇਸ਼ਾਰਾ ਕਰਦੀਆਂ ਨੇ, ਤੇ ਕਿਵੇਂ ਲੱਗਦੀਆਂ ਤੁਹਾਨੂੰ ਵੀ ਦੱਸਣਾ ਜ਼ਰੂਰ। ਤੇ ਪਾਰਟ 2 ਦੇ ਵਿੱਚ ਤੁਹਾਨੂੰ ਅਸੀਂ ਬਾਈ ਦੇ ਕਬੂਤਰ ਦਿਖਾਉਂਦੇ ਹਾਂ ਜੀ, ਤੇ ਵੇਟ ਕਰੋ ਪਾਰਟ 2 ਦੇ ਲਈ ਜੀ।